रेडियो इंडिया KRPA 1110 AM ਨਾਲ जुड़े समूह ਸਰੋਤਿਆਂ ਦਾ ਵਕਾਰੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ www.radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਜੇਕਰ ਤੁਸੀਂ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ, ਕੋਈ ਜਾਣਕਾਰੀ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ 604 592 9191 604 592 9191 ਸਾਡਾ ਸਟੂਡੀਓ ਦਾ ਨੰਬਰ ਹੈ। ਲਾਈਨਾਂ ਸਾਡੀਆਂ ਖੁੱਲ੍ਹੀਆਂ ਰਹਿਣਗੀਆਂ। ਤੁਸੀਂ ਕਿਸੇ ਵੀ ਵਕਤ ਚੱਲਦੇ ਪ੍ਰੋਗਰਾਮ ਦੇ ਵਿੱਚ ਇਹ ਨੰਬਰ ਡਾਇਲ ਕਰਕੇ ਸ਼ਰੀਕ ਹੋ ਸਕਦੇ ਹੋ ਔਰ ਆਪਣੀ ਗੱਲ ਰੱਖ ਸਕਦੇ ਹੋ। ਸੋ ਆਓ ਅੱਜ ਦੇ ਪ੍ਰੋਗਰਾਮ ਦੀ ਅਸੀਂ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸੀਨੀਅਰ ਮੈਂਬਰ ਅਤੇ ਹਰ ਤਰ੍ਹਾਂ ਦੀ ਜਿਹੜੀ ਅਨਿਯਮਤਾਵਾਂ ਦੇ ਸੰਬੰਧ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਮਾਸਟਰ ਮਿੱਠੂ ਸਿੰਘ ਜੀ ਕਾਨੇਕੇ। ਸੋ ਪਹਿਲਾਂ ਕਾਨੇਕੇ ਸਾਹਿਬ ਦਾ ਸਵਾਗਤ ਕਰ ਲਈਏ, ਫਿਰ ਉਸ ਤੋਂ ਬਾਅਦ ਅਸੀਂ ਪੜਾਅ ਦਰ ਪੜਾਅ ਜਿਵੇਂ ਜਿਵੇਂ ਸਵਾਲ ਨਿਕਲਦੇ ਆਉਣਗੇ ਤੁਸੀਂ ਵੀ ਕੋਸ਼ਿਸ਼ ਕਰਿਓਗੇ ਕਿ ਤੁਸੀਂ ਆਪਣਾ ਬਣਦਾ ਸਵਾਲ ਜਿਹੜਾ ਉਹ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਕਰਿਓ ਜੇ ਤਾਂ ਜੋ ਮਿੱਠੂ ਸਿੰਘ ਜੀ ਹੋਣਾ ਤੋਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਸੰਸਥਾ ਹੈ ਜਿਹਦਾ ਦਰਦ ਸਾਨੂੰ ਸਾਰਿਆਂ ਨੂੰ ਰਹਿੰਦਾ ਹੈ, ਪਰ ਉੱਥੇ ਜੋ ਕੁਝ ਹੋ ਰਿਹਾ ਉਹ ਵੀ ਸਾਡੇ ਜਿਹੜਾ ਦਰਦ ਨੂੰ ਵਧਾਉਂਦਾ ਹੈ। ਸੋ ਤੁਸੀਂ ਵੀ ਜੁੜਿਓ ਜੇ, ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਸੋ ਮਿੱਠੂ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਬਲਦੇਵ ਸਿੰਘ ਭੰਮ ਜੀ ਤੇ ਰੇਡੀਓ ਇੰਡੀਆ ਦੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਮਿੱਠੂ ਸਿੰਘ ਜੀ, ਮਾਈਕ ਥੋੜਾ ਚਿਹਰੇ ਦੇ ਨੇੜੇ ਕਰ ਲਓ ਤਾਂ ਜੋ ਤੁਹਾਡੀ ਆਵਾਜ਼ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਵਧੀਆ ਤਰੀਕੇ ਨਾਲ ਪਹੁੰਚਦੀ ਰਹੇ ਜੀ। ਸੋ ਮਿੱਠੂ ਸਿੰਘ ਜੀ, ਜਿਸ ਤਰ੍ਹਾਂ ਮੈਂ ਹੁਣ ਤੁਹਾਡੀ ਪਹਿਚਾਣ ਕਰਾਉਂਦਾ ਹੀ ਦੱਸਦੀ ਗੱਲ ਕਿ ਸਾਡੀ ਫਿਕਰਮੰਦੀ ਕੀ ਹੈ। ਸਾਡੀ ਫਿਕਰਮੰਦੀ ਜਿਹੜੀ ਸਿੱਖਾਂ ਦੀ ਬੜੀ ਕੁਰਬਾਨੀਆਂ ਦੇ ਨਾਲ ਜਿਹੜੀ ਹਾਸਲ ਕੀਤੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਸਾਡਾ ਗੁਰਦੁਆਰਾ ਪ੍ਰਬੰਧ ਨੂੰ ਪੂਰੇ ਪ੍ਰਬੰਧ ਨੂੰ ਮਤਲਬ ਕਿ ਸਾਡੀ ਆਸਥਾ ਨੂੰ ਜਿਹੜੀ ਕਹਿ ਦਈਏ ਵੀ ਚਲਾਉਣ ਵਾਲੀ ਜਿਹੜੀ ਸੰਸਥਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਤੁਸੀਂ ਇਹਦਾ ਹਿੱਸਾ ਰਹੇ ਹੋ, ਹੁਣ ਵੀ ਹਿੱਸਾ ਹੋ, ਔਰ ਤੁਸੀਂ ਇਹਦੇ ਪ੍ਰਬੰਧ ਦੇ ਵਿੱਚ ਵੀ ਕਾਫੀ ਲੰਬਾ ਸਮਾਂ ਤੁਹਾਡਾ ਦਖਲ ਰਿਹਾ ਔਰ ਹੁਣ ਤੁਸੀਂ ਮਤਲਬ ਕਿ ਵਿਰੋਧੀ ਸੁਰ ਰੱਖਦੇ ਹੋ। ਅਸੀਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਵਿਰੋਧੀ ਸੁਰ ਦੇ ਕਾਰਨ ਕੀ ਹੈ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ। ਬਲਦੇਵ ਸਿੰਘ ਭੰਮ ਸਾਹਿਬ ਜੀ, ਤੁਸੀਂ ਜਿਹੜਾ ਮੇਰੇ ਤੇ ਸਵਾਲ ਕੀਤਾ ਹੈ ਬਹੁਤ ਅਹਿਮ ਸਵਾਲ ਹੈ ਜੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇੱਕ ਮਹਾਨ ਸੰਸਥਾ ਜੀ ਦੇ ਰੂਪ ਵਿੱਚ ਸਿੱਖ ਕੌਮ ਦੀ ਅਗਵਾਈ ਕਰ ਰਹੀ ਸੀ ਜੀ, ਅੱਜ ਉਹ ਬੜੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਜੀ। ਉਤੇ ਲਗਾਤਾਰ ਹਰ ਰੋਜ਼ ਜਿਹੜੇ ਸਵਾਲ ਹੈ ਉਹ ਉੱਠ ਰਹੇ ਨੇ ਮੀਡੀਆ ਦੇ ਵਿੱਚ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਬਹੁਤ ਮਹਾਨ ਹੈ, ਪਰ ਇਹਦੇ ਪ੍ਰਬੰਧਕ ਨੇ ਜਿਨ੍ਹਾਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵਿਵਾਦਾਂ ਵਿੱਚ ਆਈ ਹੈ, ਉਹ ਪ੍ਰਬੰਧਕਾਂ ਦੇ ਮਾੜੇ ਪ੍ਰਬੰਧਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਵਾਦਾਂ ਦੇ ਘੇਰੇ ਵਿੱਚ ਘੇਰ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੁਣ ਉਹਨਾਂ ਤੋਂ ਨਹੀਂ ਸੰਭਲ ਰਿਹਾ ਜੀ। ਜਿੱਥੋਂ ਤੱਕ ਰਹੀ ਗੱਲ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਅੱਜ ਆਪਣੀ ਇੱਕ ਸੰਸਥਾ ਹੋਵੇ ਤੇ ਉਹਨਾਂ ਤੇ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਸਿੱਖ ਘੱਟ ਗਿਣਤੀ ਇਹ ਸਾਰੇ ਦੁਨੀਆ ਦੇ ਵਿੱਚ ਅੱਜ ਫੈਲ ਚੁੱਕੇ ਨੇ ਕਿ ਉਹਨਾਂ ਦੀ ਵੀ ਇਹ ਲੋੜ ਹੈ ਕਿ ਸਿੱਖ ਕੌਮ ਕੋਲੇ ਇਹ ਧਾਰਮਿਕ ਪੱਖ ਤੋਂ ਉਹ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਘੱਟ ਗਿਣਤੀਆਂ ਦੇ ਪੱਖ ਤੋਂ ਸਿੱਖ ਕੌਮ ਨੂੰ ਜੋ ਦਰਪੇਸ਼ ਸਮੱਸਿਆਵਾਂ ਦੇਸ਼ ਅੰਦਰ ਤੇ ਵਿਦੇਸ਼ਾਂ ਅੰਦਰ ਸਾਹਮਣਾ ਕਰ ਰਹੀਆਂ ਨੇ, ਔਕੜਾਂ ਆ ਰਹੀਆਂ ਨੇ, ਉਹਨਾਂ ਔਕੜਾਂ ਦਾ ਸਹਾਰਾ ਬਣਨ ਵਾਸਤੇ ਸਾਨੂੰ ਕੋਈ ਸੰਸਥਾ ਦੀ ਲੋੜ ਹੈ। ਸੋ ਅੱਜ ਜੇ ਆਪਾਂ ਇਸ ਸੰਦਰਭ ਵਿੱਚ ਗੱਲ ਕਰੀਏ, ਅੱਜ ਸਾਨੂੰ ਹਿੰਦੁਸਤਾਨ ਲੈਵਲ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਤਾਂ ਪੰਜਾਬ ਲੈਵਲ ਤੇ ਰਹਿ ਗਈ ਇਹਨੂੰ ਹਿੰਦੁਸਤਾਨ ਲੈਵਲ ਤੇ ਵੀ ਇੱਕ ਬੋਰਡ ਬਣ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਵਿਦੇਸ਼ੀ ਵੱਖ-ਵੱਖ ਦੇਸ਼ਾਂ ਵਿੱਚ ਵਸ ਰਹੇ ਇਹ ਸਿੱਖ ਕੌਮ ਤੇ ਧਰਮ ਦਾ ਪ੍ਰਚਾਰ ਕਰਨ ਵਾਲੇ ਗੁਰਦੁਆਰੇ ਸਥਾਨ ਜਿਹੜੇ ਉਹਨਾਂ ਸਾਰਿਆਂ ਨੂੰ ਜੋੜ ਕੇ ਰੱਖਣ ਵਾਸਤੇ ਸਾਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਇੱਕ
ਜ਼ਰੂਰ ਇੱਕ ਬੋਰਡ ਆ ਜਿਹੜਾ ਸਿੱਖਾਂ ਦਾ ਉਹ ਬਣਨਾ ਚਾਹੀਦਾ। ਇਸ ਗੱਲ ਦੀ ਸਮੇਂ ਦੀ ਇਹ ਗੱਲ ਲੋੜ ਮਹਿਸੂਸ ਕਰ ਰਿਹਾ ਸਮਾਂ ਜੀ। ਤੇ ਤੁਸੀਂ ਇਹਦੇ ਨਾਲ ਹੀ ਤੁਸੀਂ ਇਹ ਗੱਲ ਕੀਤੀ ਸੀ ਕਿ ਕੀ ਕਾਰਨ ਹੈਗੇ, ਕਿਉਂ ਵਿਵਾਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਉਲਝੀ ਹੈ। ਕਾਰਨ ਬਲਦੇਵ ਸਿੰਘ ਜੀ ਬਹੁਤ ਨਾ, ਕਿਉਂਕਿ ਇੱਕ ਪਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਲੰਮੇ ਸਮੇਂ ਤੋਂ ਲੈ ਕੇ ਜਿਹੜਾ ਹੈਗਾ ਕਬਜ਼ਾ ਹੈਗਾ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਹੁਣ ਤਾਂ ਉਹ ਪਾਰਟੀ ਦਾ ਉੱਤੇ ਵੀ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ। ਪਰਿਵਾਰਵਾਦ ਨੇ ਜਿੱਥੇ ਕਿਤੇ ਇਹ ਮਤਲਬ ਜਿਹੜੀ ਵੀ ਸੰਸਥਾ ਹੈ ਉਹ ਰਾਜਨੀਤਿਕ ਪਾਰਟੀ ਹੈ ਚਾਹੇ ਕੋਈ ਸੰਸਥਾ ਹੈਗੀ ਜਿਹੜੀ ਲੋਕਾਂ ਨੂੰ ਨਾਲ ਸਿੱਧੇ ਡੀਲ ਕਰਦੀ ਹੈ ਸੰਸਥਾ, ਉਹ ਪਰਿਵਾਰਵਾਦ ਨੇ ਹਰੇਕ ਥਾਂ ਤੇ ਨੁਕਸਾਨ ਪਹੁੰਚਾਏਗਾ। ਸੋ ਇਹ ਨੁਕਸਾਨ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਮੈਂ ਸਮਝਦਾ ਕਿ ਇੱਕ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹੋਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਮੁਹਾਰੇ ਢੰਗ ਨਾਲ ਚਲਾਉਣ ਨਾਲ ਇਹ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਰਿਹਾ। ਇਹਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਵੱਡਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈਗਾ। ਔਰ ਦੂਜੀ ਗੱਲ ਜਿਹੜੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਹੱਦ ਤੱਕ ਹੁਣ ਕਿਰਕਰੀ ਹੋ ਚੁੱਕੀ ਹੈ ਕਿ ਇਹਦੀਆਂ ਮਹਾਨ ਸੰਸਥਾਵਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਜਿਹੜੀ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਹੈਗਾ ਢਾਹ ਹੈ ਇਸ ਲਾਈ ਹੈ। ਤੇ ਇਹ ਅੱਜ ਇਹ ਗੱਲ ਬੜਾ ਗੰਭੀਰ ਚਿੰਤਾ ਦਾ ਵਿਸ਼ਾ ਹੈਗਾ ਜੀ। ਬਿਲਕੁਲ ਬਿਲਕੁਲ। ਸੋ ਮਿੱਠੂ ਸਿੰਘ ਜੀ ਇਹ 'ਚ ਕੋਈ ਸ਼ੱਕ ਨਹੀਂ ਗਾ ਕਿ ਸਾਡੀ ਸੰਸਥਾ ਨੂੰ ਬਹੁਤ ਵੱਡਾ ਜਿਹੜਾ ਇਹ 'ਚ ਨਿਘਾਰ ਆਇਆ। ਉਹਦੇ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਇਹਨੂੰ ਚਲਾਉਣ ਵਾਲੇ ਹੱਥ ਹੈ ਜਿਹੜੇ ਜਾਂ ਦਿਮਾਗ ਹੈ ਉਹ ਨਾ ਅਹਿਲ ਹੋ ਗਏ ਹੈ ਜਾਂ ਉਹ ਲਾਲਚ ਵਾਸਤੇ ਇਸ ਤਰ੍ਹਾਂ ਕਰ ਰਹੇ ਹੈ ਜਾਂ ਉਹਨਾਂ ਦੇ ਜਿਹੜੇ ਆਕਾ ਜਿਹੜੇ ਇਸ ਸਿਆਸੀ ਤੌਰ ਤੇ ਜਿਹੜੇ ਇਸ ਸੰਸਥਾ ਨੂੰ ਪਿੱਛੋਂ ਬੈਠ ਕੇ ਚਲਾ ਰਹੇ ਹੈ ਉਹ ਆਕਾ ਜਿਹੜੇ ਹੈ ਉਹਨਾਂ ਦੀ ਸੋਚ ਐਡੀ ਮਾੜੀ ਹੋ ਗਈ ਹੈ ਵੀ ਉਹ ਧਰਮ ਦਾ ਇੰਨੇ ਵੱਡੇ ਪੱਧਰ ਤੇ ਨੁਕਸਾਨ ਕਰ ਰਹੇ ਹੈ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਂਦ ਵਿੱਚ ਆਈ ਹੈ ਜੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਖਿਆ ਕਰਨ ਵਾਸਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜੀ। ਜਾਣੀ ਮਾਂ ਤੇ ਪੁੱਤ ਦਾ ਰਿਸ਼ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਾ ਰਿਹਾ ਜੀ। ਧਰਮ ਉੱਪਰ ਸੀ, ਰਾਜਨੀਤੀ ਉਹਦੇ ਥੱਲੇ ਸੀ। ਰਾਜਨੀਤੀ ਨੇ ਧਰਮ ਦੀ ਸੁਰੱਖਿਆ ਰੱਖਣੀ ਸੀਗੀ, ਸੁਰੱਖਿਆ ਕਰਨੀ ਸੀ ਜੀ। ਪਰ ਹੁਣ ਪੁੱਤ ਨੇ ਮਾਂ ਨੂੰ ਉਧਾੜ ਲਿਆ। ਜਾਣੀ ਹੁਣ ਇਹ ਕਹਿ ਲਈਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਧਕ ਬਣਾ ਲਿਆ। ਅਕਾਲ ਤਖ਼ਤ ਸਾਹਿਬ ਨੂੰ ਵੀ ਅਕਾਲ ਤਖ਼ਤ ਬੰਧਕ ਅੱਜ ਕੱਲ੍ਹ ਬੰਧਕ ਹੈ ਹਾਂ ਜੀ। ਅਕਾਲ ਤਖ਼ਤ ਸਾਹਿਬ ਦੇ ਵਿੱਚ ਉੱਤੇ ਵੀ ਜਿਹੜੀ ਇੱਕ ਬਹੁਤ ਵੱਡੀ ਸਿੱਖ ਕੌਮ ਨੂੰ ਅਗਵਾਈ ਦੇਣ ਵਾਲੀ ਸੰਸਥਾ ਹੈ ਔਰ ਅੱਜ ਵੀ ਹੈ, ਰਹੂਗੀ ਵੀ ਬਿਲਕੁਲ। ਪਰ ਇਸ ਤੇ ਵੀ ਜਿਹੜੇ ਪਿਛਲੇ ਸਮੇਂ 'ਚ ਫੈਸਲੇ ਕਰਵਾਏ ਜਾ ਰਹੇ ਨੇ ਆਪਦੇ ਰਾਜਨੀਤਿਕ ਹਿੱਤਾਂ ਲਈ ਉਹਨੇ ਵੀ ਬਹੁਤ ਵੱਡੀ ਢਾਹ ਹੈ ਜਿਹੜੀ ਉਹ ਲਾਈ ਹੈ। ਔਰ ਜੇ ਹੁਣ ਇਸ ਤਰ੍ਹਾਂ ਢਾਹ ਲੱਗਦੀ ਹੈ ਤਾਂ ਸਿੱਖਾਂ ਦਾ ਵਿਸ਼ਵਾਸ ਉੱਠਦਾ ਜੀ। ਇਹ ਇੱਕ ਬੜਾ ਮਾੜਾ ਪੱਖ ਹੈ ਸਾਡੇ ਧਰਮ ਦਾ ਕਿ ਅਸੀਂ ਰਾਜਨੀਤਿਕ, ਹਾਲਾਂਕਿ ਗੁਰੂ ਸਾਹਿਬ ਨੇ ਤਾਂ ਮੀਰੀ ਪੀਰੀ ਦਾ ਜਿਹੜਾ 2 ਨਿਸ਼ਾਨ ਸਾਹਿਬ ਲਾਏ ਸੀਗੇ ਔਰ ਉਹਦੇ 'ਚ ਇਹ ਗੱਲ ਤਾਂ ਇਹ ਸੀ ਕਿ ਵੀ ਰਾਜਨੀਤੀ ਤੇ ਧਰਮ ਇਕੱਠੇ ਚੱਲਣੇ ਚਾਹੀਦੇ ਹੈ, ਲੇਕਿਨ ਧਰਮ ਜਿਹੜਾ ਉਹਦਾ ਝੰਡਾ ਉੱਚਾ ਰਹਿਣਾ ਚਾਹੀਦਾ, ਬੁਲੰਦ ਰਹਿਣਾ ਚਾਹੀਦਾ। ਰਾਜਨੀਤੀ ਉਹਦੇ ਅੰਡਰ ਕੰਮ ਕਰੇ, ਉੱਥੋਂ ਸੇਧ ਲੈ ਕੇ ਕੰਮ ਕਰੇ। ਹੋ ਗਿਆ ਉਲਟਾ ਜੀ। ਇਹਨਾਂ ਨੇ ਉਹ ਨਿਸ਼ਾਨ ਸਾਹਿਬ ਵੀ ਵਟਾਲੇ ਆ। ਹੁਣ ਇਹ ਕਹਿੰਦੇ ਵੀ ਰਾਜਨੀਤੀ ਦਾ ਉੱਚਾ ਤੇ ਰਾਜਨੀਤੀ ਦੇ ਗਲਬੇ ਹੇਠ ਜਿਹੜੀ ਹੈ ਉਹ ਧਰਮ ਚੱਲੂਗਾ। ਸੋ ਇਹ ਬਹੁਤ ਮਾੜੀ ਸੋਚ ਕਹਿ ਲਓ ਜਾਂ ਮਾੜੀ ਇਹਨਾਂ ਦੀ ਕਾਰਵਾਈ ਕਹਿ ਲਓ ਜਿਹਦੇ ਕਰਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਸੀਂ ਵੱਡੇ ਪੱਧਰ ਤੇ ਜਿਹੜੇ ਸਾਡੇ ਨੌਜਵਾਨੀ ਹੈ, ਜਿਹੜੀ ਸਾਡਾ ਭਵਿੱਖ ਹੈ ਉਹ ਸਿੱਖੀ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ। ਔਰ ਅਕਾਲੀ ਦਲ ਵੀ ਜਿਹੜਾ ਅਸੀਂ ਅਕਾਲੀ ਦਲ ਦੀ ਪਹਿਚਾਣ ਇਸ ਗੱਲ ਤੋਂ ਹੁੰਦੀ ਸੀ ਵੀ ਚਿੱਟੇ ਦਾੜਿਆਂ ਵਾਲੇ ਜਿਸ ਤਰ੍ਹਾਂ ਤੁਹਾਡਾ ਸਰੂਪ ਹੈ ਇਸ ਤਰ੍ਹਾਂ ਦੇ ਜਿਹੜੇ ਬਾਬੇ ਹੈ ਉਹ ਨੀਲੀਆਂ ਪੱਗਾਂ ਵਾਲੇ ਉਹ ਸਾਡੀ ਅਗਵਾਈ ਕਰਦੇ ਹੁੰਦੇ ਸੀ ਤਾਂ ਪਤਾ ਲੱਗ ਜਾਂਦਾ ਸੀ ਵੀ ਅਕਾਲੀ ਹੈ। ਉਹਦਾ ਮਕਸਦ ਹੀ ਮਤਲਬ ਕਿ ਉਸ ਪਹਿਰਾਵੇ ਦਾ ਮਤਲਬ ਕਿ ਅਸੀਂ ਕਹਿੰਦੇ ਹਾਂ ਵੀ ਉਹਦੀ ਪਹਿਚਾਣ ਹੀ ਇਹ ਬਣ ਗਈ ਸੀ ਵੀ ਇਹ ਅਕਾਲੀ ਹੈ। ਔਰ ਲੇਕਿਨ ਹੁਣ ਜਿਹੜਾ ਜਿਸ ਤਰ੍ਹਾਂ ਦਾ ਅਕਾਲੀ ਦਲ ਅਸੀਂ ਵੇਖ ਰਹੇ ਹਾਂ ਉਹ ਸਾਰੇ ਹੀ ਮੋਨੇ ਕੋਨੇ ਹੈ, ਸਾਰੇ ਹੀ ਜਿਹੜੇ ਆ ਉਹ ਨਸ਼ਾ ਕਰਦੇ ਆ। ਈਵਨ ਕਿ ਪ੍ਰਧਾਨ ਸਾਹਿਬ ਜਿਹੜੇ ਆ ਉਹ ਖੁਦ ਵੀ ਜਿਹੜੇ ਆ ਉਹ ਅੰਮ੍ਰਿਤਧਾਰੀ ਨਹੀਂ ਗਏ। ਉਹ ਵੀ ਉਹਨਾਂ ਨੇ ਜਿਸ ਤਰ੍ਹਾਂ ਪਿੱਛੇ ਜੇ ਇੱਕ ਆਇਆ ਨਿਕਲ ਕੇ ਆਈ ਸੀ ਗੱਲ ਕਿ ਇਹ ਇੱਕ ਡਰਾਮਾ ਕੀਤਾ ਗਿਆ ਸੀ ਔਰ ਜਦ ਹੀ ਸਰਟੀਫਿਕੇਟ ਬਣਾਇਆ ਗਿਆ ਅੰਮ੍ਰਿਤ ਛਕਿਆ ਹੀ ਨਹੀਂ ਸੀ।
ਸੋ ਇਹ ਗੱਲਾਂ ਜਿਹੜੀਆਂ ਬਹੁਤ ਖਤਰਨਾਕ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਜੇ ਅਕਾਲੀ ਦਲ ਇਸ ਤਰ੍ਹਾਂ ਹੀ ਇਹਨਾਂ ਹੱਥਾਂ 'ਚ ਹੀ ਰਹਿੰਦਾ ਹੈ ਤਾਂ ਫਿਰ ਭਵਿੱਖ ਕਿਹੋ ਜਿਹਾ ਹੋਊਗਾ ਜੀ? ਬਲਦੇਵ ਸਿੰਘ ਜੀ, ਤੁਸੀਂ ਦੋ ਸਵਾਲ ਖੜੇ ਕੀਤੇ ਨੇ। ਪਹਿਲਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਇਸ ਵਕਤ ਆਧਾਰ ਖੁੱਦਾ ਤੁਰਿਆ ਜਾ ਰਿਹਾ ਹੈ, ਬੇਵਿਸ਼ਵਾਸਤਾ ਪੈਦਾ ਹੋ ਰਹੀ ਹੈ ਜੀ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਸ ਵਾਸਤੇ ਮੈਂ ਸਮਝਦਾ ਵੀ ਸਮੁੱਚੇ ਸਿੱਖ ਜਗਤ ਨੂੰ ਅੱਜ ਜਾਗਣ ਦੀ ਲੋੜ ਹੈ। ਸਮੁੱਚੇ ਸਿੱਖ ਜਗਤ ਨੂੰ ਅੱਜ ਇਸ ਗੱਲ ਦੀ ਪਛਾਣ ਕਰਨ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤਾਂ ਉਹ ਚੋਣਾਂ ਦੇ ਦੌਰਾਨ ਸਾਰਥਕ ਰੋਲ ਅਦਾ ਕੀਤਾ ਜਾਵੇ ਜੀ। ਉਹ ਧਿਰ ਨੂੰ ਅੱਗੇ ਲਿਆਂਦਾ ਜਾਵੇ ਜਿਹੜੀ ਧਿਰ ਕੋਈ ਠੋਸ ਪ੍ਰੋਗਰਾਮ ਇਸ ਪ੍ਰਬੰਧ ਦੇ ਵਿੱਚ ਸੁਧਾਰ ਦੇ ਵਾਸਤੇ ਲੈ ਕੇ ਆ ਸਕਦੀ ਹੋਵੇ। ਦੂਜਾ ਗੱਲ, ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਇਹ ਬਿਲਕੁਲ ਬਲਦੇਵ ਸਿੰਘ ਜੀ ਬਿਲਕੁਲ ਸਾਫ਼ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਉਹ ਟਕਸਾਲੀ ਅਕਾਲੀ ਦਲ ਨਹੀਂ ਰਿਹਾ, ਉਹ ਟਕਸਾਲੀ ਆਗੂਆਂ ਦਾ ਅਕਾਲੀ ਦਲ ਨਹੀਂ ਰਿਹਾ ਜਿਹੜੇ ਆਗੂ ਹਰ ਵਕਤ ਪੰਜਾਬ ਦੇ ਹਿੱਤਾਂ ਲਈ, ਸਿੱਖਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਲਈ ਤਿਆਰ ਬਰਤਿਆਰ ਰਹਿੰਦੇ ਸਨ ਔਰ ਪੰਜਾਬ ਦੇ ਵਿੱਚ ਹਰ ਮਸਲਾ ਜੋ ਪੰਜਾਬ ਦੇ ਹੱਕਾਂ ਦਾ ਹੋਵੇ, ਪੰਜਾਬ ਦੇ ਹਿੱਤਾਂ ਦਾ ਹੋਵੇ, ਪੰਜਾਬ ਦਾ ਪੰਜਾਬੀਅਤ ਦਾ ਮਸਲਾ ਹੋਵੇ, ਉਹਦੇ ਤੇ ਲੜਦੇ ਇਹ ਤੁਰੇ ਆ ਰਹੇ ਸਨ। ਅੱਜ ਵਪਾਰੀਕਰਨ ਹੋ ਗਿਆ ਅਕਾਲੀ ਦਲ ਦਾ। ਅਕਾਲੀ ਦਲ ਦੇ ਵਿੱਚ ਵਪਾਰੀ ਲੋਕ ਜਿਹੜੇ ਨੇ ਜੇ ਉਹ ਸ਼ਾਮਲ ਹੋ ਗਏ। ਅਕਾਲੀ ਦਲ ਨਹੀਂ ਰਿਹਾ, ਸਗੋਂ ਇਹ ਵਪਾਰੀਆਂ ਦਾ ਦਲ ਬਣ ਕੇ ਰਹਿ ਗਿਆ। ਵਪਾਰੀਆਂ ਦਾ ਇੱਕ ਵੱਡਾ ਵਪਾਰੀ ਹੈ ਜਿਹੜਾ ਜਿਹਨੇ ਕਰੋੜਾਂ ਅਰਬਾਂ ਰੁਪਈਆ ਇਕੱਠਾ ਕਰਕੇ ਬਹੁਤ ਪੰਜਾਬ ਨੂੰ 5 ਵਾਰੀ ਮੁੱਖ ਮੰਤਰੀ ਬਣਨ ਤੋਂ ਬਾਅਦ, 5 ਵਾਰੀ ਸਰਕਾਰਾਂ ਹੰਢਾਉਣ ਤੋਂ ਬਾਅਦ ਵੱਡਾ ਸਰਮਾਇਆ ਇਕੱਠਾ ਕਰ ਲਿਆ, ਉਹ ਇਹਨਾਂ ਦਾ ਮੁਖੀ ਹੈਗਾ। ਬਿਲਕੁਲ ਤੁਸੀਂ ਮਿੱਠੂ ਸਿੰਘ ਜੀ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ ਵੀ ਅਕਾਲੀ ਦਲ ਜਿਹੜਾ ਉਹ ਵਪਾਰੀ ਕਰਨ ਦਾ ਹੋ ਗਿਆ। ਇਸ ਗੱਲ ਤੇ ਬਾਦਲੀਏ ਗੁੱਸੇ ਬਹੁਤ ਹੁੰਦੇ ਆ ਜੀ। ਉਹਨਾਂ ਨੇ ਤਾਂ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣੇ ਜਿਹੜੇ ਉਹਨਾਂ ਦਾ ਤਬਾਦਲਾ ਇਸੇ ਗੱਲ 'ਚ ਹੀ ਕਰਤਾ, ਉਹਨਾਂ ਨੂੰ ਜਥੇਦਾਰੀ ਵਾਪਸ ਲੈ ਲਈ ਉਹਨਾਂ ਤੋਂ। ਵੀ ਉਹਨਾਂ ਨੇ ਵੀ ਇਹੀ ਗੱਲ ਆਖੀ ਸੀ ਕਿ ਇਹਨਾਂ ਦਾ ਇਹ ਪਹਿਲਾਂ ਗਰੀਬਾਂ ਦਾ ਤੇ ਕਿਰਤੀਆਂ ਦਾ ਅਕਾਲੀ ਦਲ ਹੁੰਦਾ ਸੀਗਾ ਔਰ ਅੱਜ ਕੱਲ੍ਹ ਇਹ ਸਰਮਾਏਦਾਰਾਂ ਦਾ ਅਕਾਲੀ ਦਲ ਹੋ ਗਿਆ ਔਰ ਉਹੀ ਗੱਲ ਉਹਨਾਂ ਨੂੰ ਭੁਗਤਣੀ ਵੀ ਪਈ ਹੈ। ਬਿਲਕੁਲ ਜੀ, ਬਿਲਕੁਲ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜਿਹੜਾ ਮਤਲਬ ਕਿਹਾ ਸੀ, ਸੰਦੇਸ਼ ਹੀ ਦਿੱਤਾ ਸੀ ਕਿ ਅਕਾਲੀ ਦਲ ਨੂੰ ਮੁੜ ਕਿਰਤੀਆਂ ਦਾ ਅਕਾਲੀ ਦਲ ਦੇ ਰੂਪ ਵਿੱਚ ਸੰਜੀਵ ਕੀਤਾ ਜਾਵੇ। ਇਹ ਅਕਾਲੀ ਦਲ ਦੀ ਜਿਹੜੀ ਮਤਲਬ ਸੱਤਾ ਹੈਗੀ ਉਹ ਸਰਮਾਏਦਾਰ ਲੋਕਾਂ ਦੇ ਹੱਥ 'ਚ ਚਲੀ ਗਈ, ਇਸ ਲਈ ਇਹ ਸੰਘਰਸ਼ਹੀਣ ਅਕਾਲੀ ਦਲ ਬਣ ਗਿਆ। ਸੋ ਬਿਲਕੁਲ ਇਹ ਗੱਲ ਸਾਫ਼ ਹੈ ਕਿ ਅੱਜ ਪਿੰਡਾਂ ਦੇ ਵਿੱਚ ਜਿਹੜੇ ਕਿਸਾਨੀ ਸ਼੍ਰੋਮਣੀ ਅਕਾਲੀ ਦਲ ਲਈ ਜੇਲ੍ਹਾਂ ਭਰਦੀ ਹੁੰਦੀ ਸੀ, ਉਹ ਅੱਜ ਇਹਨਾਂ ਦੇ ਕਿਸੇ ਵੀ ਪ੍ਰੋਗਰਾਮ ਤੇ ਜਾਣ ਨੂੰ ਤਿਆਰ ਨਹੀਂ। ਅੱਜ ਜਿਹੜੇ ਉਹ ਲੋਕ ਅੱਜ ਇਹਨਾਂ ਦੇ ਨਾਲ ਜੁੜੇ ਹੋਏ ਨੇਗੇ, ਜਿਹੜੇ ਲੋਕਾਂ ਨੇ ਪਿਛਲੇ ਸਮੇਂ 'ਚ ਅਕਾਲੀ ਸਰਕਾਰ ਵੇਲੇ ਗ੍ਰਾਂਟਾਂ ਖਾਧੀਆਂ ਨੇ ਜਾਂ ਗੱਫੇ ਲਾਇਣਗੇ, ਮਲਾਈਆਂ ਖਾਧੀਆਂ ਨੇਗੀਆਂ, ਤੇ ਜਾਂ ਐਂ ਕਹਿ ਲਓ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਵਰਤ ਕੇ ਇਹ ਇਕੱਠ ਸ਼ੋਅ ਕਰ ਰਹੇ ਨੇ। ਅਕਾਲੀ ਦਲ ਇਸ ਕਰਕੇ ਹੈ ਨਹੀਂ, ਹੁਣ ਕੋਈ ਸੰਘਰਸ਼ ਕਰਨ ਦੀ ਸਥਿਤੀ ਵਿੱਚ ਵੀ ਹੈ ਨਹੀਂ। ਅਕਾਲੀ ਦਲ ਸੰਘਰਸ਼ ਤੋਂ ਬਿਨਾਂ ਸੁਰੱਖਿਆ ਨਹੀਂ ਹੋ ਸਕਦੀ ਜੀ। ਤੇ ਸੋ ਸੰਘਰਸ਼ਹੀਣ ਜਿਹੜੀ ਕੋਈ ਪਾਰਟੀ ਜਦੋਂ ਬਣ ਜੇ ਤਾਂ ਫਿਰ ਉਹ ਲੋਕਾਂ ਵਿੱਚ ਵਿਚਰ ਨਹੀਂ ਸਕਦੀ। ਸੋ ਅਕਾਲੀ ਦਲ ਹੁਣ ਇਸ ਰੂਪ ਵਿੱਚ ਵਿਚਰ ਨਹੀਂ ਸਕਦਾ। ਅੱਜ ਪਰ ਲੋੜ ਹੈ ਪੰਜਾਬ ਨੂੰ ਕਿ ਕੋਈ ਖੇਤਰੀ ਪਾਰਟੀ ਹੈ ਜਿਹੜੀ ਉਹ ਨੂੰ ਅੱਗੇ ਲਿਆਂਦਾ ਜਾਵੇ। ਅਕਾਲੀ ਦਲ ਨੂੰ ਬਚਾਉਣਾ ਜ਼ਰੂਰੀ ਹੈ, ਪਰ ਅਕਾਲੀ ਦਲ ਦੇ ਵਿੱਚ ਜਿਹੜੇ ਵਪਾਰੀ ਲੋਕ ਨੇਗੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਲੈ ਕੇ ਵਪਾਰ ਕਰਕੇ ਪੰਜਾਬ ਦਾ ਤੇ ਅਕਾਲੀ ਦਲ ਦਾ ਨੁਕਸਾਨ ਪਹੁੰਚਾਇਆ, ਸ਼੍ਰੋਮਣੀ ਕਮੇਟੀ ਦਾ ਨੁਕਸਾਨ ਪਹੁੰਚਾਇਆ, ਉਹਨਾਂ ਨੂੰ ਲਾਂਭੇ ਕਰਕੇ ਹੀ ਇਹ ਮੁੜ ਸਰਜੀਤ ਹੋ ਸਕਦਾ ਹੈ, ਹੋ ਸਕਦੀ ਤਾਂ ਹੀ ਸੰਭਵ ਹੈ ਜੀ। ਮਿੱਠੂ ਸਿੰਘ ਕਹਿੰਦੇ ਕਿ ਸਾਡੇ ਨਾਲ ਮੌਜੂਦ ਨੇ। ਮਿੱਠੂ ਸਿੰਘ ਨਾਲ ਅਸੀਂ ਗੱਲ ਕਰ ਰਹੇ ਸੀਗੇ, ਮਾਸਟਰ ਮਿੱਠੂ ਸਿੰਘ ਹੋਣਾ ਨਾਲ, ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਕਹਿ ਲਓ ਜਾਂ ਕੁਪ੍ਰਬੰਧ ਕਹਿ ਲਓ ਉਹ ਬਹੁਤ ਜ਼ਿਆਦਾ ਹਾਵੀ ਹੋ ਗਿਆ। ਸੋ ਅਸੀਂ ਹੁਣ ਅਸਲ ਸਵਾਲ ਵੱਲ ਆਉਣੇ ਆ ਮਿੱਠੂ ਸਿੰਘ ਜੀ ਨਾਲ ਕਿ ਕਹਿੰਦੇ ਕਿ ਸਾਹਿਬ ਇੱਕ ਦੱਸਿਓ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਭ੍ਰਿਸ਼ਟਾਚਾਰ ਦੀ, ਉਹ ਇਹਨਾਂ ਦੇ ਹੁਣ ਬਜਟਾਂ ਦੇ ਵਿੱਚ ਵੀ ਬੋਲਣ ਲੱਗ ਪਈ ਹੈ। ਇੱਕ ਇਹ ਜਦੋਂ ਗਲਿਆਰਾ ਸਕੀਮ ਸ਼ੁਰੂ ਹੋਈ ਹੈ ਜੀ, ਉਸ ਗਲਿਆਰਾ ਸਕੀਮ ਦੇ ਸੰਬੰਧ ਵਿੱਚ ਉਦੋਂ ਦੀ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀ ਮਾਇਆ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਸੀ ਔਰ ਉਹ ਜਿਹੜੀ ਮਾਇਆ ਸੀ ਉਹਨੂੰ ਕਿਸੇ ਬੈਂਕ 'ਚ ਰੱਖਿਆ ਗਿਆ ਸੀ। ਉਹਦਾ ਕਰੀਬ 16 ਜਾਂ 18 ਕਰੋੜ ਰੁਪਏ ਦੇ ਨੇੜੇ ਤੇੜੇ ਵਿਆਜ ਆਉਂਦਾ ਹੁੰਦਾ ਸੀ ਸਾਲਾਨਾ
ਔਰ ਉਹ ਵਿਆਜ ਹੁਣ ਅਸੀਂ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਉਹ ਬਜਟ ਦੇ ਵਿੱਚੋਂ ਗਾਇਬ ਹੋ ਗਿਆ ਜੀ। ਉਹ ਇੰਨੀ ਵੱਡੀ ਰਕਮ ਜਿਹੜੀ ਹੈ ਉਹ ਕਿੱਥੇ ਗਈ ਔਰ ਉਹਦਾ ਜਿਹੜਾ ਉਹ ਬਜਟ ਦੇ ਵਿੱਚ ਕੋਈ ਵੀ ਜ਼ਿਕਰ ਨਾ ਹੋਣਾ। ਔਰ ਤੁਸੀਂ ਵੀ ਮੈਂ ਸੁਣਿਆ ਨਹੀਂਗਾ ਕਿ ਸ਼ਾਇਦ ਤੁਸੀਂ ਕਦੇ ਇਸ ਬਾਰੇ ਕੋਈ ਜ਼ਿਕਰ ਕੀਤਾ ਹੋਵੇ ਇਹਨਾਂ ਨਾਲ, ਕਿਉਂਕਿ ਹਰੇਕ ਬਜਟ ਮੀਟਿੰਗ ਦੇ ਵਿੱਚ ਤੁਸੀਂ ਵੀ ਸ਼ਰੀਕ ਹੁੰਦੇ ਹੋ। ਇਹ ਕਿੱਥੇ ਗਿਆ ਜੀ ਪੈਸਾ? ਬਲਦੇਵ ਸਿੰਘ ਜੀ, ਤੁਸੀਂ ਬਚਤਾਂ ਸੰਬੰਧੀ ਸਵਾਲ ਜਿਹੜਾ ਉਠਾਇਆ ਇਹ ਬਹੁਤ ਮਤਲਬ ਵਿਚਾਰਨ ਦੀ ਲੋੜ ਅੱਜ ਜੀ। ਜੋ ਗਲਿਆਰਾ ਸਕੀਮ ਸੀਗੀ ਜੀ, ਇਹ ਤੋਂ ਵਿਆਜ ਆਉਂਦਾ ਸੀ 4 ਕਰੋੜ ਜੀ, ਤੇ ਜੋ ਟਰਸਟ ਫੰਡ ਹੈਗਾ ਉਹ ਤੋਂ ਵੀ ਵਿਆਜ ਆਉਂਦਾ ਸੀ 6-7 ਕਰੋੜ ਜੀ। ਇਸ ਤਰ੍ਹਾਂ ਜੋ ਜਰਨਲ ਬੋਰਡ ਫੰਡ ਹੈਗਾ ਉਹ ਤੋਂ ਵੀ ਵਿਆਜ ਆਉਂਦਾ ਸੀ 6-7 ਕਰੋੜ ਦੇ ਨੇੜੇ। ਤੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ 14-15 ਕਰੋੜ ਰੁਪਇਆ ਵਿਆਜ ਦਾ ਇੱਥੋਂ ਆਉਂਦਾ ਸੀਗਾ। ਤੇ ਜਥੇਦਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਵੇਲੇ ਤਾਂ 17-18 ਕਰੋੜ ਰੁਪਇਆ ਵਿਆਜ ਦਾ ਹੁੰਦਾ ਸੀ ਜੀ, ਕਿਉਂਕਿ ਉਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਵੇਲੇ ਕਿਹਾ ਮੈਨੂੰ ਪਤਾ ਲੱਗਿਆ ਵੀ 700 ਤੋਂ ਲੈ ਕੇ 800 ਕਰੋੜ ਤੱਕ ਦੀਆਂ ਬਚਤਾਂ ਸਨ ਜੀ। ਪਰ ਹੁਣ ਪਿਛਲੇ 10 ਸਾਲਾਂ ਵਿੱਚ ਇਹ ਵਿਆਜ ਆ ਜਿਹੜਾ ਘਟਦਾ 2023-24 ਦਾ ਜੋ ਅਸੀਂ ਬਜਟ ਪਾਸ ਕੀਤਾ ਹੈਗਾ ਉਸ ਬਜਟ ਵਿੱਚ ਵਿਆਜ ਖਤਮ ਹੋ ਚੁੱਕਾ ਹੈ। ਜਾਣੀ ਮੇਰਾ ਕਹਿਣ ਤੋਂ ਭਾਵ ਹੈ 550-600 ਕਰੋੜ ਰੁਪਏ ਦੀ ਇਹ ਰਕਮ ਬਣਦੀ ਹੈ, ਕਿਉਂਕਿ ਗਲਿਆਰਾ ਸਕੀਮ ਦੀ ਜਿਹੜੀ 4 ਕਰੋੜ ਜਿੱਥੋਂ ਆਉਂਦਾ ਸੀ ਉਹ ਵੀ 100 ਕਰੋੜ ਤੋਂ ਵੱਧ ਬਣਦੀ ਹੈ। ਤੇ ਬਾਕੀ ਟਰਸਟਾਂ ਵਿੱਚ ਜੋ ਬਚਤਾਂ ਪਈਆਂ ਸੀ, ਜੋ ਜਰਨਲ ਮਤਲਬ ਬੋਰਡ ਦੇ ਵਿੱਚ ਬਚਤਾਂ ਪਈਆਂ ਜਾਂ ਐ ਕਹ ਲਓ ਵੀ ਸ਼੍ਰੋਮਣੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਆ ਉਹਨਾਂ ਕੋਲ ਵੀ ਸੀਗੀਆਂ ਬਚਤਾਂ, ਉਹ ਸਾਰੀਆਂ ਖਤਮ ਹੋ ਗਈਆਂ। ਅਸੀਂ ਇਹ ਕਹਿ ਸਕਦੇ ਹਾਂ ਜੀ ਵੀ ਸਿਰਫ ਇਹ ਵਿਆਜ ਨਹੀਂ ਖਤਮ ਹੋਇਆ, ਆਂਡੇ ਦੇਣ ਵਾਲੀ ਮੁਰਗੀ ਜਿਹੜੀ ਆ ਉਹ ਅਸੀਂ ਮਾਰ ਕੇ ਖਾ ਲਈ ਹੈ। ਅਸੀਂ ਇਹੀ ਗੱਲ ਪੁੱਛੀ ਸੀ ਭੰਮ ਸਾਹਿਬ, ਅਸੀਂ ਇਹ ਸਵਾਲ ਉਠਾਇਆ ਸੀ ਵੀ ਸਾਨੂੰ ਐਂ ਤਾਂ ਦੱਸੋ ਵੀ ਬਚਤਾਂ ਕਿੱਧਰ ਗਈਆਂ, ਕੀ ਉਹਨਾਂ ਦੀ ਕੋਈ ਜ਼ਮੀਨ ਖਰੀਦ ਲਈ ਜੀ, ਉਹ ਕਿੱਧਰ ਬਚਤਾਂ ਕੀ ਤੁਸੀਂ ਵਰਤ ਲਈਆਂ, ਮੂਲ ਰਕਮ ਕਿੱਧਰ ਗਈ? ਸਭ ਤੋਂ ਪਹਿਲਾਂ ਤਾਂ ਇਹ ਆਉਂਦੇ ਨਾ ਮੂਲ ਰਕਮ ਕਿੱਥੇ ਹੈ? ਮੂਲ ਰਕਮ ਅਸੀਂ ਰਿਟਨ ਦੇ ਵਿੱਚ ਪੁੱਛਿਆ ਸੀ ਜੀ। ਤੇ ਜਦੋਂ ਹਰ ਬਜਟ ਪਿਛਲੇ 3 ਵਰ੍ਹਿਆਂ ਤੋਂ ਲੈ ਕੇ ਅਸੀਂ ਹਰ ਬਜਟ ਦੇ ਵਿੱਚ ਇਹ ਸਵਾਲ ਉਠਾਉਂਦੇ ਆ ਰਹੇ ਹਾਂ ਵੀ ਗਲਿਆਰਾ ਸਕੀਮ ਦਾ ਵਿਆਜ ਦੱਸੋ ਕਿੱਧਰ ਗਿਆ, ਦੂਸਰਾ ਵਿਆਜ ਹੈ ਜਿਹੜਾ ਉਹ ਅੱਜ ਸੂਦ ਕਿਉਂ ਨਹੀਂ ਆ ਰਿਹਾ, ਟਰਸਟ ਫੰਡ ਦਾ ਦੂਸਰੇ ਦਾ, ਐਡੀਆਂ ਵੱਡੀਆਂ ਰਕਮਾਂ ਕਿੱਧਰ ਗਈਆਂ? ਤਾਂ ਸਾਨੂੰ ਕੋਈ ਉੱਤਰ ਨਹੀਂ। ਜਾਣੀ ਕਹਿਣ ਤੋਂ ਭਾਵ ਇਹ ਹੈ ਅੱਜ ਸ਼ਾਇਦ ਇਸ ਦੁਨੀਆ ਦੇ ਉੱਤੇ 1-2 ਪ੍ਰਧਾਨ ਜੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਲੇ ਗਏ ਔਰ ਤਕਰੀਬਨ 4 ਪ੍ਰਧਾਨ ਨੇ ਜਿਹੜੇ ਇਸ ਵਕਤ ਜੀਵਤ ਨੇ, ਜਿਨ੍ਹਾਂ 'ਚ ਪ੍ਰੋਫੈਸਰ ਬਡੂੰਗਰ ਸਾਹਿਬ ਜੀ, ਬੀਬੀ ਜਗੀਰ ਕੌਰ ਜੀ, ਇਹ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਔਰ ਹਰਜਿੰਦਰ ਸਿੰਘ ਧਾਮੀ ਸਾਹਿਬ ਜੀ। ਇਹਨਾਂ ਦੇ ਪੀਰੀਅਡ ਦੇ ਵਿੱਚ ਹੀ ਇਹ ਬਚਤਾਂ ਜਿਹੜਾ ਇਹਦਾ ਵਿਆਜ ਘਟਦਾ ਅੱਜ ਇੱਥੇ ਤੱਕ ਆ ਗਿਆ ਜੀ। ਸੋ ਮੈਂ ਆਪਦੇ ਮੀਡੀਆ ਦੁਆਰਾ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਦੱਸੋ ਵਿਆਜ ਕਿੱਥੇ ਹੈ? ਅੱਛਾ, ਹੋਰ ਗੱਲ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਲੱਗਿਆ ਉਹ ਇਹ ਹੈ ਕਿ 2022-23 ਦਾ ਜਿਹੜਾ ਬਜਟ ਹੈ ਉਹਦੇ ਚ ਗੱਡੀਆਂ ਦਾ ਜਿਹੜਾ ਡੀਜ਼ਲ ਖਰਚ ਹੈ, ਹੈਰਾਨ ਹੋ ਜਾਓਗੇ ਤੁਸੀਂ ਵੀ ਡੀਜ਼ਲ ਖਰਚ ਗੱਡੀਆਂ ਦਾ ਇੰਨਾ। ਗੁਰਦੁਆਰਾ ਸਾਹਿਬਾਨਾਂ 'ਚ ਜਿਹੜੀਆਂ ਗੱਡੀਆਂ ਨੇਗੀਆਂ ਜਾਂ ਤਖਤ ਹਰਿਮੰਦਰ ਸਾਹਿਬ ਦੇ ਵਿਖੇ ਅਕਾਲ ਤਖਤ ਸਾਹਿਬ ਦੇ ਮਤਲਬ ਪ੍ਰਬੰਧ ਦੀ ਅਧੀਨ ਜਾਂ ਮਤਲਬ ਅਨੰਦਪੁਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਇਹ ਮਤਲਬ ਸਾਰੇ ਥਾਵਾਂ ਉੱਤੇ ਇਹ ਜਿਹੜੀਆਂ ਗੱਡੀਆਂ ਦਾ ਖਰਚਾ 9 ਕਰੋੜ ਸਾਲਾਨਾ ਤੋਂ ਵੱਧ ਹੈ। ਡੀਜ਼ਲ ਖਰਚ 9 ਕਰੋੜ ਸਾਲਾਨਾ ਡੀਜ਼ਲ ਤੋਂ ਵੱਧ ਖਰਚਾ ਅੱਜ ਚੱਲ ਰਿਹਾ ਹੈਗਾ, ਜਿਹੜਾ ਅਸੀਂ ਸਮਝਦੇ ਕਿ ਬਹੁਤ ਜ਼ਿਆਦਾ ਖਰਚਾ 9 ਕਰੋੜ ਰੁਪਈਆ। ਇੰਨਾ ਧਰਮ ਦਾ ਕਿਤੇ ਪ੍ਰਚਾਰ ਨਹੀਂ ਹੋ ਰਿਹਾ। ਹੋਰ ਦੇਖੋ ਵੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਸਾਡਾ ਦਫ਼ਤਰ ਹੈਗਾ ਔਰ ਸਾਰੀ ਮਤਲਬ 15-16 ਤੋਂ ਲੈ ਕੇ 20-22 ਕਿਲੋਮੀਟਰ ਤੱਕ ਦੇ ਜਿਹੜੇ ਗੁਰੂ ਘਰ ਨੇਗੇ, ਇਤਿਹਾਸਕ ਗੁਰਦੁਆਰੇ ਸਥਾਨ ਨੇਗੇ, ਉਹਨਾਂ ਦੀ ਗਿਣਤੀ ਹੈ 9 ਦੇ ਨੇੜੇ ਤੇੜੇ। ਉਹਨਾਂ ਦੇ ਵਿੱਚ ਵੀ 55 ਲੱਖ ਦਾ ਜਿਹੜਾ ਡੀਜ਼ਲ ਹੈ ਜਿਹੜਾ ਵਰਤਿਆ ਗਿਆ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਗੱਡੀਆਂ ਦੀ ਵਰਤੋਂ ਕੀਤੀ 1 ਕਰੋੜ 10 ਲੱਖ ਰੁਪਈਆ ਤੇਲ ਹੈ ਜਿਹੜਾ 1 ਸਾਲ ਦਾ ਉਹ ਉੱਥੇ ਗੱਡੀਆਂ ਵਿੱਚ ਪਾਇਆ ਗਿਆ। ਇਹ ਤੋਂ ਇਲਾਵਾ ਗੱਡੀਆਂ ਦੀ ਮੁਰੰਮਤ ਦਾ ਵੀ 4-5 ਕਰੋੜ ਰੁਪਈਆ, ਨਵੀਆਂ ਗੱਡੀਆਂ ਖਰੀਦਣ ਦਾ ਵੀ 3 ਕਰੋੜ ਰੁਪਏ ਤੋਂ ਵੱਧ ਖਰਚਾ ਜਿਹੜਾ ਬਜਟ ਦੇ ਵਿੱਚ 22-23 ਦੇ ਵਿੱਚ ਪਾਇਆ ਗਿਆ। ਇਹ ਦੂਜੀ ਗੱਲ ਮੁਕੱਦਮਿਆਂ ਦੇ ਵਿੱਚ ਪੋਜੀਸ਼ਨ ਅੱਜ ਇਹ ਚੱਲ ਰਹੀ ਹੈ ਵੀ ਇੱਕ ਗੁਰਦੁਆਰਾ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ ਜੀ, ਜੁਡੀਸ਼ੀਅਲ ਕਮਿਸ਼ਨ ਨੂੰ 1.25 ਕਰੋੜ ਰੁਪਏ ਸਾਲਾਨਾ ਘੱਟੋ ਘੱਟ ਹੈ ਜਿਹੜਾ ਉਹ ਬਜਟ ਵਿੱਚ ਆ ਰਿਹਾ ਹੈ
ਵੀ ਲਗਾਤਾਰ ਹਰ ਵਰੇ 1.25 ਕਰੋੜ ਰੁਪਈਆ ਜਿਹੜਾ ਹੈਗਾ ਉਹ ਖਰਚਾ ਜਿਹੜਾ ਬਜਟ ਵਿੱਚ ਉਹ ਕਮਿਸ਼ਨ ਤੇ ਕੀਤਾ ਕਮਿਸ਼ਨ। ਉਹ ਤੋਂ ਇਲਾਵਾ ਜਿਹੜੇ ਮੁਕੱਦਮੇ ਚੱਲਦੇ ਨੇ ਅਦਾਲਤਾਂ ਦੇ ਵਿੱਚ 2 ਕਰੋੜ ਤੋਂ ਵੱਧ ਉਹ ਆ ਰਿਹਾ, ਯਾਨੀ 4 ਸਾਲਾਂ ਵਿੱਚ 13 ਕਰੋੜ ਰੁਪਈਆ ਜਿਹੜਾ ਆਹ ਬਜਟ 22-23 ਦਾ ਬਜਟ ਹੈ ਇਹਦੇ ਵਿੱਚ ਪਿਛਲੇ 4 ਸਾਲਾਂ ਤੋਂ ਲੈ ਕੇ ਇਹ ਜੋ ਮੁਕੱਦਮਾ ਖਰਚ ਹੈ ਗਏ ਜਿਹੜਾ ਕੋਰਟਾਂ ਦੇ ਖਰਚ ਨੇਗੇ ਉਹ 13 ਕਰੋੜ ਰੁਪਈਆ ਪਾਏ ਗਏ। ਤੁਸੀਂ ਦੇਖੋ ਜਦੋਂ ਇੱਕ ਕੇਸ ਸ਼ੁਰੂ ਹੋ ਗਿਆ ਜ਼ਮੀਨ ਦਾ ਕੇਸ ਆ ਉਹ ਘੱਟੋ ਘੱਟ 15-20 ਸਾਲ ਇੱਕ ਥਾਂ ਹੀ ਚੱਲੀ ਜਾਂਦੇ ਨੇ। ਉਹ ਅਜਿਹੀ ਕਿਹੜੀ ਲੋੜ ਪੈ ਰਹੀ ਹੈ ਵੀ ਜਿਹੜੇ ਇਹਨਾਂ ਨੂੰ ਵਾਰ-ਵਾਰ ਵਕੀਲ ਕਰਨੇ ਪੈ ਰਹੇ ਨੇਗੇ। ਹਰ ਸਾਲ 2 ਕਰੋੜ ਰੁਪਏ ਦਾ ਇਹ ਮਤਲਬ ਵਕੀਲਾਂ ਤੇ ਖਰਚ ਕਰ ਰਹੇ ਨੇਗੇ, ਉਹ ਹਰ ਸਾਲ ਹੀ ਕੀਤਾ ਜਾ ਰਿਹਾ। ਜਿਹੜੀ ਫੀਸ ਆ ਉਹ ਤਾਂ ਕੇਸ ਦੀ ਹੁੰਦੀ ਹੈ, ਕੋਈ ਸਾਲਾਨਾ ਜਾਂ ਮਹੀਨਾਵਾਰ ਫੀਸ ਤਾਂ ਨਹੀਂ ਹੁੰਦੀ ਉਹ 'ਚ। ਫਿਰ ਦੇਖੋ ਵੀ ਮੈਂ ਜਿਸ ਤੱਕ ਮੇਰੀ ਪੜਤਾਲ ਹੈ ਉਹ ਪੜਤਾਲ ਇਹ ਹੈ ਵੀ ਉੱਥੇ ਜੋ ਪੈਨਲ ਬਣਾਇਆ ਜਾਂਦਾ ਹੈਗਾ, ਜੋ ਵਕੀਲ ਸਾਹਿਬਾਨ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸ ਲੜਦੇ ਆ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਸਕੱਤਰ ਵਗੈਰਾ ਜਿਹੜੇ ਕੋਰਟ ਨੂੰ ਡੀਲ ਕਰਨ ਵਾਲੇ ਨੇਗੇ ਉਹਨਾਂ ਤੋਂ ਪਰਾਂ ਹੀ ਜਿਹੜਾ ਹੈਗਾ ਸਾਰਾ ਗੱਲਾਂ ਤੈਅ ਹੋ ਰਹੀਆਂ ਨੇਗੀਆਂ। ਤੇ ਬਹੁਤ ਹੀ ਇਹਦੇ 'ਚ ਕਈ ਕਿਸਮ ਦੀ ਗੱਲ ਵੀ ਚੱਲ ਰਹੀ ਹੈ ਵੀ ਇਹਦੇ 'ਚ ਮਤਲਬ ਹੈ ਜਿਹੜਾ ਪੈਸਾ ਜਿਹੜਾ ਕਿਵੇਂ ਇਹਦੀ ਦੁਰਵਰਤੋਂ ਹੋ ਰਹੀ ਹੈਗੀ। ਇਸ ਤੋਂ ਇਲਾਵਾ ਤੁਸੀਂ ਮਤਲਬ ਮੁਕੱਦਮਿਆਂ ਤੋਂ ਤੇ ਡੀਜ਼ਲ ਦੇ ਖਰਚੇ ਤੇ ਹੋਰ ਬੜੇ ਖਰਚੇ ਨੇਗੇ ਜੀ। ਹੋਰ ਖਰਚੇ ਇਹ ਨੇ, ਇੱਕ ਤਾਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਗਿਆ ਜੀ। ਉਸ ਦੇ ਵਿੱਚ ਮਤਲਬ ਬੇਤਹਾਸ਼ਾ ਖਰਚੇ ਵੀ ਆਏ। ਟੈਂਟ ਦਾ ਖਰਚੇ ਦਾ ਬੜਾ ਰੌਲਾ ਪਿਆ, 12.5 ਕਰੋੜ ਰੁਪਏ ਦਾ ਟੈਂਟ। ਬਿਲਕੁਲ। ਤੇ ਫਿਰ ਵੀ ਉੱਥੇ ਇਹ ਕਿਉਂਕਿ ਨਗਰ ਕੀਰਤਨ ਸਾਰੇ ਪੰਜਾਬ ਦੇ ਵਿੱਚ ਕੱਢਿਆ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ, ਤਾਂ ਉਹ ਨਗਰ ਕੀਰਤਨ ਦੀ ਜੋ 13 ਕਰੋੜ ਦੇ ਨੇੜੇ ਤੇੜ ਜਿਹੜੀ ਹੈਗੀ ਆਮਦਨ ਬਚੀ ਸੀਗੀ ਜੀ। ਤੇ ਜਥੇਦਾਰ ਤੋਤਾ ਸਿੰਘ ਜੀ ਜੋ ਹੁਣ ਦੁਨੀਆ ਤੇ ਨਹੀਂ ਰਹੇ, ਉਹਨਾਂ ਨੇ ਐਜੂਕੇਸ਼ਨ ਸਬ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਰਿਪੋਰਟ ਕੀਤੀ ਸੀ ਵੀ 13 ਕਰੋੜ ਰੁਪਇਆ ਬਚਿਆ ਤੇ ਇਹ 13 ਕਰੋੜ ਨੂੰ ਮੈਂ ਵਰਤਣ ਨਹੀਂ ਦਿੱਤਾ। ਇਹ ਗੱਲ ਕਹੀ ਹੈ ਵੀ ਇਹ 13 ਕਰੋੜ ਰੁਪਇਆ ਐਜੂਕੇਸ਼ਨ ਡਿਪਾਰਟਮੈਂਟ ਨੂੰ ਖਰਚਿਆ ਜਾਵੇ, ਇਹਦੀ ਇਕਵਿਪਮੈਂਟ ਇਹਦਾ ਜਿਹੜਾ ਸੁਧਾਰ ਕਰਨ ਵਾਸਤੇ ਸਟਰਕਚਰ ਬਿਲਡ ਕਰਨ ਵਾਸਤੇ ਪੈਸਾ ਆਪਾਂ ਇੱਧਰ ਲਾਉਣਾ ਹੈਗਾ। ਉਹ ਪੈਸਾ ਕਿਸੇ ਬਜਟ ਵਿੱਚ ਨਹੀਂ ਆਇਆ। 13 ਕਰੋੜ ਰੁਪਇਆ ਉਹ ਕਿੱਧਰ ਗਿਆ? ਹਾਂਜੀ, ਕਿੱਧਰ ਨਹੀਂ ਗਿਆ? ਕੋਈ ਸਾਡਾ SGPC ਮੈਂਬਰ ਆ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਸੁਚੇਤ ਨਹੀਂ ਹੈ। ਬਜਟ ਕੋਈ ਪੜ੍ਹ ਨਹੀਂ ਰਿਹਾ। ਹੈਰਾਨੀ ਦੀ ਗੱਲ ਇਹ ਹੈ ਭਾਮਾ ਸਾਹਿਬ, ਜਦੋਂ ਮੈਂ ਐਤਕੀ ਬਜਟ ਬਾਰੇ ਬੋਲਣਾ ਆਰੰਭ ਕੀਤਾ ਵੀ ਮੈਂ ਕਿਹਾ ਮੈਂ ਬਜਟ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨੀ। ਬਜਟ ਇਹ ਗੱਲ ਦਰਸਾਉਂਦਾ ਹੈਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆਮਦਨ ਹੈ ਉਹ ਦਿਨੋਂ ਦਿਨ ਵਧ ਰਹੀ ਹੈ। ਜਾਣੀ ਮੈਂ ਉਹਨਾਂ ਨੂੰ ਦੱਸਿਆ ਅੰਕੜੇ ਦੇ ਕੇ ਕਿ ਸਾਲਾਨਾ ਬਜਟ ਜਿਹੜਾ 2021 ਦਾ ਸੀ ਉਹਦੇ 'ਚ ਗੁਰੂ ਘਰਾਂ ਵੱਲੋਂ ਬਜਟ ਵਿੱਚ ਜਿਹੜੀ ਰਕਮ ਆਈ ਸੀ ਉਹ 494 ਕਰੋੜ ਆਈ ਸੀ। ਉਹ ਬਜਟ ਜਿਹੜਾ ਸੀਗਾ ਉਹ 25 ਕਰੋੜ ਦੇ ਘਾਟੇ ਦਾ ਸੀ, 25 ਕਰੋੜ 30 ਲੱਖ ਦੇ ਘਾਟੇ ਦਾ ਸੀਗਾ। ਉਦੋਂ ਅਗਲਾ ਵਰ੍ਹਾ ਆ ਗਿਆ। ਅਗਲੇ ਵਰ੍ਹੇ ਦੇ ਵਿੱਚ 208 ਕਰੋੜ ਹੋਰ ਆਮਦਨ ਵੱਧ ਗਈ। ਜਾਣੀ ਆਮਦਨ ਤਾਂ ਜਿਹੜੀ ਰਕਮ ਜਿਹੜੀ ਆਈ ਗੁਰਦੁਆਰਿਆਂ ਵੱਲੋਂ ਬਜਟ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਈ ਉਹ ਤਾਂ ਆਈ 702 ਕਰੋੜ, ਪਰ ਘਾਟਾ ਬਜਟ ਦਾ ਜਿੱਥੇ ਪਹਿਲਾਂ 25 ਸੀ ਉਹ 35 ਕਰੋੜ ਹੋ ਗਿਆ। ਤਾਂ ਆਹ ਦੇਖੋ ਜੋ ਹੁਣ 23-24 ਦਾ ਬਜਟ ਹੈ, 23-24 ਦੇ ਬਜਟ ਤੱਕ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਤਕਰੀਬਨ ਲਗਭਗ ਪੈਸਾ ਆਏਗਾ ਉਹ 410-12 ਕਰੋੜ ਰੁਪਈਆ ਵਾਧੇ ਦਾ ਆ ਗਿਆ। ਹਰ ਸਾਲ ਜਾਨੀ 100 ਕਰੋੜ 200 ਕਰੋੜ ਰੁਪਈਆ ਵੱਧ ਆਇਆ ਜੀ। ਤੇ ਇੱਥੇ ਵੀ ਐ ਕਹਿ ਲਈਏ ਕਿ ਘਾਟਾ ਜਿਹੜਾ ਬਜਟ ਦਾ ਉਹ 32 ਕਰੋੜ ਦਾ। ਮੈਂ ਸਵਾਲ ਕੀਤਾ ਪ੍ਰਧਾਨ ਸਾਹਿਬ ਨੂੰ ਤੇ ਹਾਊਸ ਨੂੰ ਵੀ ਦੱਸੋ ਫਿਰ ਘਾਟੇ ਕਿਉਂ, ਬਜਟ ਘਾਟੇ ਵਾਲੇ ਕਿਉਂ? ਬਜਟ ਨੇ ਜਿਹੜੇ ਪਿਛਲੇ 4 ਸਾਲਾਂ ਤੋਂ ਲੈ ਕੇ ਆਪਣੇ ਘਾਟੇ ਵੱਲ ਚੱਲ ਰਹੇ ਨੇ। ਤੇ ਮੈਨੂੰ ਪ੍ਰਧਾਨ ਸਾਹਿਬ ਜੀ ਨੇ ਇਹ ਗੱਲ ਕਹੀ ਕਿ ਕਾਨੇ ਕੇ ਸਾਹਿਬ ਦੱਸੋ ਘਾਟੇ ਵਾਲਾ ਬਜਟ ਕਿਵੇਂ ਹੋਇਆ। ਜਾਣੀ ਮੈਂ ਜਦੋਂ ਦੱਸਿਆ ਮੈਂ ਮਹਿਸੂਸ ਕੀਤਾ, ਜਾਣੀ ਉਹ ਆਨ ਦੀ ਰਿਕਾਰਡ ਹੈਗੀ, ਉਹ ਸੋਸ਼ਲ ਮੀਡੀਆ ਤੇ ਮੇਰੀ ਸਪੀਚ ਹੈ ਜਿਹੜੀ ਹਰ ਕੋਈ ਚੱਕ ਕੇ ਦੇਖ ਸਕਦਾ ਹੈਗਾ ਬਜਟ ਦੇ ਵਿੱਚ। ਜਾਣੀ ਉੱਥੋਂ ਇਹ ਗੱਲ ਸ਼ੋਅ ਹੁੰਦੀ ਹੈ ਕਿ ਪ੍ਰਧਾਨ ਸਾਹਿਬ ਨੇ ਵੀ ਬਜਟ ਹੈ ਜਿਹੜਾ ਸਮਾਰ ਕੇ ਨਹੀਂ ਪੜ੍ਹਿਆ ਸੀਗਾ। ਤੇ ਜਿਹੜਾ ਬਜਟ ਹੁੰਦਾ ਹੈਗਾ ਉਹ ਇੱਕ ਸਬ ਕਮੇਟੀ ਬਣਾਉਂਦੀ ਹੈ,
ਉਹ ਸਬ ਕਮੇਟੀ ਪ੍ਰਧਾਨ ਕਹਿੰਦਾ ਵੀ ਆਹ 3 ਮੈਂਬਰੀ ਸਬ ਕਮੇਟੀ ਹੈ, ਉਹਦੇ ਨਾਲ ਅਧਿਕਾਰੀਆਂ ਨੂੰ ਜੋੜ ਦਿੱਤਾ ਜਾਂਦਾ ਤੇ ਉਹ ਰਲ ਕੇ ਇੱਕ ਬਜਟ ਬਣਾਉਂਦੇ ਆ ਤੇ ਬਜਟ ਜਿਹੜਾ ਹੈਗਾ ਉਹ ਸਬ ਕਮੇਟੀ ਵੱਲੋਂ ਉਹ ਐਗਜ਼ੈਕਟਿਵ ਵਿੱਚ ਪਹਿਲਾਂ ਪਾਸ ਕਰਨਾ ਚਾਹੀਦਾ ਹੁੰਦਾ ਆਇਆ, ਪਹਿਲਾਂ ਬਜਟ ਐਗਜ਼ੈਕਟਿਵ ਵਿੱਚ ਪਾਸ ਹੁੰਦਾ ਇਹ ਚੱਕ ਕੇ ਸਿੱਧੇ ਹੀ ਲਿਆ ਕੇ ਮਤਲਬ ਅਜਲਾਸ ਦੇ ਵਿੱਚ ਪਾਸ ਕਰਾ ਦੇਣਗੇ। ਇਹਦੇ ਵਿੱਚ ਇਹਨਾਂ ਦੀ ਇੱਕ ਬੇਈਮਾਨੀ ਹੁੰਦੀ ਹੈ ਕਿ ਕੋਈ ਕਿਸੇ ਨੂੰ ਇਹ ਨਾ ਪਤਾ ਲੱਗ ਜੇ ਵੀ ਖਰਚੇ ਕਿੰਨੇ ਨੇ, ਕਿਸੇ ਨੂੰ ਇਹ ਪਤਾ ਲੱਗ ਜੇ ਵੀ ਇਹਦੇ ਵਿੱਚ ਬੋਕਸ ਐਂਟਰੀਆਂ ਕਿੰਨੀਆਂ ਨੇ। ਸੋ ਬਜਟ ਉੱਤੇ ਬਹਿਸ ਹੀ ਨਹੀਂ ਕਰਦੇ ਹਨ ਇਹ, ਤੇ ਸਾਨੂੰ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਬਜਟ ਨਹੀਂ ਉੱਥੇ ਬਜਟ ਇਜਲਾਸ ਦੇ ਵਿੱਚ ਪਾਸ ਕੀਤਾ ਜਾਂਦਾ, ਇੱਕ ਸਪੀਚ ਹੁੰਦੀ ਹੈ ਜਨਰਲ ਸਕੱਤਰ ਵੱਲੋਂ ਪੜ੍ਹੀ ਜਾਂਦੀ ਆ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੇ ਸੋਲੇ ਗਾਏ ਹੁੰਦੇ ਨਾ, ਇਸ ਤੋਂ ਵੱਧ ਕੁਝ ਨਹੀਂ। ਬਜਟ ਨਾਲ ਕੋਈ ਰਿਲੇਟਡ ਗੱਲ ਨਹੀਂ ਹੁੰਦੀ। ਅਸੀਂ ਐਤਕੀ ਇਹ ਗੱਲ ਵੀ ਮੰਗ ਕੀਤੀ ਸੀ ਵੀ ਬਜਟ 2 ਦਿਨ ਦਾ ਹੋਣਾ ਚਾਹੀਦਾ ਜੀ। ਮਾਸਟਰ ਮਿੱਠੂ ਸਿੰਘ ਜੀ, ਤੁਸੀਂ ਗੱਲ ਕਰ ਰਹੇ ਸੀ ਕਿ 1925 ਦੇ ਐਕਟ ਦੇ ਵਿੱਚ ਕੀ ਕੁਝ ਤੁਸੀਂ ਉਹਦੇ ਚ ਹੁਣ ਤੱਕ ਜਿਹੜੀਆਂ ਉਨਤਾਈਆਂ ਵੇਖੀਆਂ ਜਿਹੜੀਆਂ ਇਹਨਾਂ ਵੱਲੋਂ ਉਸ ਐਕਟ ਤੋਂ ਬਾਹਰ ਜਾ ਕੇ ਕੀਤੀਆਂ ਜਾ ਰਹੀਆਂ? ਬਲਦੇਵ ਸਿੰਘ ਜੀ, 1925 ਦਾ ਜਿਹੜਾ ਐਕਟ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਜੀ, ਉਸ ਮੁਤਾਬਕ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਚਲਾਉਣ ਦੀ ਇੱਕ ਵਿਵਸਥਾ ਬਣਾਈ ਗਈ ਹੈ ਜੀ। ਉਹਦੇ ਵਿੱਚ ਗੁਰੂ ਘਰਾਂ ਦੇ ਵਿੱਚੋਂ ਆਮਦਨ ਦੇ ਵਿੱਚੋਂ ਇਹ ਤੈਅ ਕੀਤਾ ਗਿਆ ਹੈ ਕਿ ਕਿੰਨੇ % ਐਜੂਕੇਸ਼ਨ ਫੰਡ ਲੈਣਾ ਤੁਸੀਂ, ਕਿੰਨੇ % ਜਾਨੀ ਦਸਵੰਧ ਲੈਣਾ ਹੈਗਾ, ਤੇ ਕਿੰਨੇ % ਤੁਸੀਂ ਟਰਸਟ ਬੋਰਡਾਂ ਲਈ ਫੰਡ ਲੈਣਾ ਹੈਗਾ, ਕਿੰਨੇ % ਤੁਸੀਂ ਜਨਰਲ ਬੋਰਡ ਫੰਡ ਲਈ ਨਹੀਂ ਲੈਣਾ। ਕਿਹਦੇ ਤੋਂ? ਗੁਰਦੁਆਰਿਆਂ ਦੇ ਆਮਦਨ ਦੇ ਵਿੱਚੋਂ ਖਰਚ ਕਰਨਾ ਜਿਹੜਾ ਆਮਦਨ ਚ ਲੈਣਾ। ਉਹਦੇ ਮੁਤਾਬਕ ਬਜਟ ਹੈ ਜਿਹੜਾ ਫਿਰ ਤਿਆਰ ਕੀਤਾ ਜਾਂਦਾ ਹੈਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਤੱਕ ਦੇ ਜਿੰਨੇ ਬਜਟ ਸਾਡੇ ਸਾਹਮਣੇ ਆਏ ਨੇਗੇ ਉਸ ਐਕਟ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਜਾਂਦੀ। ਜਾਣੀ ਇੱਕ ਗੁਰੂ ਘਰ ਦੇ ਵਿੱਚੋਂ ਜਿੱਥੇ 38% ਤੋਂ ਤੱਕ ਫੰਡ ਹੈ ਜਿਹੜਾ ਉਹ ਗੁਰੂ ਘਰਾਂ ਦੇ ਵਿੱਚੋਂ ਆਮਦਨ ਚੋਂ 38% ਹੈ ਜਿਹੜਾ ਉਹ ਲਿਆ ਜਾ ਸਕਦਾ ਹੈ। ਅੱਛਾ। ਪਰ ਇਹ ਘੱਟੋ ਘੱਟ 52% ਤੱਕ ਲੈ ਰਹੇ ਨੇਗੇ। ਇਸ ਕਰਕੇ ਗੁਰੂ ਘਰਾਂ ਦੇ ਵਿੱਚ ਜਿਹੜੇ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਨੇਗੇ ਵੱਖ-ਵੱਖ ਗੁਰੂ ਘਰ, ਇਤਿਹਾਸਕ ਗੁਰੂ ਘਰ ਨਾਲ, ਉਹਨਾਂ ਵਿੱਚ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਤਾਂ ਕੋਈ ਸੇਵਾ ਚੱਲ ਰਹੀ ਹੋਵੇ ਕਿਸੇ ਕਹਿ ਸਕਦੇ ਹਾਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਸਥਾਨ ਦੇ ਵਿੱਚ ਕੋਈ ਇੱਥੋਂ ਤੱਕ ਵਾਸ਼ਰੂਮ ਤੱਕ ਜਾਂ ਕੋਈ ਕਮਰਾ ਸਾਰਨ ਤੱਕ ਦੀ ਸੇਵਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਨਹੀਂ ਨਿਭਾਈ ਜਾਂਦੀ। ਕਾਰਨ ਤਾਂ ਇਹੀ ਹੈ ਵੀ ਉਹਨਾਂ ਕੋਲੇ ਉਹਨਾਂ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਤਨਖਾਹ ਦੇਣ ਜੋਕਰਾ ਫੰਡ ਹੀ ਜਿਹੜਾ ਇਹ ਬਾਕੀ ਛੱਡ ਦੇਣਗੇ ਤੇ ਬਾਕੀ ਫੰਡ ਹੈ ਜਿਹੜਾ ਸਾਰਾ ਲੈ ਜਾਂਦਾ। ਹਾਲਾਂਕਿ ਇਹ 6% ਫੰਡ ਹੈ ਜਿਹੜਾ ਰਿਜ਼ਰਵ, 50% ਉਸ ਗੁਰਦੁਆਰਾ ਸਥਾਨ ਦਾ ਪ੍ਰਬੰਧ ਲਈ ਹੁੰਦਾ ਤੇ 6% ਰਿਜ਼ਰਵ ਤੇ 5% ਜਿਹੜਾ ਫੰਡ ਹੁੰਦਾ ਹੈਗਾ ਉਹ ਗੁਰਦੁਆਰੇ ਦੀ ਉન્નਤੀ ਤੇ ਤਰੱਕੀ ਲਈ, ਵਿਕਾਸ ਲਈ। ਕੁੱਲ 61% ਹੈ ਜਿਹੜਾ ਘੱਟੋ ਘੱਟ ਫੰਡ ਹੈ ਜਿਹੜਾ ਉਹ ਗੁਰੂ ਘਰ ਦੇ ਵਿੱਚ ਰਹਿਣਾ ਚਾਹੀਦਾ ਹੈਗਾ, 61% ਦੇ ਨੇੜੇ ਤੇ। ਪਰ ਹੁਣ ਰਹਿ ਉਹਨਾਂ ਕੋਲੇ 50% ਵੀ ਨਹੀਂ ਰਿਹਾ। ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਬਜਟ ਤਿਆਰ ਕੀਤਾ ਜਾਂਦਾ ਇਹ ਨਿਯਮਾਂ ਤੋਂ ਉਲਟ ਜਾ ਕੇ ਕੀਤਾ ਜਾ ਰਿਹਾ ਹੈ। ਇਹ ਅਸੀਂ ਜਦੋਂ ਪਹਿਲਾਂ ਅੱਜ ਤੋਂ 3 ਵਰ੍ਹੇ ਪਹਿਲਾਂ ਇਹ ਸਵਾਲ ਉਠਾਇਆ ਵੀ ਇਹ ਬਜਟ ਨੇ ਜਿਹੜੇ ਨੰਬਰ 1 ਬੋਗਸ ਹੈ ਜੀ, ਉਹ ਬਜਟ ਬਾਕੀ ਐਂਟਰੀਆਂ ਉਹਦੀਆਂ ਗਲਤ ਸੀਗੀਆਂ, ਉਹ ਸੀਗਾ ਬੋਗਸ। ਨੰਬਰ 2 ਅਸੀਂ ਕਿਹਾ ਸੀ ਇਹ ਐਕਟ ਮੁਤਾਬਕ ਨਹੀਂ ਬਣਿਆ ਵੀ ਇਦੋਂ ਪਹਿਲਾਂ ਜਿਹੜੇ ਬਜਟ ਸਰਦਾਰ ਅਵਤਾਰ ਸਿੰਘ ਮੱਕੜ ਜੀ ਬੜੇ ਜਾਂ ਉਦੋਂ ਬਾਅਦ 3 ਸਾਲ ਬਾਅਦ ਤੱਕ ਜਿੰਨੇ ਵੀ ਬਜਟ ਬਣੇ ਉਹ ਸਾਰੇ ਬੋਗਸ ਨੇ ਜੀ। ਇਹ ਤੁਸੀਂ ਬੋਗਸ ਐਂਟਰੀਆਂ ਦੀ ਗੱਲ ਕਰਦੇ ਹੋ, ਬੋਗਸ ਐਂਟਰੀ ਕਿਵੇਂ, ਕਿਸ ਚੀਜ਼ ਦੀ ਐਂਟਰੀ ਬੋਗਸ ਕਰ ਜਾਂਦੇ? ਦੇਖੋ ਜੀ, ਸਰਦਾਰ ਅਵਤਾਰ ਸਿੰਘ ਮੱਕੜ ਜੀ ਨੇ 2014-15 ਦਾ ਬਜਟ ਪਾਸ ਕੀਤਾ ਹੈਗਾ, 12.5 ਅਰਬ ਰੁਪਏ ਦੀ ਆਮਦਨ ਸ਼ੋਅ ਕੀਤੀ ਹੈ ਤੇ 12.5 ਅਰਬ ਤਾਂ ਹਜੇ ਤੱਕ ਵੀ ਨਹੀਂ ਹੋਇਆ। ਹੁਣ ਵੀ 11 ਅਰਬ ਤੇ ਗੱਲ ਖੜੀ ਹੈ। 12.5 ਅਰਬ ਤਾਂ ਹਾਲਾਂਕਿ ਹੁਣ ਗੁਰੂ ਘਰਾਂ ਦੇ ਵਿੱਚ ਹਰ ਸਾਲ 100 ਕਰੋੜ 200 ਕਰੋੜ ਰੁਪਇਆ ਜਿਹੜਾ ਹੈ ਗੁਰੂ ਘਰਾਂ ਵੱਲੋਂ ਰਕਮ ਹਰ ਸਾਲ ਆ ਰਹੀ ਹੈ। ਪਰ ਅੱਜ ਤੋਂ 10 ਵਰ੍ਹੇ ਪਹਿਲਾਂ ਤਾਂ ਇਹ ਆਮਦਨ ਬਹੁਤ ਘੱਟ ਸੀਗੀ। ਪਰ ਇੱਥੇ ਮੇਰਾ ਇੱਕ ਸਵਾਲ ਹੈ ਛੋਟਾ ਜਿਹਾ ਵੀ ਆਮਦਨ ਨੂੰ ਘਟਾ ਕੇ ਦੱਸਣਾ ਤਾਂ ਫਾਇਦੇ ਵਾਲੀ ਗੱਲ ਹੋ ਸਕਦੀ ਹੈ, ਜਿਹੜਾ ਵਧਾ ਕੇ ਦੱਸਣਾ ਹੈ ਜਿਹੜਾ ਉਹਨੂੰ ਫਿਰ ਸਾਬਤ ਕਿਵੇਂ ਕਰਨਗੇ ਜੀ? ਉਹ ਪੈਸੇ ਕਿੱਥੋਂ ਲਿਆਉਣਗੇ? ਜੇ ਇਹਦਾ ਕੋਈ ਆਡਿਟ ਹੋਵੇ, ਜੇ ਇਹਦਾ ਸਰਕਾਰੀ ਆਡਿਟ ਹੋਵੇ ਤਾਂ ਪਤਾ ਲੱਗੇ, ਜਾਂ ਇਹਦੀ ਕੋਈ ਪੜਤਾਲ ਹੋਵੇ ਤਾਂ ਇਹ ਪਤਾ ਲੱਗੇ ਵੀ ਕਿੰਨਾ ਬੋਗਸ ਹੈ। ਇਹ ਮੈਂ ਅੱਜ ਦਾਅਵੇ ਨਾਲ ਕਹਿ ਸਕਦਾ ਵੀ ਜਿਹੜਾ ਸਰਦਾਰ ਅਵਤਾਰ ਸਿੰਘ ਮੱਕੜ ਜੀ ਨੇ ਜਿਹੜਾ ਉਹ ਬਜਟ
ਜਿਹਦੇ 'ਚ ਬੱਲੇ ਬੱਲੇ ਉਹਨੇ ਖੱਟੀ ਸੀ ਵੀ 12.5 ਅਰਬ ਦਾ ਬਜਟ ਹੈ, ਕੋਈ ਕਹਿਣ ਲੱਗ ਗਿਆ ਸਰਕਾਰ ਦੇ ਬਜਟ ਤੋਂ ਵੱਡਾ ਬਜਟ ਹੈ ਜੀ ਇਹ ਜਾਂ ਉਹ ਬਹੁਤ ਉਹਨਾਂ ਨੇ ਆਪਦਾ ਪ੍ਰਚਾਰ ਕੀਤਾ ਸੀਗਾ। ਉਹ ਸਿੱਖ ਕੌਮ ਦੇ ਅੱਖਾਂ ਵਿੱਚ ਘੱਟਾ ਹੀ ਪਾਇਆ। ਤੇ ਫਿਰ ਜੇ ਉਹਦੀ ਪੜਤਾਲ ਹੁਣ ਹੋ ਜੇ ਵੀ ਜੇ 19 ਤੁਸੀਂ 12.5 ਅਰਬ ਦੀ ਤੁਹਾਡੇ ਕੋਲ ਆਮਦਨ ਸੀ ਤੇ 12.5 ਅਰਬ ਦੀ ਤੁਹਾਡੇ ਕੋਲ ਤੁਸੀਂ ਖਰਚ ਸ਼ੁਰੂ ਕਰਤਾ, ਆਮਦਨ ਤੇ ਖਰਚ ਬਜਟ ਬਰਾਬਰ ਕਰਕੇ ਰੱਖਤਾ, ਫਿਰ ਇਹ ਗੱਲ ਆਉਂਦੀ ਹੈ ਕਿ ਇਹ ਬਜਟ ਦੇ ਵਿੱਚ ਜਿਹੜੀਆਂ ਰਕਮਾਂ ਰੱਖ ਕੇ ਜਿੰਨੇ ਖਰਚੇ ਰੱਖ ਰਹੇ ਨੇ ਉਹ ਵੀ ਬੇਤਹਾਸ਼ਾ ਕਰ ਰਹੇ ਨੇ। ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਹੁਣ ਤੱਕ ਦੇ ਪ੍ਰਧਾਨ ਨੇ ਇਹਨਾਂ ਦੀ ਚੈਕਿੰਗ ਕਰਾ ਲਈ ਜਾਵੇ ਆਪਣੇ ਹਲਕਿਆਂ ਦੇ ਵਿੱਚ ਜਾਂ ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਵਿੱਚ ਚੋਣਾਂ ਹੋਣੀਆਂ ਹੁੰਦੀਆਂ ਨੇਗੀਆਂ। ਹਾਂ, ਜੇ ਕੋਈ ਚੋਣਾਂ ਡਿਊ ਨੇ, ਜਿਵੇਂ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਚੋਣ ਡਿਊ ਸੀ, ਤਾਂ ਕਰੋੜ ਰੁਪਏ ਇੱਕ ਹਲਕੇ ਦੇ ਵਿੱਚ ਵੰਡ ਦਿੰਦੇ ਨੇ ਸ਼੍ਰੋਮਣੀ ਕਮੇਟੀ ਦਾ ਫੰਡ, ਜੇ ਐਂ ਵੰਡ ਦਿੰਦੇ ਨੇ ਜਿਵੇਂ ਕੋਈ ਸਰਕਾਰ ਦਾ ਫੰਡ ਹੁੰਦਾ ਹੈਗਾ। ਤੇ ਜਿਹੜਾ ਮੈਂ ਕਹਿੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਹੈ ਜਿਹੜਾ ਦਸਵੰਧ ਦਾ ਫੰਡ ਹੈ ਜਿਹੜਾ ਇਹਦੀ ਗਲਤ ਢੰਗ ਨਾਲ ਜਿਹੜੀ ਹੈ ਵੰਡ ਕੀਤੀ ਜਾਂਦੀ ਹੈ। ਇਹਦੀ ਪੜਤਾਲ ਜਿਹੜੀ ਹੋਵੇ ਤਾਂ ਪਤਾ ਲੱਗੇ। ਇੱਕ ਪਾਸੇ ਦਾ ਦੇਖੋ 1925 ਦੇ ਐਕਟ ਦੇ ਸੰਬੰਧ ਵਿੱਚ ਇਹ ਬੜਾ ਰੌਲਾ ਪਾਉਂਦੇ ਨੇ। ਅੱਜ ਸਰਕਾਰ ਨੇ ਜੀ 1925 ਦਾ ਐਕਟ ਹੈ ਜਿਹੜਾ ਸਾਡਾ ਤੋੜ ਦਿੱਤਾ। ਜਦੋਂ ਵੀ ਕੋਈ ਹੋਰ ਕੋਈ ਬਾਹਰੋਂ ਕੋਈ ਗੱਲ ਕਰਦਾ ਹੈਗਾ ਤਾਂ ਇਹ ਇਸ ਗੱਲ ਦਾ ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਦੀ ਗੱਲ ਕਰਦਾ। ਇੱਕ ਪਾਸੇ ਆਪ ਹੀ ਉਸ 1925 ਦਾ ਐਕਟ ਹੈ ਜਿਹੜਾ ਪ੍ਰਬੰਧ ਸਕੀਮ ਧਾਰਾ 107(8) ਸੀ, ਉਸ ਮੁਤਾਬਕ ਇਹਨਾਂ ਨੇ ਫੰਡ ਲੈਣੇ ਹੁੰਦੇ ਨੇ, ਪਰ ਉਹ ਨਹੀਂ ਲਏ ਜਾ ਰਹੇ। ਇਹ ਜਦੋਂ ਅਸੀਂ ਸਵਾਲ ਉਠਾਇਆ ਤਾਂ ਜਿਹੜੀ ਬਜਟ ਵਿੱਚ ਇੱਕ ਬੀਬੀ ਕਿਰਨਜੀਤ ਕੌਰ, ਉਹ ਬਜਟ ਕਮੇਟੀ ਦੀ ਮੈਂਬਰ ਸੀ, ਉਹਨੇ ਸਟੇਜ ਤੋਂ ਫਿਰ ਬੋਲਿਆ, ਕਹਿੰਦੀ ਵੀ ਸਾਨੂੰ ਤਾਂ ਪਤਾ ਨਹੀਂ ਜੋ ਇਹਨਾਂ ਨੇ ਸਵਾਲ ਉਠਾਇਆਗਾ ਇਹ ਤਾਂ ਬਹੁਤ ਗੰਭੀਰ ਹੈ, ਵੀ ਘੱਟੋ ਘੱਟ ਅਧਿਕਾਰੀਆਂ ਨੂੰ ਦੇਖ ਕੇ ਫੰਡ ਇਕੱਠਾ ਕਰਨਾ ਚਾਹੀਦਾ, ਅਧਿਕਾਰੀ ਕਿਉਂ ਐਕਟ ਦੀ ਉਲੰਘਣਾ ਕਰ ਰਹੇ ਨੇ। ਉਹਨੇ ਆਨ ਦੀ ਰਿਕਾਰਡ ਗੱਲ ਪਈ ਹੈ, ਉਹਨੇ 2021 ਦੇ ਵਿੱਚ ਸਟੇਜ ਤੋਂ ਇਹ ਗੱਲ ਕਹੀ ਜੀ ਕਿ ਇਹ ਤਾਂ ਬਹੁਤ ਗਲਤ ਹੈ ਜੇ ਇਸ ਤਰ੍ਹਾਂ ਫੰਡ ਗੁਰੂ ਘਰਾਂ ਦੇ ਵਿੱਚ ਚੁੱਕਿਆ ਜਾ ਰਿਹਾ, ਇਸ ਤਰ੍ਹਾਂ ਨਹੀਂ ਚੁੱਕਿਆ ਜਾਣਾ ਚਾਹੀਦਾ। ਬਿਲਕੁਲ। ਇੱਕ ਸਾਡੇ ਨਾਲ ਕਾਲਰ ਜੁੜੇ ਨੇ ਜੀ, ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਤੁਹਾਡਾ ਸਵਾਗਤ ਹੈ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਖਾਨੇਕੇ ਸਾਹਿਬ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਤੇ ਤੁਸੀਂ ਐਸਪੀਸੀ ਦੇ ਫੰਕਸ਼ਨਿੰਗ ਬਾਰੇ ਦੱਸ ਰਹੇ ਹੋ ਸਾਰੀ ਗੱਲਬਾਤ, ਤੇ ਖਰਚੇ ਬਾਰੇ ਵੀ ਤੇ ਬਜਟ ਬਾਰੇ ਵੀ ਜੀ। ਜਿਹੜੀ ਆਮਦਨ ਦੀ ਗੱਲ ਆ ਰਹੀ ਹੈ ਜੀ, ਉਹਦੇ 'ਚ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੂੰਗਾ ਵੀ ਜਿਹੜੀਆਂ ਇਹ ਐਸਪੀਸੀ ਦੇ ਆਪਣੇ ਗੁਰਦੁਆਰਾ ਸਾਹਿਬ ਦੀ ਭੇਟਾ ਹੈ, ਹੋਰ ਖਰਚੇ ਹੈ, ਉਹਦੇ ਜਿਹੜੀ ਹੇਰਾਫੇਰੀਆਂ ਹੁੰਦੀਆਂ, ਜਿਵੇਂ ਕਿ ਹੁਣ ਲੇਟੈਸਟ ਆਪਣੀ ਇਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੀ ਗੱਲ ਆਈ ਹੈ, ਇਹ ਕੀ ਹੈ ਜੀ? ਕਹਿੰਦੇ ਬਹੁਤ ਵੱਡਾ ਇਹਦੇ 'ਚ ਘਪਲਾ ਹੋ ਰਿਹਾ ਹੈਗਾ ਭੇਟਾ ਦੀ, ਜਦੋਂ ਕੁੱਜੀ ਖੋਲ ਕੇ ਜਦੋਂ ਚੈੱਕ ਕੀਤੀ ਗਈ ਹੈਗੀ ਹੈ, ਤੇ ਇਹਦੇ ਬਾਰੇ ਵੀ ਗਿਆਨ ਪਾਇਓ। ਤੇ ਬਾਕੀ ਜੇ ਪਿੱਛੇ ਜਿਹੜੇ ਜਦੋਂ ਸਰੂਪ ਆਪਣੇ ਜਿਹੜੇ ਛਪੇ ਸੀ ਜਾਂ ਉਹ ਗੁੰਮ ਹੋਏ ਸੀ, ਕੀ ਚੱਕਰ ਸੀਗਾ, ਉਹਦੇ ਬਾਰੇ ਵੀ ਦੱਸਿਓ ਜੀ ਜਰਾ ਜੀ, ਵੀ ਕਿਸ ਤਰ੍ਹਾਂ ਇਹ ਐਸਜੀਪੀਸੀ 'ਚ ਘੱਟ ਜਿਹੜਾ ਹੈਗਾ ਵੀ ਇਹ ਘਪਲੇ ਹੋ ਰਹੇ ਹੈ ਜੀ। ਮਿਹਰਬਾਨੀ ਜੀ, ਥੈਂਕ ਯੂ। ਤੁਹਾਡਾ ਜਵਾਬ ਲੈਣੇ ਜੀ ਮਿੱਠੂ ਸਿੰਘ ਜੀ। ਬਹੁਤ ਵਧੀਆ ਇਹ ਸਵਾਲ ਸਰੋਤਿਆਂ ਜੀ ਨੇ ਉਠਾਇਆ ਹੈਗਾ। ਇਹ ਬਿਲਕੁਲ ਅੱਜ ਇੱਕ ਤੋਂ ਬਾਅਦ ਇੱਕ ਘਪਲਾ ਜਿਹੜਾ ਨਿਕਲ ਰਿਹਾ ਹੈਗਾ। ਲੰਗਰ ਦੀ ਖਰੀਦ ਤੋਂ ਲੈ ਕੇ ਲੰਗਰ ਦੀ ਜਦੋਂ ਅਖੀਰ ਲੰਗਰ ਸਭ ਤਿਆਰ ਹੋ ਕੇ ਜੂਠ ਤੱਕ ਪਹੁੰਚ ਜਾਂਦਾ ਹੈਗਾ, ਉਸ ਤੱਕ ਦੇ ਜਿਹੜੇ ਜਦੋਂ ਨਿਲਾਮੀ ਵਗੈਰਾ ਹੁੰਦੀ ਹੈ ਜੂਠ ਦੀ, ਉਸ ਤੱਕ ਜਿਹੜੇ ਨੇ ਕਿ ਘਪਲੇ ਉਹ ਅੱਜ ਸਾਹਮਣੇ ਆਏ ਨੇਗੇ। ਗੁਰੂ ਘਰਾਂ ਦੇ ਵਿੱਚ ਕਿਵੇਂ ਮੈਨੇਜਰ ਨੇ ਜਿਹੜੇ ਉਹ ਬਿੱਲ ਜਿਹੜੇ ਜਾਲੀ ਬਣਾਉਂਦੇ ਨੇਗੇ, ਜਾਲੀ ਬਿੱਲ ਬਣਾ ਕੇ ਕਿਵੇਂ ਉਹ ਖਰਚੇ ਪਾ ਦੇਣਗੇ, ਇਹ ਵੀ ਭ੍ਰਿਸ਼ਟਾਚਾਰ ਬਹੁਤ ਵੱਡਾ ਗੁਰੂ ਘਰਾਂ ਦੇ ਵਿੱਚ ਫੈਲਿਆ ਹੋਇਆ। ਔਰ ਨਾਲ ਹੀ ਗੋਲਕ ਗਿਣਨ ਵੇਲੇ ਜੋ ਜਿਵੇਂ ਇਹਨਾਂ ਨੇ ਹੁਣ ਗੱਲ ਕੀਤੀ ਫਤਿਹਗੜ੍ਹ ਸਾਹਿਬ ਦੀ, ਗੋਲਕ ਦੀ ਗਿਣਤੀ ਵੇਲੇ ਵੀ ਜਿਹੜੀ ਹੇਰਾਫੇਰੀ ਹੈਗੀ ਉਹ ਵੀ ਕਾਫੀ ਹੈ ਜਿਹੜੀ ਉਹ ਪ੍ਰਚਲਿਤ ਹੋ ਰਹੀ ਹੈ। ਪਰ ਜੇ ਅਸੀਂ ਇਹਨਾਂ ਸਾਰਿਆਂ ਚੀਜ਼ਾਂ ਦਾ ਲਾ ਲਈਏ ਅੰਦਾਜ਼ਾ ਤਾਂ ਕੋਈ ਵੀ ਜਿਹੀ ਚੀਜ਼ ਨਹੀਂ ਬਚੀ ਜਿੱਥੇ ਭ੍ਰਿਸ਼ਟਾਚਾਰ ਅੱਜ ਨਹੀਂ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਕਮਰੇ ਲੈਣ ਵਿੱਚ ਵੀ ਭ੍ਰਿਸ਼ਟਾਚਾਰ ਹੈਗਾ। ਮੈਂ ਕਹਿੰਦਾ ਵੀ ਇਸ ਵਕਤ ਪ੍ਰਬੰਧ ਹੈ ਜਿਹੜਾ ਉਹ ਬਹੁਤ ਵੱਡੇ ਨਿਘਾਰ 'ਚ ਆ ਗਿਆ। ਸੋ ਇਸ ਵਕਤ ਲੋੜ ਹੈ ਕਿ ਸ਼੍ਰੋਮਣੀ ਕਮੇਟੀਆਂ ਨੇ ਚੋਣਾਂ ਹੋਣ, ਫੇਰ ਹੀ ਇਹ ਮਤਲਬ ਕੋਈ ਨਵੀਂ ਟੀਮ ਆਵੇ, ਫੇਰ ਹੀ ਇਹ ਪ੍ਰਬੰਧ ਹੈ ਜਿਹੜਾ ਇਹਨੂੰ ਸੰਭਾਲਿਆ ਜਾ ਸਕਦਾ ਹੈਗਾ। ਅੱਜ ਪੋਜੀਸ਼ਨ ਇਹ ਹੈ ਵੀ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੰਦੇ ਨੇਗੇ। 51 ਮੁਲਾਜ਼ਮਾਂ ਨੂੰ ਪਹਿਲਾਂ ਸਸਪੈਂਡ ਕਰਤਾ ਇੱਕ ਕੇਸ ਦੇ ਵਿੱਚ, 328
ਪਾਵਨ ਸਰੂਪਾਂ ਦੇ ਸੰਬੰਧ ਵਿੱਚ 15 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਤੇ 2 ਨੂੰ ਐਕਸਪੈਲ ਕੀਤਾ, ਟਰਮੀਨੇਟ ਕੀਤਾ ਜੀ। ਇਹ FIR ਕੋਈ ਦਰਜ ਨਹੀਂ ਕਰਾਉਂਦੇ ਕਿਉਂਕਿ ਇਹ ਖੁਦ ਸਿੱਧੇ ਢੰਗ ਨਾਲ ਉਸ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੁੰਦੇ ਨੇ ਜੀ। ਜਿੱਥੇ ਮੁਲਾਜ਼ਮ 5-4 ਦੀ ਨੇ ਭ੍ਰਿਸ਼ਟਾਚਾਰ ਕੀਤਾ ਹੁੰਦਾ ਉੱਥੇ 51 ਮੁਲਾਜ਼ਮਾਂ ਨੂੰ ਫਸਾ ਕੇ ਫਿਰ ਉਦੋਂ ਮਗਰੋਂ ਉਹਨਾਂ ਨੂੰ ਜਦੋਂ ਬਹਾਲ ਕਰਨਗੇ ਸਸਪੈਂਡ ਹੋਇਆ ਨੂੰ ਇਹ ਬਹਾਲ ਕਰ ਦੇਣਗੇ ਉਹਨਾਂ ਨੂੰ ਜੁਰਮਾਨਾ ਲਾ ਕੇ ਕਿਸੇ ਨੂੰ 50,000 ਕਿਸੇ ਨੂੰ 40,000 ਰੁਪਇਆ। ਇੰਨੇ ਬੰਦੇ 51 ਬੰਦੇ ਇਕੱਠੇ ਹੋ ਕੇ ਤਾਂ ਫਰਾਡ ਹੋ ਹੀ ਨਹੀਂ ਸਕਦਾ ਜੀ। ਇਹ ਜਿਹੜੀ ਗੱਲ ਹੈ ਇਹ ਜਿਹੜੀ ਇੱਕ ਕੱਲ ਸਾਡੇ ਨਾਲ ਜੁੜੇ ਨੇ ਬਿੱਟੂ ਸਿੰਘ ਜੀ, ਕਾਲ ਲੈ ਲਈ ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਪੰਮ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਕਰਨਾ ਸਾਹਿਬ ਨੂੰ ਵੀ ਸਾਨੀਆਂ ਵਾਲੇ ਸਾਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਬੜੀ ਬਹੁਤ ਜਾਣਕਾਰੀ ਵਾਲੀ ਜਿਹੜੀ ਗੱਲਬਾਤ ਚੱਲ ਰਹੀ ਹੈ ਜੀ। ਇੱਕ ਮੈਂ ਨਾ ਥੋੜਾ ਜਿਹਾ ਹੋਰ ਜਾਣਕਾਰੀ ਚ ਥੋੜਾ ਜਿਹਾ ਵਾਧਾ ਕਰਨਾ ਸੀ ਕਿਉਂਕਿ ਕਰਨਾ ਸਾਨੂੰ ਤਾਂ ਪਤਾ ਹੀ ਹੈ ਇਸ ਗੱਲ ਦਾ। ਬਿਲਕੁਲ। ਇੱਕ ਤਰਨਤਾਰਨ ਦੀ ਸਾਡੇ ਕੋਲੇ ਗੱਲ ਆਈ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕੈਸ਼ ਜਮਾ ਹੁੰਦਾ ਜੋ ਗੋਲਕ ਦੇ ਵਿੱਚ ਆਉਂਦਾ ਤੇ ਉਹਦੇ ਚ ਜਿਹੜੀ ਭਾਣ ਹੁੰਦੀ ਹੈ ਜੀ ਵੀ ਭਾਣ ਜਿਹੜੀ ਹੈਗੀ ਆ ਜਿਹੜੀ ਬੈਂਕ ਦੇ ਵਿੱਚ ਜਮਾ ਕਰਾਈ ਜਾਂਦੀ ਹੈ ਉਹਦੀ ਕੋਈ ਗਿਣਤੀ ਮਿੰਤੀ ਨਹੀਂ ਹੈਗੀ ਵੀ ਉੱਥੇ ਜਿਹੜੀ ਬੈਂਕ ਦੇ ਵਿੱਚ ਉਹ ਵੱਡਾ ਮਤਲਬ ਜਿਵੇਂ ਕਹਿੰਦੇ ਇੱਕ ਵੱਡਾ ਕਮਰਾ ਭਰਿਆ ਹੋਇਆ ਉਹ ਨਾ ਤਾਂ ਉਹਨਾਂ ਨੇ ਬੈਂਕ ਨੇ ਗਾਂ ਟ੍ਰਾਂਸਫਰ ਕੀਤਾ ਨਾ ਇਹਨਾਂ ਨੇ ਕਿਹਾ ਉਹਨਾਂ ਨੂੰ ਉਹਦੇ ਵਿੱਚ ਉਹ ਆਈ ਜਾਂਦਾ ਤੇ ਉਹਦੇ ਵਿੱਚ ਹੀ ਸਿੱਟੀ ਜਾਂਦੇ ਤੇ ਉਸੇ ਨੂੰ ਉਹ ਆਪਦੀ ਮਸ਼ੀਨ ਨਾਲ ਗਿਣਤੀ ਵਿਖਾ ਕੇ ਵੀ ਇਹ ਪੂਰਾ ਜੀ ਪੂਰਾ ਤੇ ਜਿਹੜਾ ਕੋਈ ਚਾਰਜ ਲੈਂਦਾ ਨਾ ਦਿੰਦਾ ਹੈ ਉਹਦੇ ਤੇ ਉਹਦੇ ਖਿਲਾਫ ਐਕਸ਼ਨ ਲੈ ਲੈਂਦੇ ਜੀ। ਤੇ ਉਹ ਇੱਕ ਬਹੁਤ ਵੱਡੇ ਪੱਧਰ ਤੇ ਨਾ ਇੱਕ ਮਤਲਬ ਵੀ ਇੱਕ ਕੋਈ ਸਕੈਮ ਹੈ ਜੀ ਵੀ ਜੇ ਇੱਕ ਬੈਂਕ ਇੱਕ ਗੁਰਦੁਆਰਾ ਸਥਾਨ ਦੇ ਵਿੱਚ ਹੋ ਰਿਹਾ ਹੈ ਤੇ ਇਹਦਾ ਮਤਲਬ ਤਾਂ ਦੂਜਿਆਂ 'ਚ ਵੀ ਹੋ ਰਿਹਾ ਹੋਊਗਾ ਇਹੀ। ਬਿਲਕੁਲ। ਖਾਸ ਤੌਰ ਤੇ ਜਿਹੜੀ ਭਾਣ ਦੇ ਰੂਪ ਚ ਆਉਂਦੇ ਆ ਕੋਇਨਸ ਦੇ ਰੂਪ ਦੇ ਵਿੱਚ ਆਉਂਦਾ ਹੈ ਜੀ। ਸਮਝ ਗਏ ਜੀ। ਉਹਦੇ ਸੰਬੰਧ ਵਿੱਚ ਜੀ ਜੀ ਮੈਂ ਤੁਹਾਨੂੰ ਤਰਨਤਾਰਨ ਸਾਹਿਬ ਦੀ ਹੀ ਤੁਹਾਨੂੰ ਗੱਲ ਦੱਸਣ ਲੱਗਿਆ ਜੀ। ਬਜਟ ਵਿੱਚ ਤਰਨਤਾਰਨ ਸਾਹਿਬ ਦੀ ਜੋ ਗੋਲਕ ਆਮਦਨ ਸੀ ਉਹ ਪਿਛਲੇ ਸਮੇਂ ਚ ਜਦੋਂ ਦਰਸਾਈ ਗਈ ਤਾਂ ਅਸੀਂ 21-22 ਦੇ ਵਿੱਚ ਸਵਾਲ ਇਹ ਖੜਾ ਕੀਤਾ ਲਿਖਤੀ ਰੂਪ ਵਿੱਚ ਕਿ ਮਾਲਾ ਲਗਾਤਾਰ ਜਿਹੜਾ ਹੈ ਗੋਲਕ ਵਿੱਚ ਆਮਦਨ ਹੈ ਜਿਹੜੀ ਉਹ ਪਿਛਲੇ 3 ਸਾਲਾਂ ਤੋਂ ਲੈ ਕੇ ਇੰਨੀ ਚੱਲ ਰਹੀ ਹੈ। ਆ ਚੌਥੇ ਸਾਲ ਆਮਦਨ 2 ਕਰੋੜ ਕਿਉਂ ਘਟ ਗਈ ਜਦੋਂ ਕਿ ਚੌਥੇ ਸਾਲ ਆ ਜਿਹੜਾ ਉਹ ਕੜਾਹ ਪ੍ਰਸਾਦ ਦੀ ਆਮਦਨ ਹੈ ਉਹ ਵੀ ਵਧੀ ਹੈ ਤੇ ਚੌਥੇ ਸਾਲ ਦੇ ਵਿੱਚ ਜਿਹੜਾ ਮਤਲਬ ਕੜਾਹ ਪ੍ਰਸਾਦ ਦੀ ਆਮਦਨ ਤੇ ਪਾਠਾਂ ਤੋਂ ਆਮਦਨ ਹੈ ਜਿਹੜੀ ਉਹ ਵੀ ਵਧੀ ਹੈ। ਇਹਦਾ ਮਤਲਬ ਹੈ ਵੀ ਚੌਥੇ ਸਾਲ ਦੇ ਵਿੱਚ ਜਿਹੜੇ ਲੋਕੀ ਆਏ ਨੇ ਤਾਂ ਜ਼ਿਆਦਾ ਗਿਣਤੀ ਚ ਹੈ ਫਿਰ ਗੋਲਕ 2 ਕਰੋੜ ਕਿਉਂ ਘਟ ਗਈ। ਇਹ ਤੁਹਾਡੀ ਗੱਲ ਠੀਕ ਹੈ। ਇਹ ਮਲ ਬਹੁਤ ਕੁਛ ਇੱਥੇ ਇਸ ਕਿਸਮ ਦਾ ਚੱਲ ਰਿਹਾ ਹੈਗਾ ਜਿਹੜਾ ਅੱਜ ਮਤਲਬ ਇਹਨੂੰ ਘਪਲਾ ਕਹਿ ਲਈਏ ਜਾਂ ਇਹਨੂੰ ਮਲ ਐ ਕਹਿ ਲਈਏ ਵੀ ਮੁਲਾਜ਼ਮ ਨੇ ਜਿਹੜੇ ਉਹ ਇਸ ਹੱਦ ਤੱਕ ਉਹ ਧਰਮ ਤੋਂ ਦੂਰ ਜਾ ਚੁੱਕੇ ਨੇ ਜਿਨ੍ਹਾਂ ਦੇ ਤੇ ਵੱਡਾ ਕੁੰਡਾ ਅੱਜ ਕੱਸਣ ਦੀ ਲੋੜ ਹੈ ਜੀ। ਬਿੱਟੂ ਸਿੰਘ ਜੀ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਵਧਾਈਏ ਕੱਲ ਸਾਡੇ ਨਾਲ ਹਜੇ ਮੌਜੂਦ ਨੇ ਉਹ ਕੋਈ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦੇ ਨੇ ਜੀ। ਤੁਸੀਂ ਆਪਣਾ ਸਵਾਲ ਰੱਖ ਸਕਦੇ ਹੋ। ਹਾਂਜੀ ਹਾਂਜੀ ਪੰਮ ਸਾਹਿਬ ਜਿਵੇਂ ਜਥੇਦਾਰ ਜੀ ਹੁਣੇ ਨੇ ਦੱਸਿਆ ਆਡਿਟ ਦੇ ਮਾਮਲੇ ਵਿੱਚ ਵੀ ਆਡਿਟ ਨਹੀਂ ਕਰਵਾਇਆ ਜਾ ਰਿਹਾ ਜੀ। ਇਹ ਕੀ ਮੇਰਾ ਇੰਨਾ ਕੀ ਸਵਾਲ ਹੈ ਵੀ ਕੀ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਹੈਗਾ ਜੀ ਉਹਦੇ ਵਿੱਚ ਇਹਦਾ ਪ੍ਰੋਵੀਜ਼ਨ ਹੈਗੀ ਹੈ ਵੀ ਆਪਾਂ ਆਡਿਟ ਕਰਾਉਣਾ ਹੈ। ਬਿਲਕੁਲ ਜੀ ਜੀ ਬਿੱਟੂ ਸਿੰਘ ਆਹੀ ਸਵਾਲ ਜੀ। ਗੁਰਦੁਆਰਾ ਐਕਟ 1925 ਮੁਤਾਬਕ ਸਰਕਾਰੀ ਆਡਿਟ ਵੀ ਹੋਣਾ ਜੀ। ਇਹ SGPC ਦੇ ਆਵਾਜ਼ ਮਾੜੀ ਜੀ ਕਰਿਓ ਜੀ ਜੀ। ਸਰਕਾਰੀ ਆਡਿਟ ਹੁੰਦਾ ਤੁਰਿਆ ਰਿਹਾ ਜੀ ਪਰ ਪਿਛਲੇ ਤਕਰੀਬਨ 14-15 ਸਾਲਾਂ ਤੋਂ ਇਹ ਜਿਹੜਾ ਹੈਗਾ ਆਡਿਟ ਡਿਊ ਪਿਆ ਅਜੇ ਤੱਕ ਹੋਇਆ ਨਹੀਂ ਹੈ। ਬਾਕੀ ਗੱਲ ਇਹ ਹੈ ਵੀ ਜੋ ਆਡਿਟ 2007-08 ਤੱਕ ਹੋਇਆ ਉਹਨਾਂ ਨੇ ਜੋ ਰਿਕਮੈਂਡੇਸ਼ਨਾਂ ਦਿੱਤੀਆਂ ਜੋ ਉਹ ਮਤਲਬ ਡਾਇਰੈਕਸ਼ਨ ਦਿੱਤੀਆਂ ਉਹ ਡਾਇਰੈਕਸ਼ਨਾਂ ਦੀ ਬਿਲਕੁਲ ਪਾਲਣਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਹੀਂ ਕੀਤੀ। ਹੁਣ ਇੱਕ ਮਤਲਬ ਹੈਰਾਨੀ ਇਸ ਗੱਲ ਦੀ ਹੈ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਪਰੀ ਰੀਟਰ ਲਾ ਰੱਖੇ ਨੇਗੇ 87 ਦੇ ਗੁਰਦੁਆਰਿਆਂ ਵਾਸਤੇ। ਉਹ 87 ਦੇ ਗੁਰਦੁਆਰਿਆਂ ਵਿੱਚ ਜਾ ਕੇ ਚੈਕਿੰਗ ਕਰਦੇ ਹੈਗੇ ਉਹਨਾਂ ਦਾ ਹਿਸਾਬ ਕਿਤਾਬ ਚੈੱਕ ਕਰਦੇ ਆ ਤੇ ਉੱਥੇ ਉਹ ਇਹ ਢੰਗ ਦੱਸਦੇ ਆ
ਕਮੇਟੀਆਂ ਨੂੰ ਵੀ ਆਹ ਬਿੱਲ ਤੁਸੀਂ ਇਸ ਰੂਪ ਚ ਬਣਾਓ, ਇਸ ਰੂਪ ਚ ਪਾਓ, ਤੇ 2000-4000 ਰੁਪਇਆ ਲੈ ਕੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਜਾਂਦੇ ਨੇਗੇ, ਉਹ ਆਡਿਟ ਕਰ ਦਿੰਦੇ ਨੇ, ਉਹਨਾਂ ਦੇ ਪੁੱਠੇ ਸਿੱਧੇ ਕੰਮਾਂ ਨੂੰ ਵੀ ਠੀਕ ਕਰ ਦਿੰਦੇ ਨੇ। ਅੱਜ ਮਤਲਬ 87 ਮਕੈਨਿਕ ਹੀ ਭੇਜਦੇ, ਫਿਰ ਤਾਂ ਹਾਂ ਮਕੈਨਿਕ ਭੇਜਿਆ ਠੀਕ ਕਰਕੇ ਆ ਜਾਂਦੇ। ਪਰੀ ਰੀਟਰਾਂ ਨੇ 87 ਦੇ ਗੁਰਦੁਆਰਾ ਸਥਾਨ ਜਿਨ੍ਹਾਂ ਦੀ ਗਿਣਤੀ ਵੀ 400 ਦੇ ਲਗਭਗ ਹੈ, ਉਹਨਾਂ ਗੁਰੂ ਘਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਆਡਿਟ ਇਸ ਰੂਪ ਵਿੱਚ ਹੋ ਰਹੀ ਹੈ। ਕੋਈ ਨਿਰਪੱਖ ਆਡਿਟ ਹੋਵੇ, ਬਕਾਇਦਾ ਸਰਕਾਰ ਧਿਆਨ ਦੇਵੇ। ਜਾਂ ਅਸੀਂ ਇਹ ਗੱਲ ਦੀ ਮੰਗ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਹ ਸਾਰਾ ਹਿਸਾਬ ਕਿਤਾਬ ਹੈ, ਇਹਨੂੰ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਤੋਂ ਚੈੱਕ ਕਰਾ ਲਿਆ ਜਾਵੇ, ਤਾਂ ਇਹ ਸਰਕਾਰ ਨੂੰ ਵੀ ਇਹਦੇ ਤੇ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਹੈਗਾ, ਸਰਕਾਰ ਨੂੰ ਵੀ ਮਾਤ ਪਾ ਦੂਗਾ, ਸਰਕਾਰ ਦੇ ਰਿਕਾਰਡ ਨੂੰ ਵੀ ਮਾਤ ਪਾਊਗਾ। ਇਹ ਚੈੱਕ ਕਰਾ ਲਿਆ ਜਾਵੇ। ਅਸੀਂ ਅਖਬਾਰਾਂ ਦੇ ਨਾਂ ਵੀ ਬਿਆਨ ਲਾਏ ਸੀ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਚੈੱਕ ਹੋਣਾ ਚਾਹੀਦਾ ਹੈਗਾ। ਸੋ ਅੱਜ ਲੋੜ ਹੈ ਇਸ ਗੱਲ ਦੀ ਵੀ ਹਿਸਾਬ ਕਿਤਾਬ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚ ਸਕਦੀ ਹੈ, ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ 600-700 ਕਰੋੜ ਰੁਪਏ ਦੀਆਂ ਬਚਤਾਂ ਪਤਾ ਨਹੀਂ ਕਿੱਧਰ ਗਈਆਂ, ਨਾ ਸਾਨੂੰ ਦੱਸਿਆ ਜਾ ਰਿਹਾ ਹੈਗਾ। ਤੇ ਹੋਰ ਵੀ ਬੜਾ ਕੁਛ ਜਿਹੜਾ ਹੈਗਾ, ਜਿਹੜਾ ਲੋਕਾਂ ਦੇ ਨਿੱਤ ਪ੍ਰਤੀ ਗੁਰਦੁਆਰਿਆਂ ਦੇ ਵਿੱਚ ਘਟਨਾ ਵਾਪਰਦੀਆਂ ਨੇਗੀਆਂ ਭ੍ਰਿਸ਼ਟਾਚਾਰ ਦੀਆਂ, ਉਹ ਲੋਕਾਂ ਦੇ ਸਾਹਮਣੇ ਜ਼ਮੀਨ ਘਟਾਲੇ ਨੇਗੇ, ਜ਼ਮੀਨਾਂ ਦੀਆਂ ਆਮਦਨਾਂ ਕਿਵੇਂ ਘੱਟ ਚੱਲ ਰਹੀਆਂ ਨੇਗੀਆਂ, ਕਿਵੇਂ ਉਹਨਾਂ ਵਿੱਚ ਘਪਲਾ ਹੋ ਰਿਹਾ, ਉਹ ਵੀ ਇਹ ਸਭ ਲੋਕ ਜਾਣ ਚੁੱਕੇ ਨੇਗੇ। ਨੱਥੂ ਸਿੰਘ ਜੀ, ਅਸੀਂ ਜਦੋਂ ਗੁਰਦੁਆਰਾ ਸਾਹਿਬ ਦਾ ਨਾਂ ਆਉਂਦਾ, ਅਸੀਂ ਸ਼ਰਧਾ ਦੇ ਨਾਲ ਵੇਖੋ ਵੀ ਜੋੜੇ ਪਾਸੇ ਲਾ ਕੇ ਅਸੀਂ ਕੋਈ ਪੈਰ ਧੋ ਕੇ ਅੰਦਰ ਜਾਂਦੇ ਹਾਂ, ਅਸੀਂ ਕੋਈ ਕਿਰਤ ਕਰਨ ਤੋਂ ਝਿਜਕਦੇ ਹਾਂ ਵੀ ਕੋਈ ਇਹੋ ਜਿਹੀ ਗੱਲ ਨਾ ਹੋ ਜੇ ਸਾਡੇ ਤੋਂ ਜਿਹੜੀ ਸਾਡੇ ਤੋਂ ਰੱਬ ਸਾਡੇ ਨਾਲ ਨਾਰਾਜ਼ ਹੋ ਜੇ। ਇਹ ਰੱਬ ਦੇ ਜਿਹੜੇ ਵਜ਼ੀਰ ਬਣਾ ਕੇ ਭੇਜੇ ਆ ਜੀ ਅਸੀਂ, ਇਹ ਉਦੋਂ ਇਹ ਤਾਂ ਜ਼ਿਆਦਾ ਵੱਡੇ ਠੱਗ ਬੈਠੇ ਆ। ਔਰ ਇਹਨਾਂ ਨੂੰ ਡਰ ਨਹੀਂ ਲੱਗਦਾ ਜੀ, ਜਿਸ ਤਰ੍ਹਾਂ ਤੁਸੀਂ ਆਫ ਏਅਰ ਮੈਨੂੰ ਗੱਲ ਦੱਸੀ ਸੀ ਕਿ ਬਰਨਾਲੇ ਦੇ ਵਿੱਚ ਹੀ ਕਿੰਨਾ ਵੱਡਾ ਜਿਹੜਾ ਉਹ ਘਪਲਾ ਹੋ ਰਿਹਾ ਸੀ, ਕਿਸ ਪੱਧਰ ਦਾ ਹੋ ਰਿਹਾ ਸੀ ਜੀ? ਇਹ ਗੱਲ ਬਲਦੇਵ ਸਿੰਘ ਪੰਮ ਸਾਹਿਬ 2021 ਦੀ ਹੈ ਜੀ। 2021 ਦੇ ਵਿੱਚ ਫਲਾਈਂਗ ਸਕੁਐਡ ਨੇ ਬਰਨਾਲੇ ਵਿਖੇ ਛਾਪਾ ਮਾਰਿਆ। ਐਸਜੀਪੀ ਦਾ ਫਲਾਈਂਗ ਸਕੁਐਡ ਸੀ, ਉਹ 3 ਦਿਨ ਉੱਥੇ 18, 19, 20 ਜਨਵਰੀ ਤੱਕ ਉੱਥੇ ਚੈਕਿੰਗ ਕਰਦਾ ਰਿਹਾ। ਤੇ ਜਿਹੜੀ ਉਹਨੇ ਚੈਕਿੰਗ ਕੀਤੀ ਸੀ, ਉਦੋਂ ਮਗਰੋਂ ਹੁਕਮ ਆ ਗਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ, ਉੱਪਰੋਂ ਹੁਕਮ ਆ ਗਿਆ ਕਿ ਇਹ ਬੰਦ ਕਰੋ। ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਅੰਮ੍ਰਿਤਸਰ ਵਿਖੇ। ਪਰ ਉਹ ਜਿਹੜੀ ਚੈਕਿੰਗ ਕੀਤੀ ਸੀ ਕੇਵਲ ਤੇ ਕੇਵਲ 3 ਮਹੀਨਿਆਂ ਦੀ ਕੀਤੀ ਸੀ। ਉਹਨਾਂ ਨੇ ਜਿਹੜੀ ਚੈਕਿੰਗ ਕੀਤੀ ਸੀ ਉਹਦੀ ਰਿਪੋਰਟ ਬਣਾ ਕੇ ਉਹ ਨਾਲ ਲੈ ਗਏ ਸੀ। ਅਸੀਂ ਜਦੋਂ ਪਤਾ ਕੀਤਾ ਕਿ ਇਹ ਰਿਪੋਰਟ ਦੇ ਮੁਤਾਬਕ ਅਮਲ ਕਿਉਂ ਨਹੀਂ ਹੋਇਆ, ਉਹ ਰਿਪੋਰਟ ਦੀ ਕਿਉਂਕਿ ਅਸੀਂ ਫੋਟੋ ਕਾਪੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਵੀ ਲੈ ਲਈ ਸੀਗੀ, ਤਾਂ ਸਾਨੂੰ ਇਹ ਪਤਾ ਲੱਗਿਆ ਕਿ ਹੁਕਮ ਹੈਗਾ ਉੱਪਰਲਿਆਂ ਦਾ ਵੀ ਹੁਣ ਚੋਣ ਹੈ ਜਿਹੜੀ ਉਹ ਨਗਰ ਕੌਂਸਲ ਦੀ ਚੱਲ ਰਹੀ ਹੈਗੀ, ਤੇ ਨਗਰ ਕੌਂਸਲ ਦੀ ਚੋਣ ਦੇ ਉੱਤੇ ਮਾੜਾ ਅਸਰ ਹੋਊਗਾ, ਇਦੋਂ ਮਗਰੋਂ ਐਕਸ਼ਨ ਲੈਣਗੇ। ਅਸੀਂ 9 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜੀ। ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਵਿਖਾਏ 70-75 ਬਿੱਲ ਵੀ ਆਹ ਬਿੱਲ ਨੇਗੇ ਜਿਹੜੇ ਕਟਿੰਗ ਕੀਤੀ ਹੈ। ਤੁਸੀਂ ਦੇਖੋ ਇਹ ਬਿੱਲ ਨੇ ਜਿਹੜੇ, ਜੇ ਬਿੱਲ 400 ਦਾ ਮੂਹਰੇ ਸਾਤਾ ਲਾ ਕੇ 4 ਜੱਗ ਖਰੀਦਣਗੇ, 7400 ਬਣਾਇਆ ਹੋਇਆ ਹੈਗਾ। ਕਿਸੇ ਜੱਗ ਦਾ ਰੇਟ ਇੰਨਾ ਹੈ ਨਹੀਂ। ਔਰ ਜੇ ਟਰੈਕਟਰ ਟਰਾਲੀ 'ਚ ਹਵਾ ਪਾਉਣ ਤੇ ਬਿਲਡਿੰਗ ਡਾਲਾ ਬਿਲਡਿੰਗ ਕਰਨ ਦਾ ਬਿੱਲ ਹੈਗਾ, ਇਹ 5100 ਦਾ ਪਾ ਰੱਖਿਆ। 10 ਰੁਪਈਆਂ ਦਾ ਬਿੱਲ ਸੀ, ਇੱਕ ਮਗਰ ਜ਼ੀਰੋ ਲਾਈ, ਇੱਕ ਮੂਹਰੇ 5 ਲਾਇਆ, 5100 ਕੀਤਾ ਹੈਗਾ। ਉਹ ਵੀ ਸਾਫ਼ ਦਿਖਾਈ ਦਿੰਦਾ ਸੀ। ਕਈ ਬਿੱਲ ਅਸੀਂ ਬਰਨਾਲਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਦੇ ਦਿਖਾਏ ਕਿ ਕਿਵੇਂ ਇਹਨਾਂ ਦੇ ਉੱਤੇ ਕਿਸੇ ਦੁਕਾਨ ਦਾ ਨਾਂ ਨਹੀਂ ਹੈ, ਕੋਈ ਲੈਟਰ ਪੈਡ ਨਹੀਂ ਹੈ, ਇਹ ਇੱਕ ਸਿਰਫ ਇੱਕ ਸਿੰਪਲ ਕਾਗਜ਼ ਤੇ ਬਿੱਲ। ਔਰ ਬਿੱਲ ਦੇ ਉੱਤੇ ਵੀ ਉੱਥੇ ਥੱਲੇ ਮੋਬਾਈਲ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਾ ਮੋਬਾਈਲ। ਜਦੋਂ ਪਤਾ ਕੀਤਾ ਵੀ ਆਹ ਮੋਬਾਈਲ ਹੈ, ਅਸੀਂ ਆਖਿਆ ਵੀ ਕੌਣ ਬੋਲਦੇ ਹੋ? ਕਹਿੰਦਾ ਜੀ ਮੈਂ ਤਾਂ ਫਲਾਨਾ ਬੋਲਦਾਗਾ। ਮੈਂ ਕਿਹਾ ਇਹ ਤਾਂ ਬਿੱਲ ਤੇਰੇ ਵੱਲੋਂ ਇਕੱਠੇ ਗਿਆ, ਤੂੰ ਦੁਕਾਨਦਾਰੀ ਕਰਦਾ? ਕਹਿੰਦਾ ਨਹੀਂ ਜੀ, ਇਹ ਤਾਂ ਮੇਰਾ ਮੋਬਾਈਲ ਨੰਬਰ ਪੈ ਗਿਆ ਤੇ ਮੈਂ ਦੁਕਾਨ ਦਾ ਨਾਂ ਤਾਂ ਹੈ ਨਹੀਂ ਕੋਈ। ਤੇ ਇਸ ਕਿਸਮ ਦਾ ਜਦੋਂ ਸਾਹਮਣੇ ਆਈ ਗੱਲ, ਅਸੀਂ ਇਹ ਵੀ ਗੱਲ ਦੱਸੀ ਕਿ ਮੰਨ ਲਓ 8000 ਤੱਕ ਦੇ ਜਿਹੜੇ ਬਿੱਲ ਨੇਗੇ ਸਾਰੇ ਬੋਕਸ ਨੇ, ਕਿਉਂਕਿ 8000 ਤੱਕ ਦੇ ਬਿੱਲ ਨੇ ਜਿਹੜੇ ਉਹ ਮੈਨੇਜਰ ਨੇ ਜਿਹੜੇ ਉਹ ਆਪ ਪ੍ਰਵਾਨ ਕਰ ਲੈਂਦੇ ਸੀਗੇ, ਉਹਦੀ ਅਪਰੂਵਲ ਦੇ ਦਿੰਦੇ ਸੀ। 8000 ਤੋਂ ਵੱਧ ਦੇ ਬਿੱਲ ਨੇ ਜਿਹੜੇ ਉਹਨਾਂ ਦੀ ਅਪਰੂਵਲ ਇਹਨਾਂ ਨੂੰ ਉੱਪਰਲੇ ਅਧਿਕਾਰੀਆਂ ਤੋਂ। ਇਹਨਾਂ ਨੇ ਕਿਹਾ 2,38,000 ਦਾ ਇੱਕ ਬਿੱਲ ਆਉਣ ਦੀ ਰਿਕਾਰਡ ਜਿਹੜੀ ਗੱਲ ਹੈ ਉਹ ਪਾਸ ਕੀਤਾ। ਉਹਦੇ ਵਿੱਚ ਐਡੀਸ਼ਨਲ ਸਕੱਤਰ ਦੇ ਦਸਖਤ, ਉਹਦੇ ਵਿੱਚ ਤੇ ਇੰਸਪੈਕਟਰ ਸਾਹਿਬ ਦੇ ਦਸਖਤ,
ਉਹਦੇ ਉੱਤੇ SGPC ਮੈਂਬਰ ਸਾਹਿਬਾਨਾਂ ਦਾ ਦਸਤਖਤ, ਇਹ ਸਾਰੇ ਜਾਲੀ ਪਾਏ ਗਏ ਜੀ। ਐਡੀਸ਼ਨਲ ਸਕੱਤਰ ਨੇ ਆ ਕੇ ਬਿਆਨ ਦਿੱਤੇ ਕਿ ਮੈਂ ਤਾਂ ਇਹ ਦਸਤਖਤ ਹੀ ਨਹੀਂ ਮੇਰੇ ਦਾ। ਉਹ ਇੰਸਪੈਕਟਰ ਨੇ ਕਿਹਾ ਵੀ ਮੇਰੇ ਵੀ ਕੋਈ ਦਸਤਖਤ ਨਹੀਂ। ਤੇ SGPC ਮੈਂਬਰ ਸਰਦਾਰ ਦਰਬਾਰ ਸਿੰਘ ਸੀਨੀਵਾਲ, ਪਰਮਜੀਤ ਸਿੰਘ ਜੀ, ਇਹਨਾਂ ਨੇ ਕਿਹਾ ਵੀ ਸਾਡੇ ਦਸਤਖਤ ਨਹੀਂ ਹਨ। ਸੋ ਐਕਸ਼ਨ ਲਿਆ ਗਿਆ 15 ਲੱਖ ਦਾ ਵੀ ਇਹਨਾਂ ਨੇ ਬਿੱਲਾਂ ਦੇ ਵਿੱਚ ਕਟਿੰਗ ਕੀਤੀ ਹੈ, ਇਹਨਾਂ ਨੇ ਮੰਨ ਲਾ ਜਾਲੀ ਬਿੱਲ ਬਣਾ ਕੇ ਰਿਕਾਰਡ ਵਿੱਚ ਚੜਾਏ ਹੋਏ ਨੇ, ਔਰ ਨਾਲ ਹੀ ਵੀ ਐਡੀਸ਼ਨਲ ਸਕੱਤਰ ਤੇ SGPC ਮੈਂਬਰ ਤੇ ਇੰਸਪੈਕਟਰਾਂ ਦੇ ਦਸਤਖਤ ਜਾਲੀ ਕੀਤੇ ਹੋਏ ਨੇ। ਇਸ ਆਧਾਰ ਤੇ 15 ਲੱਖ ਦੇ ਵਿੱਚ ਮੁਲਾਜ਼ਮਾਂ ਨੂੰ ਸਸਪੈਂਡ ਕਰਤਾ ਗਿਆ ਜੀ। ਸਸਪੈਂਡ ਕਰਕੇ ਉਹਦਾ ਰਜਿਸਟ੍ਰੇਸ਼ਨ ਉਹਨਾਂ ਦੇ ਬਦਲ ਦਿੱਤੇ ਗਏ। ਫਿਰ ਜਦੋਂ ਬਦਲਦੇ ਗਏ ਅਗਲੇ ਸਾਲ ਚੋਣ ਆ ਗਈ। ਚੋਣ ਜਦੋਂ ਆਈ ਤਾਂ ਚੋਣ ਦੇ ਵਿੱਚ ਇਹ ਉਤੋਂ ਦਬਾਅ ਪਿਆ, ਤਾਂ ਦਬਾਅ ਦੇ ਵਿੱਚ ਉਹਨਾਂ ਨੂੰ ਬਹਾਲ ਕਰਨਾ ਸੀ। ਇਹਨਾਂ ਨੇ 50,000 ਰੁਪਏ ਜੁਰਮਾਨਾ ਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਬਹਾਲ ਕਰਤਾ। ਹੈਰਾਨੀ ਇਸ ਗੱਲ ਦੇ ਵੀ 15 ਲੱਖ ਦਾ ਤੁਸੀਂ ਅਸੀਂ ਨਹੀਂ, ਉਹ ਫਲਾਈਂਗ ਸਕੁਐਡ ਨੇ ਉਹ ਚਾਰਜ ਲਾਏ ਨੇਗੇ, 15 ਲੱਖ ਦਾ ਘਪਲਾ ਕੀਤਾ। ਫਿਰ ਉਦੋਂ ਬਾਅਦ ਹੋਰ ਹੈਰਾਨੀ ਦੀ ਗੱਲ ਹੈ ਵੀ 1 ਸਾਲ ਬਾਅਦ ਉਹਨਾਂ ਜਿਨ੍ਹਾਂ ਨੇ ਉਸ ਕੁਰਸੀ ਤੇ ਬੈਠ ਕੇ ਉੱਥੇ ਏਡੇ ਵੱਡੇ ਘਪਲੇ ਕੀਤੇ ਨੇ, ਉਹਨੂੰ ਬਕਾਇਦਾ ਤੌਰ ਤੇ ਬਦਲੀ ਕਰਾ ਕੇ ਉੱਥੇ ਲਿਆਂਦਾ ਗਿਆ। ਉਹਦੇ ਸਰੋਪੇ ਵਗੈਰਾ ਪਾਏ ਗਏ, ਔਰ ਪਾਏ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ, ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਬਣਾਏ ਦਾ ਜਿਹੜਾ ਸੀਗਾ ਉਹਨਾਂ ਨੇ ਪਾਏ ਉੱਥੇ। ਉਹਦਾ ਇਸ ਤਰ੍ਹਾਂ ਉਹਦਾ ਸਨਮਾਨ ਸਤਿਕਾਰ ਕੀਤਾ ਗਿਆ ਜਿਵੇਂ ਤਾਂ ਸ਼੍ਰੋਮਣੀ ਕਮੇਟੀ ਦੀ ਬਹੁਤ ਵੱਡੀ ਸੇਵਾ ਨਿਭਾ ਕੇ ਆਏ। ਇੱਕ ਕਾਲ ਸਾਡੇ ਨਾਲ ਹੋਰ ਜੁੜੇ ਨੇ ਜੀ, ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਅੱਗੇ ਵਧਦੇ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਮਿੱਠੂ ਸਿੰਘ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੋ ਸਵਾਲ ਨੇ ਜਿਹਦੇ ਵਿੱਚੋਂ ਇੱਕ ਤਾਂ ਬਾਈ ਭੰਮ ਨੇ ਕਰ ਹੀ ਦਿੱਤਾ ਜੀ ਵੀ ਇਹ ਰੱਬ ਕੌਤਕ ਕਦੋਂ ਵਿਖਾਊਗਾ ਵੀ ਉਹਦੇ ਘਰ 'ਚ ਬੈਠੇ ਜਿਹੜੇ ਭੇਸ ਖਿਡਾਰੀ ਆ ਉਹਨਾਂ ਨੂੰ ਸਜ਼ਾ ਮਿਲਦੀ ਆਮ ਲੋਕਾਂ ਨੂੰ ਵਿਖੇ ਜੀ। ਇੱਕ ਤਾਂ ਇਹ ਮਤਲਬ ਹਰ ਇੱਕ ਦੇ ਮਨ 'ਚ ਸਵਾਲ ਆ ਬਿਲਕੁਲ ਵੀ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠ ਕੇ ਜਾਂ ਉਸ ਜ਼ਿੰਮੇਵਾਰ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਬਜਰ ਗੁਨਾਹ ਕੀਤੇ ਜਾਂਦੇ ਆ ਤੇ ਉਹ ਫਿਰ ਤੁਰੇ ਕਿਵੇਂ ਫਿਰਦੇ ਆ। ਦੂਸਰਾ ਸਵਾਲ ਉਹ ਵੀ ਮੈਂ ਭਾਵਕ ਆ ਤੇ ਬਾਈ ਜੀ ਨੂੰ ਕਹੂੰਗਾ, ਬਾਈ ਮਿੱਠੂ ਸਿੰਘ ਜੀ ਨੂੰ, ਵੀ ਉਹ ਦਿਮਾਗ ਦੀ ਬਜਾਏ ਦਿਲ ਤੋਂ ਦੇਣ ਜਵਾਬ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ, ਕੋਈ ਵੀ ਵਿਅਕਤੀ ਸੱਤਾ ਤੋਂ ਬਾਹਰ ਹੁੰਦਾ, ਉਦੋਂ ਹੀ ਉਹਨੂੰ ਜਿਹੜੇ ਆ ਉਹ ਜਿਹੜੀਆਂ ਕਮੀਆਂ ਪੇਸ਼ੀਆਂ ਤੇ ਜਿਹੜੀਆਂ ਉਹ ਗਲਤੀਆਂ ਦਿਖਾਈ ਦਿੰਦੀਆਂ ਨੇ, ਜਿਹੜੀਆਂ ਸੱਤਾ 'ਚ ਬੈਠਣ ਵੇਲੇ ਦਿਖਾਈ ਨਹੀਂ ਦਿੰਦੀਆਂ। ਇਹ ਕੀ ਕਾਰਨ ਜੀ? ਬਿਲਕੁਲ, ਮੈਂ ਛੋਟੀ ਜਿਹੀ ਦਰੁਸਤੀ ਕਰਦਾ, ਮਿੱਠੂ ਸਿੰਘ ਤਾਂ ਹਜੇ ਸੱਤਾ ਦੇ ਵਿੱਚ ਹੈਗੇ ਆ, ਸੱਤਾ ਦੇ ਭਾਗੀਦਾਰ ਹੈਗੇ, ਇਹਨਾਂ ਨੂੰ ਤਾਂ ਫਿਰ ਵੀ ਨਹੀਂ ਸੀ ਜਾਂਦੀਆਂ। ਸੋ ਪ੍ਰੀਤ ਜੀ ਦਾ ਸਵਾਲ ਤੁਸੀਂ ਮਿੱਠੂ ਸਿੰਘ ਜੀ ਸੁਣਿਆ, ਔਰ ਇੱਕ ਤਾਂ ਅਸੀਂ ਇਹਦਾ ਸਵਾਲ ਚਾਹਾਂਗੇ, ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦਾ ਜ਼ਿਕਰ ਕਰਦਿਆਂ ਵੀ ਲੋਕ ਕਿੰਨਾ ਡਰਦੇ ਆ। ਜਿਵੇਂ ਪ੍ਰੀਤ ਜੀ ਨੇ ਵੀ ਇਹ ਗੱਲ ਆਖੀ ਵੀ ਲੋਕ ਤਾਂ ਇੰਨੀ ਸ਼ਰਧਾ ਨਾਲ ਜਾਂਦੇ ਆ ਤੇ ਇਹ ਰੱਬ ਦੇ ਜਿਹੜੇ ਵਜ਼ੀਰ ਬਣਾਏ ਹੋਏ ਆ ਵੀ ਇਹ ਅੰਦਰ ਬਹਿ ਕੇ ਕੁਛ ਇੰਨੀਆਂ ਕਰਾਹਤਾਂ ਕਰੀ ਜਾਂਦੇ ਆ ਵੀ ਇਹਨਾਂ ਨੂੰ ਉਹ ਸਜ਼ਾ ਕਦੋਂ ਮਿਲੂਗੀ। ਕਿਉਂਕਿ ਮੈਨੂੰ ਵੀ ਸਾਡਾ ਮੈਨੇਜਰ ਕਹਿੰਦਾ ਵੀ ਕਿਉਂਕਿ ਮੈਡਮ ਨੂੰ ਕੈਂਸਰ ਹੋ ਗਿਆ ਸੀ ਤੇ ਕੈਂਸਰ ਦਾ ਕੋਈ ਫੰਡ ਚੱਲਦਾ ਹੈ ਤੁਹਾਡੇ ਸ਼੍ਰੋਮਣੀ ਕਮੇਟੀ ਦਾ ਜੀ, ਤੇ ਉਹ ਮੈਨੂੰ ਕਹਿੰਦਾ ਸੀ ਵੀ ਐਪਲੀਕੇਸ਼ਨ ਦਿਓ ਤੇ ਮੈਂ ਤੁਹਾਨੂੰ 20,000 ਰੁਪਏ ਦਾ ਹੁਣੇ ਹੀ ਕਹਿੰਦਾ ਕਿ ਉਹ ਦੇ ਦਿੰਦਾ ਜੀ ਤੇ ਤੁਸੀਂ ਲੈ ਲਓ, ਕਹਿੰਦਾ ਮੁਫਤ ਦੇ ਪੈਸੇ ਆ ਜੀ। ਮੈਂ ਕਿਹਾ ਵੀ ਨਾ ਭਰਾਵਾ, ਮੈਂ ਗੁਰਦੁਆਰੇ ਦਾ ਪੈਸਾ ਜਿਹੜਾ ਸੰਗਤ ਦਾ ਪੰਜੀ ਕਰਕੇ ਟੇਕਿਆ ਪੈਸਾ ਮੈਂ ਨਹੀਂ ਲੈਣਾ, ਮੈਂ ਇਲਾਜ ਕਰਵਾ ਸਕਦਾ, ਮੈਂ ਸਮਰੱਥ ਹਾਂ ਤੇ ਮੈਨੂੰ ਕੀ ਸਮੱਸਿਆ, ਮੈਂ ਕਿਉਂ ਲਵਾਂ। ਉਹਨੇ ਬੜਾ ਜ਼ੋਰ ਲਾਇਆ ਪਰ ਮੈਂ ਉਸ ਵਾਸਤੇ ਤਿਆਰ ਨਹੀਂ ਸੀ ਹੋਇਆ। ਪਰ ਇਹ ਲੋਕ ਜਵਾਨ ਡਰਦੇ ਨਹੀਂਗੇ ਜੀ, ਅਸੀਂ ਸਾਨੂੰ ਤਾਂ ਰੱਬ ਦੇ ਘਰੋਂ ਪੰਜੀ ਲੈਣ 'ਚ ਵੀ ਡਰ ਆਉਂਦਾ। ਬਿਲਕੁਲ, ਬੜੇ ਦੁਖੀ ਹਿਰਦੇ ਨਾਲ ਪ੍ਰੀਤ ਸਿੰਘ ਜੀ ਨੇ ਇਹ ਵਿਆਖਿਆ ਕੀਤੀ ਹੈ ਕਿ ਇਸ ਤਰ੍ਹਾਂ ਦਾ ਕਿਉਂ ਹੋ ਰਿਹਾ ਹੈ। ਨਰੈਣੂ ਮਹੰਤ ਜਿਹੜੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਜਿਨ੍ਹਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸਨ, ਤੇ ਆਹ ਜਿਹੜੇ ਮਹੰਤ ਨੇਗੇ ਉਦੋਂ ਕਿਤੇ ਵੱਧ ਜ਼ਿਆਦੇ ਇਹ ਸ਼ੈਤਾਨ ਚਲਾਕ, ਔਰ ਇਹਨਾਂ ਦੀ ਪਹੁੰਚ ਵੀ ਉਦੋਂ ਕਿਤੇ ਵੱਡੀ ਹੈਗੀ,
ਔਰ ਇਹਨਾਂ ਤੋਂ ਗੁਰਦੁਆਰਾ ਸਥਾਨ ਕਦੋਂ ਛੁਡਾਏ ਜਾਣਗੇ, ਇਹ ਕਿਵੇਂ ਛੁਡਾਏ ਜਾਣਗੇ। ਬਿਲਕੁਲ ਅੱਜ ਇਹੀ ਸਿੱਖ ਕੌਮ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ। ਔਰ ਜਿੱਥੋਂ ਤੱਕ ਰਹੀ ਗੱਲ, ਮੈਂ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਂ। ਸਾਡੀ ਜਿੰਨੀ ਕੁ ਸਮਰੱਥਾ ਹੈ, ਦੇਖੋ ਸਮਰੱਥਾ ਸਾਡੀ ਕਿੰਨੀ ਕੁ ਹੈ, ਅਸੀਂ ਜਦੋਂ ਬਜਟ ਵਿੱਚ ਹੁੰਦੇ ਹਾਂ ਸਾਰੇ 12-15 ਮੈਂਬਰ ਹੁੰਦੇ ਆ ਜਿਹੜੇ ਇਹ ਕਹਿੰਦੇ ਆ ਵੀ ਬਜਟ ਦੇ ਵਿੱਚ ਅਸੀਂ ਸਵਾਲ ਉਠਾਉਂਦੇ ਹਾਂ। ਸਾਲ ਦੇ ਵਿੱਚ 2 ਬੈਠਕਾਂ ਹੁੰਦੀਆਂ ਨੇ ਸਿਰਫ ਮੈਂਬਰ ਸਾਹਿਬਾਨਾਂ ਦੀਆਂ। ਉਹ 2 ਬੈਠਕਾਂ ਦੇ ਵਿੱਚ ਜਿੰਨੀ ਕਿ ਅਸੀਂ ਸਵਾਲ ਚੁੱਕ ਸਕਦੇ ਹਾਂ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਪਿਛਲੇ ਸਮੇਂ 'ਚ ਤਕਰੀਬਨ ਪਿਛਲੇ 4 ਸਾਲਾਂ ਤੋਂ ਲੈ ਕੇ, ਚਾਹੇ ਉਹ ਜ਼ਮੀਨਾਂ ਦੇ ਘਟਾਲੇ ਨੇਗੇ, ਚਾਹੇ ਉਹ ਦੇਸੀ ਘਿਓ ਦੀ ਖਰੀਦ ਹੈਗੀ, ਚਾਹੇ ਹੋਰ ਜਿੰਨੇ ਘਟਾਲੇ ਨੇ ਗੁਰਦੁਆਰਾ ਦੇ ਅੰਦਰ ਘਟਾਲੇ ਨੇਗੇ, ਚਾਹੇ ਆਚਰਣਹੀਣ ਦੀਆਂ ਘਟਨਾਵਾਂ ਨੇ, ਇਹਨਾਂ ਸਾਰਿਆਂ ਉੱਤੇ ਅਸੀਂ ਖੜ ਕੇ ਰੌਲਾ ਪਾਇਆ। ਪਰ ਬਹੁਤ ਘੱਟ ਗਿਣਤੀ 'ਚ, ਇੱਕ ਪਾਸੇ ਬੜੀ ਵੱਡੀ ਗਿਣਤੀ ਹੈ। ਔਰ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਸਾਨੂੰ ਬੜਾ ਮਤਲਬ ਜਿਵੇਂ ਕਹਿੰਦੇ ਬੋਲਣ ਤੱਕ ਨਹੀਂ ਦਿੱਤਾ ਜਾਂਦਾ, ਸਾਨੂੰ ਘੂਰਨ ਤੱਕ ਆਉਂਦੇ ਨੇਗੇ। ਇੱਥੋਂ ਤੱਕ ਕਿ ਰਣਜੀਤ ਸਿੰਘ ਸਾਹਿਬਾਨ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਉਹ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਵਿੱਚ ਬੈਠੇ ਹੋਏ ਨੇ। ਇਹ ਸਾਡੇ ਇੱਕ ਮੈਂਬਰ ਸਾਹਿਬਾਨ ਨੇ, ਜਦੋਂ ਮਤਲਬ ਅਸੀਂ ਸਾਰੇ 11-12 ਮੈਂਬਰ ਸਾਹਿਬਾਨ ਰੌਲਾ ਪਾਉਂਦੇ, ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਰਿਆਦ ਕਰਨ ਵਾਸਤੇ ਉੱਥੇ ਖੜੇ, ਤਾਂ ਉਹ ਕਿਰਪਾਨ ਨਾਲ ਘੂਰਨ ਲੱਗ ਗਿਆ। ਸੋ ਅਸੀਂ ਤਾਂ ਹੈਰਾਨ ਆ ਵੀ ਇਹਨਾਂ ਵਿੱਚ ਗੁਰੂ ਦੀ ਮਰਜ਼ਾਦਾ ਤਾਂ ਹੈ ਹੀ ਨਹੀਂ, ਤੇ ਗੁਰੂ ਨੇ ਇਹਨਾਂ ਨੂੰ ਸਜ਼ਾ ਦੇਣੀ ਆਰੰਭ ਕਰਤੀ। ਦੇਖੋ ਹੁਣ ਅਕਾਲੀ ਦਲ ਕਦੇ ਵੀ ਅਸੈਂਬਲੀ ਦੇ ਵਿੱਚ ਇਸ ਪੱਧਰ ਤੱਕ ਨੀਵਾਂ ਨਹੀਂ ਆਇਆ ਜਿਸ ਪੱਧਰ ਤੱਕ ਹੁਣ ਆ ਚੁੱਕੇਗਾ। 3 ਮੈਂਬਰ ਨੇ ਅਕਾਲੀ ਦਲ ਦੇ, ਕਿੱਥੇ ਅਕਾਲੀ ਦਲ ਦਾ ਰਾਜ ਭਾਗ ਹੁੰਦਾ ਸੀ। ਔਰ ਹੁਣ ਇਹਦੇ ਵਿੱਚ ਹੋਰ ਅੰਦਰੋਂ ਟੁੱਟ ਭੱਜ ਹੋਣੀ ਆਰੰਭ ਹੋ ਚੁੱਕੀ ਹੈ। ਔਰ ਲੋਕ ਜਾਣੇ ਜਾਣਗੇ ਜੋ ਕੁਝ ਇੱਥੇ ਹੋ ਰਿਹਾ ਹੈਗਾ। ਮੈਂ ਕਹਿੰਦਾ ਵੀ ਲੋਕ ਇਸ ਵਕਤ ਜਿਵੇਂ ਕਹਿੰਦੇ ਵੀ ਮੁੱਠੀਆਂ 'ਚ ਸੁੱਕੀ ਬੈਠਣਗੇ। ਜਦੋਂ ਚੋਣ ਆਈ ਉਦੋਂ ਲੋਕ ਦੱਸਣਗੇ ਕਿਹੜੇ ਭਾਗ ਗੱਲ। ਇੱਕ ਕਾਲਰ ਸਾਡੇ ਨਾਲ ਹੋਰ ਜੁੜ ਗਏ ਨੇ ਜੀ, ਕਾਲ ਲੈ ਲਈ, ਫਿਰ ਉਸ ਤੋਂ ਬਾਅਦ ਅੱਗੇ ਵਧਦੇ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਮਾਮ ਸਾਹਿਬ ਸਤਿ ਸ਼੍ਰੀ ਅਕਾਲ, ਮਿੱਠੂ ਸਿੰਘ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ ਭਾਮ ਸਾਹਿਬ, ਤੁਸੀਂ ਵੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੋਂ। ਬਿਲਕੁਲ ਜੀ, ਬਿਲਕੁਲ ਜੀ। ਸਾਡੇ ਫਿਰੋਜ਼ਪੁਰ ਵਿਖੇ ਵੀ ਗੁਰਦੁਆਰਾ ਜਾਮਨੀ ਸਾਹਿਬ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੇ ਇੱਥੇ। ਅੱਜ ਧਰਮ ਪਰਿਵਰਤਨ ਅਤੇ ਪਤਿਤ ਪੁੰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। 2006 ਦੇ ਵਿੱਚ, ਨੋਟ ਕਰੋ ਜੀ ਸਰ, 17 ਸਾਲ ਪੁਰਾਣੀ ਗੱਲ ਮੈਂ ਕਰ ਰਿਹਾ ਜੀ। 2006 ਦੇ ਵਿੱਚ ਅਸੀਂ ਚੋਰੀ ਲਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ। ਗੁਰਦੁਆਰਾ ਸਾਹਿਬ ਦੀਆਂ ਦੁਕਾਨਾਂ ਜਿਹੜੀਆਂ ਕਿਰਾਏ ਤੇ ਦਿੱਤੀਆਂ ਗਈਆਂ, ਉਹਨਾਂ ਦੇ ਵਿੱਚ ਟੋਪੀਆਂ ਅਤੇ ਕ੍ਰਾਸ ਵਿਕ ਰਿਹਾ। ਕ੍ਰਾਸ ਸਰ, ਮੇਰੀ ਗੱਲ ਤੇ ਥੋੜਾ ਜਿਹਾ ਫੋਕਸ ਕਰੇ। ਬਹੁਤ ਬਿਲਕੁਲ। ਜਿਹੜੇ ਕ੍ਰਾਸ ਕਿਹੜੇ ਧਰਮ ਨਾਲ ਸੰਬੰਧਿਤ ਨੇ ਸਾਰਿਆਂ ਨੂੰ ਪਤਾ। ਉਸ ਸੰਬੰਧੀ ਅਸੀਂ ਸਟੋਰੀ ਲਾ ਰਹੇ ਹਾਂ, ਮੈਂਬਰ ਸਾਹਿਬਾਨ ਨੂੰ ਪੁੱਛ ਰਹੇ ਹਾਂ, ਉਸ ਸਮੇਂ ਜਿਹੜੇ ਪ੍ਰਧਾਨ ਜੀ ਨੇ SGPC ਦੇ ਉਹਨਾਂ ਨੂੰ ਪੁੱਛ ਰਹੇ ਹਾਂ ਜੀ, ਤੇ ਉਹ ਉਹਨਾਂ ਨੇ ਫੋਨ ਹੀ ਕੱਟਤੇ ਜੀ, ਜਵਾਬ ਤਾਂ ਕੀ ਦੇਣਾ ਉਹਨਾਂ ਦਾ। ਤੇ ਹੁਣ ਇਹਦੇ ਚ ਇੱਥੇ ਸਵਾਲ ਇਹ ਆ ਵੀ ਜੇ ਅੱਜ ਤੋਂ 17 ਸਾਲ ਪਹਿਲੋਂ ਜੇ ਸਾਡੀ ਨਿਗਾਹ ਪਈ ਏ ਤੇ ਇਹ ਕੰਮ ਜਿਹੜਾ ਸੀ, ਇਹ ਸਾਰਾ ਵਰਤਾਰਾ ਇਹ ਕਦੋਂ ਤੋਂ ਚੱਲ ਰਿਹਾ ਸੀ, ਤੇ ਕੀ ਇਹਨੂੰ ਜਾਣਬੁੱਝ ਕੇ ਵਧਣ ਫੁੱਲਣ ਦਿੱਤਾ ਗਿਆ? ਫਿਰੋਜ਼ਪੁਰ ਤਾਂ ਅੰਮ੍ਰਿਤਸਰ ਤੋਂ ਥਿੰਦ ਸਾਹਿਬ ਬਹੁਤ ਦੂਰ ਹੈ। ਔਰ ਜਦੋਂ ਅੰਮ੍ਰਿਤਸਰ ਦੇ ਉਹਨਾਂ ਦੇ ਥੱਲੇ ਬੈਠ ਕੇ ਇਹ ਕੁਛ ਹੋਈ ਜਾਂਦਾ ਤੇ ਉਹਨਾਂ ਨੂੰ ਉਹ ਨਹੀਂ ਦਿਸਦਾ, ਤੇ ਆਪਣਾ ਕਿਵੇਂ ਦਿਸੂਗਾ ਜੀ? ਬਿਲਕੁਲ ਜੀ ਮਿੱਠੂ ਸਿੰਘ ਜੀ, ਤੁਸੀਂ ਸਵਾਲ ਸੁਣਿਆ ਉਹਨਾਂ ਦਾ ਕਿ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਹੋਣ, ਉੱਥੇ ਬੀੜੀਆਂ ਸਿਗਰਟਾਂ ਵੀ ਮਿਲਣ, ਉੱਥੇ ਕ੍ਰਾਸ ਵੀ ਮਿਲੇ, ਉੱਥੇ ਡੇਰਾ ਸੱਚੇ ਸੌਦੇ ਦੇ ਉਹ ਜਿਹੜੇ ਇੰਸਾਂ ਵਾਲੇ AK ਵੀ ਮਿਲਣ, ਤੇ ਸਾਰਾ ਕੁਝ ਮਿਲੇ, ਤੇ ਫਿਰ ਸਾਡਾ ਧਰਮ ਜਾਊ ਕਿੱਥੇ ਜੀ? ਬਹੁਤ ਇਹ ਅਹਿਮ ਸਵਾਲ ਹੈ ਜੀ। ਇਹ ਇਸ ਹੱਦ ਤੱਕ ਵੋਟਾਂ ਲੈਣ ਦੀ ਖਾਤਰ ਘੁਸਪੈਠ ਹੋਈ ਹੈ ਪਿਛਲੇ ਸਮੇਂ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕਦਾਰ ਨੇ ਉਹਨਾਂ ਵਿੱਚ ਵੀ ਇਹ ਡੇਰਾਵਾਦੀ ਲੋਕ ਨੇ ਜਿਹੜੇ ਉਹਨਾਂ ਨੂੰ ਭਰਤੀ ਕੀਤਾ ਗਿਆ। ਉਹਨਾਂ ਦੇ ਵਿੱਚ ਵੀ ਟੀਚਰ ਨੇ, ਪ੍ਰੋਫੈਸਰ ਨੇ, ਉਹ ਸਿਫਾਰਸ਼ ਸੀ ਉਹਨਾਂ ਦੀ ਆਧਾਰ ਤੇ ਲਾਏ ਗਏ ਨੇ। ਅੱਜ ਜੇ ਇਹ ਗੱਲ ਦੀ ਪੜਤਾਲ ਕੀਤੀ ਜਾਵੇ ਤਾਂ ਤੁਹਾਨੂੰ ਖਾਸ ਤੌਰ ਤੇ ਹਲਕਾ ਪਾਰਲੀਮਾਨੀ ਬਠਿੰਡਾ, ਹਲਕਾ ਪਾਰਲੀਮਾਨੀ ਜਿਹੜਾ ਹੈਗਾ ਫਿਰੋਜ਼ਪੁਰ, ਇਚੇਚੇ ਤੌਰ ਤੇ ਸੰਗਰੂਰ ਦਾ ਵੀ ਪਾਰਲੀਮਾਨੀ ਹਲਕਾ ਜਿਹੜਾ ਉਹਦਾ ਵੀ ਲਹਿਰੇ ਗਾਗੇ ਸਾਈਡ ਤੋਂ ਲੈ ਕੇ ਇਹ ਸਾਰਾ ਏਰੀਆ, ਉਹਦੇ ਵਿੱਚ ਤੁਹਾਨੂੰ ਪ੍ਰਤੀਤ ਹੋਊਗਾ ਪਟਿਆਲੇ ਤੱਕ ਦੇ ਏਰੀਏ ਤੱਕ
ਕਿ ਇਹ ਇੱਕ ਵਿਸ਼ੇਸ਼ ਡੇਰੇ ਨਾਲ ਸੰਬੰਧਿਤ ਲੋਕਾਂ ਨੂੰ ਜਿਹੜਾ ਹੈਗਾ ਉਹਦੇ 'ਚ ਭਰਤੀ ਕੀਤਾ ਗਿਆ ਹੈਗਾ। ਤੇ ਜਿੱਥੋਂ ਤੱਕ ਰਹੀ ਗੱਲ ਉਹ ਪਰਿਵਾਰ, ਜਿਹੜੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ 84 ਤੋਂ ਬਾਅਦ, ਦੁੱਖ ਹੰਢਾਇਆ, ਬੜਾ ਤਸ਼ੱਦਦ ਸਹਿਆ, ਹਾਂ, ਉਹਨਾਂ ਦੇ ਬੱਚੇ ਜੇ ਕੋਈ ਪੜ੍ਹ ਲਿਖ ਗਏ ਉਹਨਾਂ ਨੂੰ ਇਸ ਕਰਕੇ ਨਹੀਂ ਵਿਦਿਅਕ ਅਦਾਰਿਆਂ ਦੇ ਵਿੱਚ ਰੱਖਿਆ ਜਾਂਦਾ ਵੀ ਕਿੰਤੂ ਪਰੰਤੂ ਕਰਨ ਵਾਲੇ ਨੇਗੇ, ਇਹ ਉਹ ਲਹਿਰਾਂ ਨਾਲ ਸੰਬੰਧਿਤ ਨੇਗੇ। ਸੋ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈਗਾ ਉਹਦੇ ਵਿੱਚ ਇਸ ਹੱਦ ਤੱਕ ਨਿਘਾਰ ਸਰਕਾਰ ਵੇਲੇ ਜ਼ਿਆਦਾ ਆਇਆ, ਜਦੋਂ ਖੁਦ ਅਕਾਲੀ ਦਲ ਦੀ ਸਰਕਾਰ ਸੀ, ਔਰ ਕੰਮ ਵੀ ਉਹਨਾਂ ਲੋਕਾਂ ਦੇ ਪਹਿਲ ਦੇ ਆਧਾਰ ਹੁੰਦੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਮੇਟੀ ਦੇ ਇਹ ਕੰਮ ਨੇ ਜਿਹੜੇ ਬਾਅਦ ਚ ਹੁੰਦੇ ਸੀ, ਪਹਿਲਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਕਿਹਾ ਜਾਂਦਾ ਵੀ ਦੱਸੋ ਤੁਸੀਂ ਬਦਲੀਆਂ ਕਿਹੜੇ ਮੁਲਾਜ਼ਮਾਂ ਦੀਆਂ ਕਿੱਥੇ ਕਰਾਉਣੀਆਂ। ਉਸ ਤੋਂ ਬਾਅਦ ਫੇਰ ਬਦਲੀਆਂ ਜਿਹੜੀਆਂ ਆਣਗੀਆਂ ਸੰਬੰਧਿਤ MLA ਨੂੰ, ਉਸ ਜ਼ਿਲ੍ਹੇ ਦਿਆਂ ਨੂੰ, ਸੰਬੰਧਿਤ ਇੰਚਾਰਜਾਂ ਨੂੰ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਸੀਗਾ, ਪਹਿਲਾਂ ਉਹਨਾਂ ਦੀ ਪਹਿਲ ਦਿੱਤੀ ਜਾਂਦੀ ਸੀ। ਬਹੁਤ ਕੁਝ ਪਿਛਲੇ ਸਮੇਂ ਚੱਲਿਆ। ਜਦੋਂ ਸਥਿਤੀ ਹੁਣ ਆਪਾਂ ਨੂੰ ਪਤਾ ਹੈ ਕਿ ਜਿਸ ਘਟਨਾ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖਿਆ ਉਹ ਹੈ ਬਰਗਾੜੀ ਘਟਨਾ, ਬੇਅਦਬੀ ਘਟਨਾ। ਭਾਵੇਂ ਉਹ ਅਕਾਲੀ ਦਲ ਨੇ ਨਹੀਂ ਕੀਤੀ ਸੀ ਘਟਨਾ, ਅਕਾਲੀ ਦਲ ਦੀ ਸਰਕਾਰ ਹੁੰਦਿਆਂ ਇਹਨਾਂ ਨੇ ਪ੍ਰੋਟੈਕਟ ਕੀਤਾ ਸੀ ਘਟਨਾ ਕਰਨ ਵਾਲਿਆਂ ਨੂੰ, ਉਹਨਾਂ ਨੂੰ ਫੜਿਆ ਨਹੀਂ ਸੀਗਾ ਤੇ ਉਹਨਾਂ ਨੂੰ ਫੜਿਆ ਨਹੀਂ ਸੀਗਾ ਔਰ ਬਕਾਇਦਾ ਉਹਦੀ ਸਰਪ੍ਰਸਤੀ ਕੀਤੀ ਸੀ। ਔਰ ਬਕਾਇਦਾ ਤੌਰ ਤੇ ਇਹ ਸਾਰੀਆਂ ਘਟਨਾਵਾਂ ਕਰਕੇ ਅੱਜ ਅਕਾਲੀ ਦਲ ਨੂੰ ਜਿਹੜਾ ਹੈਗਾ ਉਹ ਆਹ ਦਿਨ ਦੇਖਣੇ ਪਏ, ਕਿਉਂਕਿ ਪੰਥਕ ਸਭਾ ਚੋਂ ਆਪਦਾ ਭਰੋਸਾ ਖੋ ਚੁੱਕੀ ਹੈ। ਬਿਲਕੁਲ ਜੀ। ਮਿੱਠੂ ਸਿੰਘ ਜੀ, ਇੱਕ ਜਿਹੜਾ ਸਭ ਤੋਂ ਭਖਦਾ ਵਿਸ਼ਾ ਹੈਗਾ, ਜਿਹੜਾ ਅਕਾਲੀ ਦਲ ਨਾਲ ਵੀ ਜੁੜਿਆ, ਸ਼੍ਰੋਮਣੀ ਕਮੇਟੀ ਨਾਲ ਵੀ ਜੁੜਿਆ, ਸਿੱਖਾਂ ਨਾਲ ਵੀ ਜੁੜਿਆ, ਠੀਕ ਹੈ, ਉਹ ਚਾਹੇ ਹਿੰਦੁਸਤਾਨ 'ਚ ਕਿਤੇ ਬੈਠੇ ਹੋਣ ਤੇ ਚਾਹੇ ਵਿਦੇਸ਼ਾਂ 'ਚ ਬੈਠੇ ਹੋਣ, ਗੁਰਬਾਣੀ ਪ੍ਰਸਾਰਨ ਜਿਹੜਾ ਹੈ ਉਹ ਬਹੁਤ ਅਹਿਮੀਅਤ ਰੱਖਦਾ ਸਾਰੇ ਸਿੱਖਾਂ ਵਾਸਤੇ, ਕਿਉਂਕਿ ਬਹੁਤੇ ਜਿਹੜੇ ਲੋਕ ਹੈ ਉਹ ਤਾਂ ਉੱਥੋਂ ਦਾ ਨਿਤਨੇਮ ਸੁਣ ਕੇ ਹੀ ਚਾਹ ਪਾਣੀ ਪੀਂਦੇ ਆ, ਪਰ ਉਸ ਤੇ ਇੱਕ ਧਿਰ ਦਾ ਜਿਹੜਾ ਸਪਸ਼ਟ ਰੂਪ 'ਚ ਕਹਾਂ ਬਾਦਲ ਪਰਿਵਾਰ ਦਾ ਜਿਹੜਾ ਕਬਜ਼ਾ ਹੋ ਗਿਆ, ਔਰ ਉਹ ਕਬਜ਼ਾ ਟੁੱਟਣ ਦਾ ਨਾਂ ਨਹੀਂ ਲੈ ਰਿਹਾ। ਬੜਾ ਕੁਛ ਇੰਨਾ ਹੋ ਹੱਲਾ ਹੋਇਆ, ਸਰਕਾਰ ਨੇ ਉਸ ਸੰਬੰਧ ਦੇ ਵਿੱਚ ਕਾਨੂੰਨ ਵੀ ਜਿਹੜਾ ਉਹ 'ਚ ਸੋਧ ਕਰਤੀ ਹੈ। ਕਾਨੂੰਨ ਦੇ ਸੋਧ ਦੇ ਬਾਵਜੂਦ ਵੀ ਪ੍ਰਧਾਨ ਜੀ ਦਾ ਔਰ ਸਾਰੀ ਸ਼੍ਰੋਮਣੀ ਕਮੇਟੀ ਦਾ ਜ਼ੋਰ ਇਸ ਗੱਲ 'ਚ ਲੱਗ ਰਿਹਾ ਹੈ ਵੀ ਉਹ PTC ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ, PTC ਦੇ ਜਿਹੜੀ ਕਮਾਈ ਹੈ ਉਹਦੇ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਅਸੀਂ ਬੈਠੇ ਹੋਈਏ ਤੇ ਬਾਦਲਾਂ ਦੇ ਘਰੇ ਨੋਟ ਨਾ ਜਾਣ। ਇਹ ਤਾਂ ਫਿਰ ਸੰਭਵ ਨਹੀਂ ਜੀ ਗੱਲ। ਜੀ ਬਲਦੇਵ ਸਿੰਘ ਜੀ, ਤੁਸੀਂ ਸਵਾਲ ਵੀ ਖੜਾ ਕਰਤਾ, ਤੁਸੀਂ ਜਵਾਬ ਵੀ ਆਪ ਹੀ ਦੇਤਾ। ਚਲੋ ਆਪਾਂ ਗੱਲ ਕਰਦੇ ਹਾਂ ਕਿ 1.25 ਸਾਲ ਹੋ ਗਿਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਦਾਰ ਸ੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਉਹਨਾਂ ਨੇ ਆਦੇਸ਼ ਵੀ ਜਾਰੀ ਕੀਤਾ ਔਰ ਆਦੇਸ਼ ਜਾਰੀ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਬੜੇ ਕਿਸਮ ਦੇ ਇਹ ਜੋ ਚੈਨਲ ਚਾਲੂ ਕਰਨ ਵਾਸਤੇ ਸੰਬੰਧ ਚ ਤੇ ਵੈਬਸਾਈਟ ਜਿਹੜਾ ਹੈਗਾ ਉਹ ਸ਼ੁਰੂ ਕਰਨ ਵਾਸਤੇ ਬੜੇ ਬਹਾਨੇਬਾਜ਼ੀਆਂ ਕੀਤੀਆਂ। ਅਖੀਰ ਦੇ ਵਿੱਚ ਜਦੋਂ ਇਹ ਪੂਰਾ ਹੋ ਗਿਆ, ਉਹਨਾਂ ਦਾ 11 ਸਾਲ ਦਾ ਜਿਹੜਾ ਐਗਰੀਮੈਂਟ ਸੀ, ਜਦ ਉਹ ਪੂਰਾ ਹੋ ਗਿਆ ਤਾਂ ਸਭਨਾਂ ਨੂੰ ਇਹ ਆਸ ਬੱਝੀ ਸੀ ਕਿ ਹੁਣ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਦਾ ਇਜਲਾਸ ਵੀ ਕਰ ਲਿਆ। ਇਸੇ ਮਸਲੇ ਉੱਤੇ ਵਿਸ਼ੇਸ਼ ਇਜਲਾਸ ਕੀਤਾ ਗਿਆ ਤੇ ਸਾਰੇ ਮੈਂਬਰਾਂ ਨੇ ਇੱਕ ਸੁਰ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਕਿ ਨਿੱਜੀ ਚੈਨਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ੁਰੂ ਕਰਨਾ ਚਾਹੀਦਾ ਤੇ ਸ਼ੁਰੂ ਹੋ ਜਾਵੇਗਾ ਜੀ। ਤੇ ਉਹ ਪਰ ਅਫਸੋਸ ਇਸ ਗੱਲ ਦਾ ਵੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਜੀ ਨੇ ਇਹ ਕਹਿ ਕੇ ਫਿਰ ਲੋਕਾਂ ਨੂੰ ਗੁੰਮਰਾਹ ਕੀਤਾ ਕਿ 3 ਮਹੀਨੇ ਅਜੇ ਹੋਰ ਲੱਗਣਗੇ, ਇਹ ਜੋ ਚੈਨਲ ਆ ਜਿਹੜਾ ਨਿੱਜੀ ਚੈਨਲ ਸ਼ੁਰੂ ਕਰਨ ਦੇ ਵਾਸਤੇ ਮਨਜ਼ੂਰੀਆਂ ਵਗੈਰਾ ਲੈਣੀਆਂ ਨੇਗੀਆਂ ਉਸ ਵਾਸਤੇ, ਪਰ ਜੋ ਵੈਬਸਾਈਟ ਹੈਗੀ ਉਹ ਹੁਣੇ ਸ਼ੁਰੂ ਕਰ ਰਹੇ ਆ ਤੇ ਉਹਦੇ ਵਾਸਤੇ 3 ਮਹੀਨੇ ਲੱਗਣਗੇ। ਫਿਰ ਥੋੜੇ ਦਿਨਾਂ ਬਾਅਦ ਹੀ ਫਿਰ ਕਰਵਟ ਲੈ ਲਈ। ਉਹ ਕਰਵਟ ਇਹ ਲੈਤੀ ਕਿ ਅਜੇ ਟਾਈਮ ਲੱਗੂਗਾ,
ਇਸ ਲਈ ਪੀਟੀਸੀ ਪੰਜਾਬੀ ਨੂੰ ਸੇਵਾਵਾਂ ਹੀ ਜਾਰੀ ਰੱਖਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਜਿਹੜਾ ਮੌਜੂਦਾ ਜਥੇਦਾਰ ਰਹਿ ਗਿਆ ਉਹ ਤੋਂ ਕਹਾ ਦਿੱਤਾ ਗਿਆ ਕਿ ਪੀਟੀਸੀ ਚੈਨਲ ਆ ਜਿਹੜਾ ਪੰਜਾਬੀ ਚੈਨਲ ਆ ਇਹ ਸੇਵਾਵਾਂ ਜਾਰੀ ਰੱਖੇ। ਮੀਨ ਟਾਈਮ ਦੇ ਵਿੱਚ ਇੱਕ ਇਹ ਵੀ ਫੈਸਲਾ ਕਰ ਲਿਆ ਗਿਆ ਸੀ ਕਿਸੇ ਕੰਪਨੀ ਨੂੰ 3 ਮਹੀਨਿਆਂ ਲਈ 12 ਲੱਖ ਰੁਪਇਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਉਸ ਨੂੰ ਜਿਹੜਾ ਹੈਗਾ ਪ੍ਰਚਾਰ ਕਰਨ ਦਾ ਜਿਹੜਾ ਵੈਬਸਾਈਟ ਦੇ ਉੱਤੇ ਪ੍ਰਚਾਰ ਕਰਨ ਦਾ ਜਿਹੜਾ ਹੈਗਾ ਅਧਿਕਾਰ ਦੇ ਦਿੱਤੇ ਸੀਗੇ। ਪਰ ਫਿਰ ਛੇਤੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਹ ਆਦੇਸ਼ ਜਾਰੀ ਕਰਵਾਤਾ ਗਿਆ ਕਿ ਪੀਟੀਸੀ ਪੰਜਾਬੀ ਚੈਨਲ ਜਾਂ ਇਹ ਉਹਨਾਂ ਚਿਰ ਸੇਵਾਵਾਂ ਜਾਰੀ ਰੱਖੇ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਵਾਂ ਚੈਨਲ ਸ਼ੁਰੂ ਨਹੀਂ ਕਰ ਸਕਦੀ। ਤੇ ਦੇਖੋ ਕਿੱਥੇ ਸਮਾਂ ਵੱਧ ਸੀ ਵੀ 3 ਮਹੀਨਿਆਂ ਦੇ ਅੰਦਰ ਅਸੀਂ ਜਿਹੜਾ ਹੈਗਾ ਸੈਟਲਾਈਟ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ, ਕਿੱਥੇ ਹੁਣ ਉਹਨਾਂ ਚਿਰ ਅਨਿਸ਼ਚਿਤ ਸਮੇਂ ਯਾਨੀ ਕਹਿਣ ਤੋਂ ਬਾਅਦ ਅਨਿਸ਼ਚਿਤ ਸਮੇਂ। ਇੱਕ ਜਥੇਦਾਰ ਨੇ ਜਿਹਨੇ ਇਹ ਬਿਆਨ ਕੀਤਾ ਕਿ ਨਿੱਜੀ ਚੈਨਲ ਸ਼ੁਰੂ ਕਰਨਾ ਚਾਹੀਦਾ ਔਰ ਦੂਸਰਾ ਜਥੇਦਾਰ ਜੋ ਉਹਨਾਂ ਤੋਂ ਬਾਅਦ ਹੋਂਦ ਵਿੱਚ ਆਏ ਜੋ ਉਹਨਾਂ ਤੋਂ ਬਾਅਦ ਜਥੇਦਾਰ ਜਿਨ੍ਹਾਂ ਨੂੰ ਬਣਾਇਆ ਗਿਆ ਉਹਨਾਂ ਨੇ ਇਹ ਐਲਾਨ ਕਰਤਾ ਕਿ ਨਹੀਂ ਇਹਨਾਂ ਸੇਵਾਵਾਂ ਆਪਣੀਆਂ ਜਾਰੀ ਰੱਖਣੀਆਂ ਚਾਹੀਦੀਆਂ। ਸੋ ਇਹ ਮਤਲਬ ਵੱਡੀ ਪੱਧਰ ਤੇ ਜਿਹੜੀ ਸਿੱਖ ਕੌਮ ਦੇਸ਼ਾਂ ਵਿੱਚ ਜਿਹੜੀ ਇਸ ਗੱਲ ਦੀ ਆਸ ਕਰਦੀ ਸੀ ਕਿ ਗੁਰਬਾਣੀ ਪ੍ਰਸਾਰਣ ਹੈ ਜਿਹੜਾ ਇਹ ਇਕੱਲੇ ਇੱਕ ਚੈਨਲ ਨੂੰ ਕਿਉਂ ਇਹ ਤੇ ਸਾਰੇ ਵੀ ਚੈਨਲ ਜਿਹੜੇ ਉਹ ਪ੍ਰਸਾਰਣ ਕਰਨ ਤਾਂ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਫੈਲੇ। ਪਰ ਹੁਣ ਇੱਕ ਚੈਨਲ ਜਿਸ ਚੈਨਲ ਦਾ ਬਾਦਲ ਪਰਿਵਾਰ ਦਾ ਜਿਹੜਾ ਚੈਨਲ ਹੈ ਬਾਦਲ ਪਰਿਵਾਰ ਹੈ ਜਿਹੜਾ ਗੁਰਬਾਣੀ ਦਾ ਵਪਾਰ ਕਰਨੋਂ ਜਿਹੜਾ ਉਹ ਪਿੱਛੇ ਨਹੀਂ ਹਟ ਰਿਹਾ। ਸੋ ਲੋਕਾਂ ਨੂੰ ਸਗੋਂ ਖਿਜਾਇਆ ਜਾ ਰਿਹਾ। ਇਹ ਸਭ ਕੁਝ ਲੋਕੀ ਜਾਣ ਚੁੱਕੇ ਨੇਗੇ, ਲੋਕੀ ਵੇਖ ਰਹੇ ਨੇਗੇ ਤੇ ਇਹ ਐਂ ਸਮਝਦੇ ਆ ਕਿ ਇਹ ਜਿਹੜੀਆਂ ਘਟਨਾਵਾਂ ਨੇ ਇਹ ਘਟਨਾਵਾਂ ਤਾਂ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਉਹਨਾਂ ਵੱਲੋਂ ਹੁਣ ਤਾਈਆਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਇਹ ਰਾਜਨੀਤਿਕ ਜਿਹੜਾ ਕਫਨ ਹੈਗਾ ਉਹਦੇ ਵਿੱਚ ਆਖਰੀ ਕਿੱਲ ਗੱਡੇ ਜਾ ਰਹੇ ਨੇ ਜੀ। ਸੋ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਰਵਾਈਵ ਨਹੀਂ ਹੋ ਸਕੇਗਾ ਜੇ ਅਜਿਹਾ ਹੀ ਵਤੀਰਾ ਇਹਨਾਂ ਨੇ ਰੱਖਿਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਢਾਹ ਜਿਹੜੀ ਉਹ ਲੱਗ ਰਹੀ ਹੈਗੀ ਤੇ ਇਸ ਕਰਕੇ ਇੱਕ ਹੋਰ ਮਸਲਾ ਉੱਭਰਿਆ ਜੀ ਉਹ ਲੋਗੋ ਦਾ ਮਸਲਾ ਉੱਭਰਿਆ ਜੀ। ਉਹ ਬੜਾ ਡਿਸਕਸ਼ਨ ਵਿੱਚ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਲੋਗੋ ਤਿਆਰ ਕੀਤਾ ਹੈਗਾ ਜਾਂ ਇਹ ਕਹਿ ਲਓ ਵੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਵੈਬਸਾਈਟ ਚੈਨਲ ਹੈਗਾ ਉਹਦਾ ਨਾਂ ਰੱਖਿਆ ਸੀਗਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਚੈਨਲ ਦਾ ਨਾਂ ਰੱਖਿਆ ਸੀਗਾ ਵੀ ਇਹਦੇ ਉੱਤੇ ਇਹ ਜਿਹੜਾ ਹੈ ਗੁਰਬਾਣੀ ਪ੍ਰਸਾਰਣ ਹੋਊਗਾ। ਬਾਅਦ ਵਿਵਾਦ ਹੋਇਆ ਹੁਣ ਉਹਦਾ ਨਾਂ ਬਦਲ ਕੇ ਨਾਂ ਤਾਂ ਰੱਖਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ। ਤੇ ਪਰ ਜਿਹੜਾ ਦੂਸਰਾ ਲੋਗੋ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਕਈ ਹੁਣ ਤਾਂ ਸਵਾਲ ਜਿਹੜੇ ਲੋਕ ਨਿੱਕੇ ਨਿੱਕੇ ਸਵਾਲ ਜਿਹੜੇ ਹੋਰ ਸਵਾਲ ਜਿਹੜੇ ਖੜੇ ਕਰਦੇ ਤੁਰੇ ਆ ਰਹੇ ਨੇ ਕਿਉਂਕਿ ਲੋਕਾਂ ਨੂੰ ਬੜੇ ਖਦਸ਼ੇ ਪੈਦਾ ਹੋ ਗਏ ਜਿਹਨ ਲੋਕੀ ਇਹ ਗੱਲ ਕਹਿੰਦੇ ਨੇ ਕਿ 1604 ਈਸਵੀ ਦੇ ਵਿੱਚ ਸ੍ਰੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਉਸਾਰੀ ਕੀਤੀ। ਅਕਾਲ ਦਾ ਦਰਬਾਰ ਹੈ ਜਿਹੜਾ ਉਹ ਬਣਾਇਆ ਗਿਆ 1604 ਦੇ ਵਿੱਚ। ਦਿੱਲੀ ਦਰਬਾਰ ਦੇ ਬਰਾਬਰ ਦਿੱਲੀ ਦਰਬਾਰ ਤੋਂ ਵੀ ਉੱਚਾ ਦਰਬਾਰ ਹੈ ਜਿਹੜਾ ਉਹ ਲਿਆ ਗਿਆ। ਅੱਜ ਮਤਲਬ ਜਿਹਦੇ ਅਧੀਨ ਅਕਾਲ ਤਖ਼ਤ ਸਾਹਿਬ ਦੇ ਅਧੀਨ ਜਾਂ ਅਕਾਲ ਤਖ਼ਤ ਸਾਹਿਬ ਦੇ ਦਾ ਜਿਹੜਾ ਸੋਚਾ ਪ੍ਰਬੰਧ ਹੈ ਚਾਹੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਹੈ ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੈ ਉਹ ਇਸ ਦਰਬਾਰ ਦੇ ਮਤਲਬ ਨੇ ਉਹ ਮਤਲਬ ਪ੍ਰਬੰਧ ਕਰਨ ਦਾ ਇਹਨਾਂ ਦਾ ਜ਼ਿੰਮਾ ਆ ਗਿਆ ਜੀ। ਤੇ ਲੋਕੀ ਕਹਿੰਦੇ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਹਦੀ ਲੋਕੀ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ ਵੀ ਜੋ ਆ ਲੋਗੋ ਬਣੇਗਾ ਇਹ ਲੋਗੋ ਵੀ ਕਿਸੇ ਹੱਦ ਤੱਕ ਜਾ ਕੇ RSS ਦੀ ਕਿਤੇ ਉਹਦੇ ਨਾਲ ਜਾ ਕੇ ਜੁੜਨ ਵਾਲੀ ਖਦਸ਼ੇ ਪ੍ਰਗਟਾ ਰਹੇ ਨੇ ਕਿਉਂਕਿ ਲੋਕਾਂ ਦੇ ਵਿੱਚ ਇਹ ਖਦਸ਼ੇ ਕਿਉਂ ਉੱਠ ਰਹੇ ਨੇ ਇਹਦਾ ਕਾਰਨ ਇਹ ਹੈ ਵੀ ਪਹਿਲਾਂ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਇਹਨਾਂ ਨੇ ਚੇਂਜ ਕੀਤਾ ਹੈਗਾ ਉਹ ਵੀ ਇੱਕ ਬਕਾਇਦਾ ਤੌਰ ਤੇ ਡੇਰਾਵਾਦੀ ਲੋਕਾਂ ਦਾ ਦਬਾਅ ਬਣਿਆ ਤੇ RSS ਨੇ ਉਹਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਤਾਂ ਇੱਕ ਸਿੱਖ ਕੌਮ ਨੂੰ ਜੋ ਕੈਲੰਡਰ ਮਿਲਿਆ ਸੀ ਨਾਨਕਸ਼ਾਹੀ ਕੈਲੰਡਰ ਜਿਸ ਦੇ ਹਿਸਾਬ ਨਾਲ ਜੋ ਤਿਥ ਤਿਉਹਾਰ ਨਗੇ ਸਾਰੇ ਤੈਅ ਕੀਤੇ ਗਏ ਸੀਗੇ
ਉਹ ਕੈਲੰਡਰ ਦੀ ਅੱਜ ਵੀ ਵਿਦੇਸ਼ਾਂ ਵਿੱਚ ਬੜੀ ਮੰਗ ਹੈ, ਪਰ ਉਹ ਕੈਲੰਡਰ ਨੂੰ ਵੀ ਇੱਕ ਢੰਗ ਨਾਲ ਦਰਕਨਾਰ ਕਰਤਾ। ਪਹਿਲਾਂ ਮਤਲਬ ਇੰਨੀ ਕਿ ਵੀ ਇਹਦੇ ਵਿੱਚ ਸ਼ੋਧ ਕਰ ਲਈ ਜਾਵੇ, ਹੁਣ ਟੋਟਲੀ ਦਰਕਨਾਰ ਕਰਤਾ। ਹੁਣ ਇੱਥੇ ਵੀ ਲੋਕਾਂ ਨੂੰ ਇਹ ਖਾਲਸਾ ਹੈ ਕਿਤੇ ਕਿ ਇਹਦੇ ਤੇ ਵਿੱਚ ਤਾਂ ਇੱਕ ਸਨਾਤਨੀ ਧਰਮ ਹੈ ਜਿਹੜਾ ਉਹ ਦਖਲਅੰਦਾਜ਼ੀ ਕਰ ਰਿਹਾ ਸਾਡੇ ਮਤਲਬ ਇਸ ਹੱਦ ਤੱਕ ਤਾਂ ਨਹੀਂ ਕਿਤੇ ਕੋਈ ਇਹਦੇ ਚ ਦਖਲਅੰਦਾਜ਼ੀ ਕਰ ਰਿਹਾ। ਸੋ ਇਸ ਕਰਕੇ ਇਹ ਦੋਨੇ ਵਿਸ਼ੇ ਨੇ ਬੜੇ ਬਾਦ ਵਿਵਾਦ ਦਾ ਵਿਸ਼ਾ ਬਣੇ ਹੋਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੋਨਾਂ ਸੰਬੰਧ ਵਿੱਚ ਪੰਜਾਬ ਦੇ ਵਿੱਚ ਕੀ ਸਥਿਤੀ ਹੁੰਦੀ ਹੈਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਹੈ ਜਿਹੜੀ ਉਹ ਹੁਣ ਕੀ ਫੈਸਲਾ ਲੈਂਦੀ ਹੈ, ਕਿਉਂਕਿ ਐਗਜ਼ੈਕਟਿਵ ਦੇ ਵਿੱਚ ਸਾਡੇ 3 ਵਿਰੋਧੀ ਧਿਰ ਦੇ ਮੈਂਬਰ ਸਾਹਿਬਾਨ ਉਹਨਾਂ ਦਾ ਵੀ ਇੱਕ ਮਤਲਬ ਉਹਨਾਂ ਦਾ ਵੀ ਇਮਤਿਹਾਨ ਆ ਗਿਆ ਕਿ ਹੁਣ ਜਦੋਂ ਕਿ ਤੁਸੀਂ ਤੁਹਾਡੇ ਜਿਹੜੇ ਪਹਿਲਾ ਫੈਸਲਾ ਕੀਤਾ ਸੀ ਅੱਜ ਤੋਂ 20 ਦਿਨ ਪਹਿਲਾਂ ਉਹ ਫੈਸਲੇ ਨੂੰ ਹੁਣ ਉਲਟਾ ਦਿੱਤਾ ਗਿਆ ਤੇ ਤੁਸੀਂ ਉਸ ਫੈਸਲੇ ਨੂੰ ਜਦੋਂ ਹੁਣ ਫੈਸਲਾ ਪਲਟਿਆ ਗਿਆ ਵੀ ਤੁਸੀਂ ਹੁਣ ਉਹਤੇ ਕਿੰਨਾ ਕੁ ਵਿਰੋਧ ਕਰਦੇ ਹੋ, ਕਿੰਨਾ ਕੁ ਨਹੀਂ ਕਰਦੇ। ਤੇ ਸੋ ਇਸ ਕਰਕੇ ਇਸ ਮਤਲਬ ਕੌਮ ਨੂੰ ਜਿਹੜਾ ਖਿਜਾਇਆ ਜਾ ਰਿਹਾ ਹੈ, ਕੌਮ ਸਭ ਕੁਝ ਦੇਖ ਰਹੀ ਹੈ ਤੇ ਇਹਦੇ ਨਤੀਜੇ ਨੇ ਜਿਹੜੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਬੇਵਿਸ਼ਵਾਸਤਾ ਜਿਹੜੀ ਪੈਦਾ ਹੋ ਰਹੀ ਹੈ ਇਹ ਬਹੁਤ ਮਾੜੀ ਹੈ, ਬੜੇ ਗੰਭੀਰ ਸਿੱਟੇ ਨਿਕਲਣਗੇ। ਜੀ ਮਿੱਠੂ ਸਿੰਘ ਜੀ, ਸਾਡੇ ਕੋਲ ਸਿਰਫ 6 ਮਿੰਟ ਦਾ ਸਮਾਂ ਬਾਕੀ ਰਹਿ ਗਿਆ। ਮੈਂ ਜਾਣਨਾ ਚਾਹੁੰਦਾ ਸੀ ਕਿ ਅਜਿਹੇ ਸਮੇਂ ਦੇ ਵਿੱਚ ਜਦੋਂ ਸਾਰੀਆਂ ਘੱਟ ਗਿਣਤੀਆਂ ਨੂੰ ਖਤਰਾ ਪੈਦਾ ਹੋਇਆ ਹੈ, ਚਾਹੇ ਉਹ ਈਸਾਈ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਸਿੱਖ ਹੋਣ, ਅਜਿਹੇ ਸਮੇਂ ਦੇ ਵਿੱਚ ਸਾਡੀ ਕੋਈ ਰਾਜਨੀਤਿਕ ਪਹੁੰਚ ਨਾ ਹੋਣਾ, ਕਿਉਂਕਿ ਅਕਾਲੀ ਦਲ ਜਿਹੜਾ ਹੈ ਉਹਦੇ ਵਪਾਰੀਕਰਨ ਕਰਕੇ ਜਾਂ ਉਹ ਜਿਹੜਾ ਉਹਨੂੰ ਕਾਰਪੋਰੇਟ ਬਣਾ ਦਿੱਤਾ ਗਿਆ ਉਹਦੇ ਕਰਕੇ ਅਕਾਲੀ ਦਲ ਜਿਹੜਾ ਹੈ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਪਹੁੰਚ ਗਿਆ। ਔਰ ਹਰ ਸਿੱਖ ਚਾਹੁੰਦਾ ਹੈ ਵੀ ਅਕਾਲੀ ਦਲ ਜਿਹੜਾ ਨਾਮ ਹੈ ਉਹ ਮਰਨਾ ਨਹੀਂ ਚਾਹੀਦਾ। ਜੇ ਇਹ ਖਤਮ ਹੁੰਦਾ ਹੈ ਤਾਂ ਸਾਡੀ ਰਾਜਨੀਤਿਕ ਅਗਵਾਈ ਸਾਡੇ ਕੋਲੇ ਕੋਈ ਨਹੀਂ ਰਹਿ ਜਾਣੀ। ਸੋ ਅਜਿਹੇ ਸਮੇਂ ਦੇ ਵਿੱਚ ਅਕਾਲੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਮੌਜੂਦਾ ਅਕਾਲੀ ਲੀਡਰਸ਼ਿਪ, ਜਿਹੜੇ ਕਾਰਪੋਰੇਟ ਘਰਾਣੇ, ਜਿਹੜੇ ਅਸੀਂ ਕਹਿ ਲਈਏ ਵਪਾਰੀ ਜਿਹੜੇ ਕਾਬਜ ਹੋਏ ਬੈਠੇ ਹੈ, ਉਹ ਵਪਾਰੀਆਂ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਅਸੀਂ ਆਪਦੇ ਲਾਲਚ ਵਸ ਆ ਕੇ ਕੌਮ ਦਾ ਐਡਾ ਵੱਡਾ ਨੁਕਸਾਨ ਕਰ ਰਹੇ ਹਾਂ। ਅਜਿਹੇ ਸਮੇਂ ਵਿੱਚ ਜ਼ਿਆਦਾ ਚੱਜ ਦੇ ਕੰਮ ਕਰਦੇ ਤਾਂ ਆਪ ਅਗਵਾਈ ਕਰਦੇ ਰਹਿੰਦੇ, ਜੇ ਆਪ ਤੋਂ ਨਹੀਂ ਚੱਜਦੇ ਹੋਏ ਤਾਂ ਘੱਟੋ ਘੱਟ ਉਹ ਕਿਸੇ ਚੱਜ ਦੇ ਬੰਦੇ ਨੂੰ ਅਗਵਾਈ ਤਾਂ ਸੌਂਪ ਸਕਦੇ ਆ ਨਾ, ਵੀ ਤਾਂ ਜੋ ਕੌਮ ਦਾ ਤਾਂ ਨੁਕਸਾਨ ਨਾ ਹੋਵੇ। ਜੀ ਬਲਦੇਵ ਸਿੰਘ ਜੀ, ਘੱਟ ਗਿਣਤੀਆਂ ਸੰਬੰਧੀ ਹਿੰਦੁਸਤਾਨ ਦੀ ਜੋ ਸਥਿਤੀ ਹੈ ਉਹ ਜਿਹੜੀ ਤੁਸੀਂ ਦਰਸਾਈ ਹੈ ਬਿਲਕੁਲ ਇਹ ਬੜੀ ਚਿੰਤਾ ਦੀ ਸਥਿਤੀ ਵਿੱਚ ਹੈ। ਅੱਜ ਫਿਰਕੂ ਹਿੰਸਾ ਨੇ 2 ਸਟੇਟਾਂ ਨੇ ਜਿਹੜੀਆਂ ਉਹ ਆਪਦੀ ਲਪੇਟ ਵਿੱਚ ਲੈ ਲਈਆਂ ਜੀ। 2024 ਦੀ ਜੋ ਇਲੈਕਸ਼ਨ ਹੈ, ਲੋਕ ਸਭਾ ਇਲੈਕਸ਼ਨ ਹੈ, ਇਹਦੇ ਵਿੱਚ ਇੱਕ ਖਦਸ਼ੇ ਜਤਾਏ ਜਾ ਰਹੇ ਨੇਗੇ ਕਿ ਪੋਲਰਾਈਜੇਸ਼ਨ ਕਰਕੇ ਹਿੰਸਕ ਘਟਨਾਵਾਂ ਫਸਾਦ ਕਰਾ ਕੇ ਇਹ ਸੱਤਾ ਉੱਤੇ ਕਾਬਜ ਹੋਣ ਦੀਆਂ ਕੁਝ ਧਿਰਾਂ ਨੇ ਤਿਆਰੀ ਕਰ ਰਹੀਆਂ ਨੇ ਜੀ। ਤੇ ਮੈਂ ਇੱਥੇ ਬਹੁਗਿਣਤੀ ਧਿਰ ਨੂੰ ਵੀ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਬਹੁਗਿਣਤੀ ਹੈ ਉਹਨਾਂ ਨੂੰ ਵੀ ਤੇ ਘੱਟ ਗਿਣਤੀਆਂ ਨੂੰ ਵੀ ਇਹੀ ਮਤਲਬ ਬੇਨਤੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਵੀ ਸਰਕਾਰ ਆਪਦੇ ਮਨਸੂਬੇ ਕਿਵੇਂ ਪੂਰੇ ਕਰਨ ਵੱਲ ਜਾ ਰਹੀ ਹੈ, ਸਰਕਾਰਾਂ ਕਿਵੇਂ ਮਤਲਬ ਫਿਰਕਾ ਪ੍ਰਸਤੀ ਉਭਾਰ ਰਹੀਆਂ ਨੇਗੀਆਂ ਤੇ ਘੱਟ ਗਿਣਤੀਆਂ ਨੂੰ ਵਿਸ਼ੇਸ਼ ਤੌਰ ਤੇ ਅੱਜ ਬਚਣ ਦੀ ਲੋੜ ਹੈ ਇਹਨਾਂ ਸਥਿਤੀਆਂ ਤੋਂ। ਜਿੱਥੇ ਤੱਕ ਰਹੀ ਗੱਲ ਪੰਜਾਬ ਅੱਜ ਖੇਤਰੀ ਪਾਰਟੀ ਤੋਂ ਮਤਲਬ ਪੰਜਾਬ ਆ ਜਿਹੜਾ ਉਹ ਹੈ ਨਹੀਂ ਖੇਤਰੀ ਪਾਰਟੀ, ਪੰਜਾਬ ਦੀ ਰੱਖਿਆ ਲਈ ਪੰਜਾਬ ਦੀ ਮਿਊਨਿਸਪਲ ਕਮੇਟੀ ਵਰਗਾ ਹੋ ਗਿਆ। ਹਾਂ, ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਐਟ ਪ੍ਰੈਜ਼ੈਂਟ ਐਕਟਿਵ ਨੇਗੀਆਂ ਉਹ ਸਾਰੀਆਂ ਦੀ ਜਿਹੜੀ ਹੈਗੀ ਹੈ ਉਹ ਨੈਸ਼ਨਲ ਲੈਵਲ ਦੀ ਪਾਰਟੀਆਂ ਨੇਗੀਆਂ, ਉਹ ਨੈਸ਼ਨਲ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਪੰਜਾਬ ਦੇ ਵਿੱਚ ਕਰ ਰਹੀਆਂ ਨੇ। ਸੋ ਪੰਜਾਬ ਦੇ ਜਿਹੜੀ ਭੂਗੋਲਿਕ ਸਥਿਤੀ ਹੈ ਇਹ ਇਸ ਗੱਲ ਦੀ ਮੰਗ ਕਰਦੀ ਹੈ ਕਿ ਪੰਜਾਬ ਦੇ ਹਿੱਤਾਂ ਲਈ ਜਿਵੇਂ ਪੱਛਮੀ ਬੰਗਾਲ ਦੀ ਸਰਕਾਰ ਹੈ ਜਿਹੜੀ ਮਮਤਾ ਬੈਨਰਜੀ ਦੀ, ਉਹ ਪੱਛਮੀ ਬੰਗਾਲ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉੱਥੇ ਜਿਹੜੀ ਹੈਗੀ ਹੈ ਲੜਾਈ ਲੜ ਰਹੀ ਹੈ। ਇਸੇ ਤਰ੍ਹਾਂ ਦੱਖਣੀ ਭਾਰਤ ਦੇ ਵਿੱਚ ਕੁਝ ਪ੍ਰਾਂਤਾਂ ਦੇ ਵਿੱਚ ਵੀ ਉੱਥੋਂ ਦੀਆਂ ਸਥਾਨਕ ਜਿਹੜੀਆਂ ਹੈਗੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਆਪਦੇ ਇਹ ਖੇਤਰਾਂ ਦੀ ਲੜਾਈ ਲੜ ਰਹੀਆਂ ਨੇ। ਪਰ ਪੰਜਾਬ ਦੇ ਵਿੱਚ ਹੁਣ ਇੱਕ ਪਾਸੇ ਹੜ੍ਹ ਆਇਆ ਹੈਗਾ, ਇੱਕ ਪਾਸੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਤਬਾਹੀ ਹੋਈ ਹੈ, ਦੂਸਰੇ ਪਾਸੇ ਪੰਜਾਬ ਦਾ ਪਾਣੀ
ਜਦੋਂ ਹੜ੍ਹ ਆਉਂਦੇ ਨੇਗੇ ਉਦੋਂ ਪੰਜਾਬ ਦਾ ਨੁਕਸਾਨ ਹੁੰਦਾ ਹੈਗਾ, ਤੇ ਜਦੋਂ ਪਾਣੀ ਦੇਣ ਦਾ ਸਵਾਲ ਆਉਂਦਾ ਹੈਗਾ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ, ਪਾਣੀ ਵੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ, ਔਰ ਪਾਣੀ ਦੇ ਵਿੱਚ ਹਿਮਾਚਲ ਵੀ ਆਪਦੀ ਮੰਗ ਕਰਨ ਲੱਗ ਗਿਆ। ਤੇ ਜਦੋਂ ਕਿ ਜਿਹੜਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਸਾਰੇ ਕਾਹੇ ਦਾ ਚੱਲ ਰਿਹਾ ਹੈ। ਦਰਿਆਈ ਪਾਣੀਆਂ ਦਾ ਜਿਹੜਾ ਕਾਨੂੰਨ ਹੈ ਉਹਦੀ ਉਲੰਘਣਾ ਕਰਕੇ ਪੰਜਾਬ ਨੂੰ ਕਿਵੇਂ ਪਿਆਸਾ ਕੀਤਾ ਜਾ ਰਿਹਾ ਹੈ। ਤੇ ਹੋਰ ਅਜਿਹੇ ਇਸ਼ੂ ਨੇਗੇ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ, ਜਿਵੇਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਨੇਗੇ, ਇਹ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮਸਲੇ ਨੇਗੇ, ਪੰਜਾਬ ਦੇ ਵਿੱਚ ਜਿਹੜਾ ਹੈਗਾ ਬਾਹਰਲਾ ਪ੍ਰਵਾਸ ਹੈਗਾ ਉਹਦੇ ਸੰਬੰਧ ਵਿੱਚ ਹੈ। ਸੋ ਇਹ ਸਾਰੇ ਮਸਲੇ ਨੇ ਜਿਹੜੇ ਇਹ ਗੱਲ ਦੀ ਮੰਗ ਕਰਦੇ ਆ ਕਿ ਪੰਜਾਬ ਦੇ ਹਿੱਤਾਂ ਲਈ ਇੱਕ ਖੇਤਰੀ ਪਾਰਟੀ ਦੀ ਅੱਜ ਅਤਿਅੰਤ ਲੋੜ ਹੈ। ਤੇ ਖੇਤਰੀ ਪਾਰਟੀ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਪਿਛਲੇ ਸਮੇਂ ਵਿਸ਼ੇਸ਼ ਭੂਮਿਕਾ ਨਿਭਾਉਂਦਾ ਰਹੇਗਾ। ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਵੱਖ-ਵੱਖ ਪਿੰਡਾਂ 'ਚ ਉਹ ਕਿਸਾਨ ਮੰਗਾਂ ਤੱਕ ਹੀ ਸੀਮਿਤ ਨੇ, ਉਹ ਪਾਰਲੀਮੈਂਟਰੀ ਸਿਸਟਮ ਦੀ ਚੋਣ ਲੜਾਈ ਨਹੀਂ ਲੜ ਰਹੀਆਂ। ਸੋ ਪਾਰਲੀਮੈਂਟਰੀ ਸਿਸਟਮ ਦੀ ਲੜਾਈ ਲੜਨ ਵਾਲੀ ਖੇਤਰੀ ਪਾਰਟੀ ਹੈ ਜਿਹੜੀ ਉਹਦੀ ਹੋਂਦ ਹੈ ਜਿਹੜੀ ਅੱਜ ਦੀ ਅਤਿਅੰਤ ਲੋੜ ਹੈ। ਸੋ ਹੋਂਦ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਵੀ ਇਹਦਾ ਪੁਰਾਣਾ ਵਿਰਸਾ ਕਿਉਂਕਿ ਬਹੁਤ ਵੱਡਾ ਹੈਗਾ। ਸੋ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਤੋਂ ਮੁਕਤ ਕਰਕੇ ਠੀਕ ਸੇਧ ਦਿੱਤੀ ਜਾਵੇ। ਕੇਂਦਰ ਜੋ ਪੰਜਾਬ ਦੇ ਹੱਕਾਂ ਨੂੰ ਖੋਹ ਰਿਹਾ ਉਹਦੇ ਖਿਲਾਫ ਵੀ ਲੜਾਈ ਲੜੀ ਜਾਵੇ ਤੇ ਫਿਰ ਇੱਕ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਹਿੱਤਾਂ ਵਾਲੀ ਜੇ ਉੱਭਰੇ ਤਾਂ ਪੰਜਾਬ ਦੀ ਮੁੜ ਕੇ ਮਤਲਬ ਪੰਜਾਬ ਦੀ ਬਾਗਡੋਰ ਹੈ ਸੰਭਾਲ ਸਕਦੀ ਹੈ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ ਉਹ ਇੱਕ ਸੰਘਰਸ਼ ਚੋਂ ਹੀ ਮੁੜ ਕੇ ਪੈਦਾ ਕੀਤਾ ਜਾ ਸਕਦਾ, ਜਿਵੇਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੰਘਰਸ਼ ਕਰਕੇ ਲੋਕਾਂ ਨੂੰ ਆਪਦੇ ਨਾਲ ਜੋੜ ਕੇ ਇਹ ਵੱਖ-ਵੱਖ ਇਸ਼ੂਆਂ ਉੱਤੇ ਸੰਘਰਸ਼ ਕਰਕੇ ਇਹ ਵਿਸ਼ਵਾਸ ਜਿੱਤਿਆ ਸੀ। ਉਹ ਵਿਸ਼ਵਾਸ ਹੈ ਫਿਰ ਹੀ ਜਿੱਤਿਆ ਜਾ ਸਕਦਾ ਹੈਗਾ ਅਤੇ ਫਿਰ ਹੀ ਮੈਂ ਸਮਝਦਾ ਕਿ ਮੰਨ ਲਾ ਇੱਕ ਖੇਤਰੀ ਪਾਰਟੀ ਹੈ ਜਿਹੜੀ ਉਹ ਜਿਹੜਾ ਵੈਕੂਮ ਪੈਦਾ ਹੋ ਗਿਆ, ਜਿਹੜਾ ਖਲਾਅ ਪੈਦਾ ਹੋ ਗਿਆ, ਉਹ ਖਲਾਅ ਦੇ ਵਿੱਚ ਅਤਿਅੰਤ ਜ਼ਰੂਰਤ ਹੈ ਇਸ ਗੱਲ ਦੀ ਕਿ ਪੰਜਾਬ ਦੇ ਹੋਰ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ। ਖੇਤਰੀ ਪਾਰਟੀ ਜਿਹੜੀ ਹੋਂਦ ਵਿੱਚ ਆਵੇ, ਤਕੜੀ ਹੋਵੇ। ਸੋ ਬਹੁਤ ਬਹੁਤ ਮਿਹਰਬਾਨੀ ਮਿੱਠੂ ਸਿੰਘ ਜੀ, ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਰੇਡੀਓ ਇੰਡੀਆ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਔਰ ਹਾਂ ਬਿਲਕੁਲ ਬਹੁਤ ਧੰਨਵਾਦ ਭਾਮ ਸਾਹਿਬ ਤੁਹਾਡਾ ਵੀ, ਤੁਸੀਂ ਮੈਨੂੰ ਮੌਕਾ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਿਲਕੁਲ ਮਿੱਠੂ ਸਿੰਘ ਜੀ, ਅਸੀਂ ਤੁਹਾਡੇ ਤੋਂ ਉਮੀਦ ਰੱਖਾਂਗੇ ਕਿ ਤੁਸੀਂ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਪੰਥ ਨੇ ਜਾਂ ਜਿਹੜੀ ਕੌਮ ਨੇ ਤੁਹਾਡੇ ਜ਼ਿੰਮੇ ਲਾਈ ਹੈ ਵੀ ਇਹਨੂੰ ਬਖੂਬੀ ਨਿਭਾਉਂਦੇ ਰਹੋ ਤੇ ਇਸੇ ਤਰ੍ਹਾਂ ਹੀ ਆਵਾਜ਼ ਜਿਹੜੀ ਹੈ ਮਿੱਠੂ ਸਿੰਘ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਹੋਣੀ ਚਾਹੀਦੀ ਹੈ ਔਰ ਤਾਂ ਜੋ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਡੇ ਪ੍ਰਬੰਧ ਦੇ ਵਿੱਚ ਸੁਧਾਰ ਹੋ ਸਕੇ, ਜਿਸ ਦੀ ਹਰ ਸਿੱਖ ਜਿਹੜੀ ਹੈ ਉਹ ਤਵੱਕੂ ਕਰਦਾ। ਜਦ ਜਿਸ ਤਰ੍ਹਾਂ ਉਹਨੇ ਉਹ ਚਿਤਰਨ ਕੀਤਾ ਆਪਦੇ ਦਿਮਾਗ ਦੇ ਵਿੱਚ ਵੀ ਸਾਡੇ ਗੁਰਦੁਆਰਾ ਸਾਹਿਬਾਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਹ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਕੁੰਡਾ ਖੜਕਾਈ ਰੱਖਿਆ ਕਰੋ, ਇਹਨਾਂ ਤੇ ਡੰਡਾ ਰੱਖਿਆ ਕਰੋ ਔਰ ਇਸ ਨੂੰ ਪ੍ਰਬੰਧ ਨੂੰ ਯਕੀਨੀ ਬਣਾਇਓ ਜੀ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਖਾਲਸਾ ਫਤਿਹ। ਸੋ ਇਹ ਸਨ ਸਰਦਾਰ ਮਿੱਠੂ ਸਿੰਘ ਜੀ ਕਾਨੇਕੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ।